ਭਾਸ਼ਾ 'ਚ ਡੀਟੌਕਸੀਫਿਕੇਸ਼ਨ ਕਹਿੰਦੇ ਆ, ਰੀਜੂਵਨੇਸ਼ਨ ਕਹਿੰਦੇ ਆ ਸਾਰੇ ਤਰ੍ਹਾਂ ਦਾ ਵਰਡ ਆਪਾਂ ਸ਼ੋਧਨ ਚਿਕਿਤਸਾ ਵਾਸਤੇ ਯੂਜ਼ ਕਰਦੇ ਹਾਂ। ਸ਼ਮਨ ਜੋ ਤੁਸੀਂ ਆਮ ਤੌਰ ਤੇ ਬਾਕੀ ਪੈਥੀਆਂ ਵਾਂਗੂ ਦਵਾਈ ਮੂੰਹ ਰਾਹੀਂ ਖਾ ਕੇ ਬਿਮਾਰੀ ਨੂੰ ਠੀਕ ਕਰਦੇ ਹੋ, ਉਹਨੂੰ ਅਸੀਂ ਸ਼ਮਨ ਕਰਦੇ ਹਾਂ। ਸੋ ਆਯੁਰਵੇਦ ਦੇ ਵਿੱਚ ਇਹ ਦੋਨੋਂ ਚੀਜ਼ਾਂ ਦੇ ਆਧਾਰ ਤੇ ਅੱਗੇ ਸਬ ਟਾਈਟਲਸ ਹੈ ਕਿ ਸ਼ਮਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। ਸ਼ੋਧਨ ਦੇ 5 ਪ੍ਰਕਾਰ, ਪੰਚਕਰਮਾ ਜਾਂ ਸ਼ੋਧਨ ਦੀ ਇਵਨ ਕਿ ਲੰਘਨ ਸ਼ੋਧਨ ਕਰਨ ਦੇ ਵੀ ਵੱਖ-ਵੱਖ ਇਵਨ ਜਿਵੇਂ ਹੁਣ ਆਪਾਂ ਫਾਸਟ ਹੋਏ ਸੀ ਜਾਂ ਹੁਣੀ ਕਰਵਾ ਚੌਥ ਨਿਕਲਿਆ ਤਾਂ ਉਹ ਵੀ ਇੱਕ ਤਰੀਕਾ ਹੈ ਤੁਹਾਨੂੰ ਆਪਣੇ ਆਪ ਨੂੰ ਸਵਸਥ ਰੱਖਣ ਦਾ, ਕਿਉਂਕਿ ਉਹਦੇ ਵਿੱਚ ਆਪਾਂ ਆਪਣੀ ਬਾਡੀ ਦੇ ਐਕਿਊਮੂਲੇਟਿਡ ਟੌਕਸਿਕਸ ਨੂੰ ਬਰਨ ਕਰਦੇ ਹਾਂ। ਕਿਉਂਕਿ ਅਸੀਂ ਕੁਝ ਖਾਂਦੇ ਨਹੀਂ, ਸਾਡੀ ਜਿਹੜੀ ਅੰਦਰ ਬਾਡੀ ਦੀ એનર્ਜੀ ਹੈ, ਊਰਜਾ ਹੈ, ਉਹ ਯੂਟਿਲਾਈਜ਼ ਹੋ ਜਾਂਦੀ ਹੈ। ਸਾਨੂੰ ਇਹ ਚੀਜ਼ਾਂ ਮਤਲਬ ਇਹ ਵੱਖ-ਵੱਖ ਅੱਗੇ ਪਹਿਲੂ ਹੈ। ਆਯੁਰਵੇਦ ਇੰਟਰਨਲ ਵੇ ਨਾਲ ਜ਼ਿਆਦਾ ਮਤਲਬ ਹੈਲਪਫੁਲ ਬੰਦੇ ਨੂੰ ਹੈਲਪ ਕਰਦਾ ਹੈ ਜਾਂ ਫਿਰ ਐਕਸਟਰਨਲ ਵੇ ਨਾਲ ਜ਼ਿਆਦਾ ਹੈਲਪ ਕਰਦਾ ਹੈ ਕੋਈ ਵੀ ਡਿਸੀਜ਼ ਨੂੰ ਕਿਉਰ ਕਰਨ ਦੇ ਲਈ? ਦੇਖੋ ਆਯੁਰਵੇਦ ਦੇ ਵਿੱਚ ਨੇ ਜੀ ਇੰਟਰਨਲ ਔਰ ਐਕਸਟਰਨਲ, ਤੁਹਾਡੀ ਕਾਇਆ ਨੂੰ ਦੋਨੋਂ ਪਾਸਿਆਂ ਤੋਂ ਹੀ ਹਮੇਸ਼ਾ ਹੈਲਪ ਮਿਲਦੀ ਹੈ। ਆਯੁਰਵੇਦ ਕੱਲਾ ਇਹ ਚੀਜ਼ਾਂ ਨਹੀਂ ਕਰਦਾ ਕਿ ਸਿਰਫ ਤੁਸੀਂ ਸੋਚੋ ਕਿ ਨਹੀਂ ਅਸੀਂ ਸੁਪਰਫਿਸ਼ੀਅਲੀ ਉਹਨੂੰ ਠੀਕ ਕਰ ਲਈਏ, ਆਹ ਲਾ ਲਈਏ, ਇਹ ਲੇਪ ਲਾ ਲਈਏ, ਇਹ ਨਹੀਂ ਹੁੰਦਾ। ਜਾਂ ਇੰਟਰਨਲੀ ਸਿਰ ਮੈਡੀਸਿਨ ਖਾਂਦੇ ਰਹੀਏ, ਡਸਟਬਿਨ ਬਣਾ ਦਈਏ ਬਾਡੀ ਨੂੰ, ਐ ਵੀ ਨਹੀਂ ਹੁੰਦਾ। ਇੱਕ ਪੈਰਲਲ ਫਿਲਾਸਫੀ ਹੈ, ਇਹ ਪੈਰਲਲ ਇੱਕ ਟ੍ਰੀਟਮੈਂਟ ਹੈ। ਇਹ ਦੋਨੋਂ ਜੇ ਇਕੱਠੇ ਚੱਲਣਗੇ ਤਾਂ ਤੁਹਾਨੂੰ ਉਨੀ ਬਾਡੀ ਜਲਦੀ ਆਪਾਂ ਸਹਾਇਕ ਹੁੰਦੇ, ਜਲਦੀ ਆਪਾਂ ਠੀਕ ਹੁੰਦੇ। ਬਿਲਕੁਲ, ਤੁਸੀਂ ਬਾਡੀ ਦੀ ਗੱਲ ਕਰਦੇ ਹੋ, ਜਿਵੇਂ ਕਿ ਅਸੀਂ ਕਹਿੰਦੇ ਆ ਅਸੀਂ ਕੋਈ ਕਾਰ ਵੀ ਯੂਜ਼ ਕਰਦੇ ਹਾਂ ਤੇ ਉਹਨੂੰ ਸਰਵਿਸ ਦੀ ਲੋੜ ਹੁੰਦੀ ਹੈ ਥੋੜੇ ਜਿਹੇ ਟਾਈਮ ਦੇ ਬਾਅਦ। ਸਾਡੀ ਇੱਕ ਬਾਡੀ ਜਿਹੀ ਚੀਜ਼ ਆ ਜਿਹਨੂੰ ਅਸੀਂ ਸਾਰਾ ਦਿਨ ਕੰਮ ਲਈ ਯੂਜ਼ ਕਰਦੇ ਹਾਂ, ਅਸੀਂ ਜਾਂਦੇ ਹਾਂ, ਉੱਠਦੇ ਹਾਂ, ਬੈਠਦੇ ਹਾਂ, ਹਰ ਚੀਜ਼ ਯੂਜ਼ ਕਰਦੇ ਹਾਂ, ਸਾਡੇ ਆਰਗਨਸ ਵੀ ਰੋਜ਼ ਕੰਮ ਕਰਦੇ ਨੇ। ਇਹਨਾਂ ਨੂੰ ਅਸੀਂ ਫਿਰ ਆਯੁਰਵੇਦ ਦੀ ਲੈਂਗੁਏਜ ਵਿੱਚ ਕਿਹਾ ਜਾਵੇ ਕਿਵੇਂ ਸਰਵਿਸ ਅਸੀਂ ਕਰ ਸਕਦੇ ਹਾਂ ਇਹਨਾਂ ਦੀ? ਫਿਰ ਨਹੀਂ, ਇਹਨਾਂ ਨੂੰ ਸਰਵਿਸ ਕਰਨ ਦੀ ਬਿਲਕੁਲ ਲੋੜ ਵੀ ਹੈ। ਔਰ ਮੈਂ ਤੁਹਾਨੂੰ ਇਹ ਵੀ ਕਹਾਂ ਕਿ ਸਭ ਚੀਜ਼ਾਂ ਦੀ, ਜਿਵੇਂ ਸਾਡੀ ਸਕਿਨ ਹੈ ਡਰਾਈ ਹੋ ਜਾਂਦੀ ਹੈ, ਮੌਸਮ ਆ ਗਿਆ ਹੁਣ ਸਰਦੀਆਂ ਦਾ, ਉਹ ਡਰਾਈਨੈਸ ਸਾਨੂੰ ਕਿਉਂ ਉਹ ਦੱਸਦੀ ਹੈ ਕਿ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਤਰਲ ਪਦਾਰਥ ਹੈ ਉਹ ਘਟ ਗਿਆ ਹੈ ਨਾ, ਥੋੜੀ ਨਮੀ ਜਿਹੜੀ ਹੈ ਬਾਡੀ ਦੇ ਵਿੱਚ ਆ ਗਈ ਹੈ। ਸਾਨੂੰ ਇਹ ਚੀਜ਼ਾਂ ਇੰਡੀਕੇਟ ਕਰ, ਜਿਵੇਂ ਅੱਖਾਂ ਦੇ ਵਿੱਚ ਚੁਭਨ ਹੋਣਾ, ਡਰਾਈਨੈਸ ਹੋਣਾ, ਆਪਾਂ ਫਟਾਫਟ ਭੱਜਦੇ ਆ ਡਾਕਟਰ ਕੋਲ ਦਿਖਾਉਂਦੇ ਆ, ਆਈ ਡਾਕਟਰ ਕੋਲ ਦਿਖਾਉਂਦੇ ਆ, ਸਾਡੀ ਆਈਸਾਈਟ ਤਾਂ ਨਹੀਂ ਵੀਕ। ਬੇਸਿਕ ਕੀ ਹੁੰਦਾ ਕਿ ਸਾਡੇ ਜਿਹੜਾ ਵਿਟਰਸ ਫਲੂਇਡ ਹੈ, ਜਿਹੜੀ ਅੱਖਾਂ ਦੀ ਪੁਤਲੀ ਪਿੱਛੇ ਹੈ, ਉਹ ਘਟ ਜਾਂਦਾ। ਅਸੀਂ ਕੁਝ ਚੀਜ਼ਾਂ ਨੂੰ ਆਪਣੇ ਆਪ ਬਹੁਤ ਵੱਡਾ ਬਿਮਾਰੀ ਸਮਝ ਕੇ ਬੇਫਾਲਤੂ ਦਾ ਇਲਾਜ ਸ਼ੁਰੂ ਕਰ ਦਿੰਦੇ। ਬਿਲਕੁਲ, ਬਜਕੀ ਦੇਖਿਆ ਜਾਵੇ ਤਾਂ ਉਹ ਸਾਡੀ ਬਾਡੀ ਦੇ ਇੱਕ ਅਲਾਰਮਿੰਗ ਇਫੈਕਟਸ ਹੈ। ਜੇ ਕਿਸੇ ਨੂੰ ਬੁਖਾਰ ਵੀ ਚੜ੍ਹਦਾ ਹੈ ਤਾਂ ਇਹਦਾ ਮਤਲਬ ਹੈ ਕਿ ਬਾਡੀ ਤੁਹਾਨੂੰ ਇੰਡੀਕੇਟ ਕਰ ਰਹੀ ਹੈ ਕਿ ਤੁਹਾਡੀ ਬਾਡੀ ਨਾਲ ਕੁਝ ਗਲਤ ਹੋਇਆ। ਜਿਵੇਂ ਆਪਾਂ ਸਰਵਿਸ ਦੀ ਗੱਲ ਕਰ ਰਹੇ, ਜਿਵੇਂ ਗੱਡੀ 'ਚ ਵੀ ਆਪਣੇ ਲੱਗਿਆ ਹੁੰਦਾ ਨਾ, ਇੱਕ ਸੂਈ ਲੱਗੀ ਹੁੰਦੀ ਹੈ ਕਿ ਜਿਹਦੇ ਟੈਂਪਰੇਚਰ ਹੁੰਦਾ, ਜਦੋਂ ਹਾਈ ਵੱਲ ਚੱਲ ਜਾਏ ਤਾਂ ਇਹਦਾ ਮਤਲਬ ਕੀ ਹੈ ਕਿ ਬਾਡੀ ਨਾਲ ਕੁਝ ਗਲਤ ਹੋ ਰਿਹਾ। ਤਾਂ ਸੇਮ ਉਹੀ ਕਾਰਾਂ 'ਚ ਵੀ ਹੋਈ ਹੈ ਤੇ ਇਨਸਾਨਾਂ 'ਚ ਵੀ। ਪਰ ਤੁਹਾਨੂੰ ਨਹੀਂ ਲੱਗਦਾ ਅੱਜ ਕੱਲ੍ਹ ਅਸੀਂ ਜਿਵੇਂ ਕਈ ਤਾਂ ਇੰਨੇ ਜ਼ਿਆਦਾ ਵੀ ਮਤਲਬ ਜ਼ਿਆਦਾ ਕੌਨਸ਼ੀਅਸ ਹੋ ਚੁੱਕੇ ਨੇ ਆਪਣੀ ਹੈਲਥ ਨੂੰ ਲੈ ਕੇ ਕਿ ਥੋੜੀ ਜਿਹੀ ਕੋਈ ਮਾੜਾ ਜਿਹਾ ਸਿਰ ਵੀ ਦੁਖਦਾ ਹੈ ਤੇ ਉਹ ਫਟਾਫਟ ਗੋਲੀ ਲੈਣ ਨੂੰ ਭੱਜਦੇ ਨੇ। ਲੋਕਾਂ ਨੇ ਆਪਣੀ ਬਾਡੀ ਨੂੰ ਗੋਲੀਆਂ ਤੇ ਬਹੁਤ ਜ਼ਿਆਦਾ ਖਿਚਾ ਲਿਆ। ਜੇ BP ਹਾਈ ਹੋ ਗਿਆ ਉਹਦੀ ਚੁੱਕ ਕੇ ਮੈਡੀਸਨ, ਜ਼ਰਾ ਸਿਰ ਦਰਦ ਕਰਦਾ ਉਹਦੀ ਚੁੱਕ ਕੇ ਮੈਡੀਸਨ। ਤੁਹਾਨੂੰ ਕੀ ਲੱਗਦਾ ਕਿ ਮੈਡੀਸਨਸ ਇੰਨੀਆਂ ਜ਼ਿਆਦਾ ਖਾਣੀਆਂ ਠੀਕ ਨੇ? ਇਹ ਨਾ ਅਸੀਂ ਓਵਰ ਕੌਨਸ਼ੀਅਸ ਵੀ ਹਾਂ, ਪੈਨਿਕ ਹੋ ਚੁੱਕੇ ਹਾਂ। ਸਾਨੂੰ ਇਹ ਚੀਜ਼ਾਂ ਦੀ ਤਾਂ ਲੋੜ ਪੈਂਦੀ ਹੈ ਕਿ ਸਵੇਰੇ ਉੱਠ ਕੇ ਅਸੀਂ ਦਫ਼ਤਰ ਆਫਿਸ ਵੱਲ ਵਧਣਾ ਤੇ ਸਾਨੂੰ ਉੱਥੋਂ ਛੁੱਟੀ ਨਹੀਂ ਮਿਲਣੀ। ਜੇ ਮਿਲੇਗੀ ਤਾਂ ਇੱਕ ਸਾਡੀ ਪੇ ਘਟ ਜਾਂਦੀ ਹੈ, ਤਾਂ ਇਹ ਮਜਬੂਰੀ ਹੈ। ਮੈਂ ਕਹਿੰਦਾ ਇਹ ਸ਼ਾਇਦ ਹਰ ਇਨਸਾਨ ਇਸ ਚੀਜ਼ ਨੂੰ ਸਮਝਦਾ ਹੋਏਗਾ ਕਿ ਉਹ ਇੱਕ ਇਮੋਸ਼ਨਲੀ ਬਲੈਕਮੇਲ ਹੁੰਦਾ ਔਰ ਉਹਦੇ ਕੋਲ ਕੋਈ ਚਾਰਾ ਨਹੀਂ ਹੁੰਦਾ। ਉਹ ਕਹਿੰਦਾ ਕਿ ਮੈਂ ਫਟਾਫਟ ਐਂਟੀਬਾਇਓਟਿਕ ਖਾਵਾਂ ਜਾਂ ਐਂਟੀਪਾਇਰੇਟਿਕ, ਕੱਲ ਮੈਂ ਖੜਨ ਜੋਗਾ ਹੋ ਜਾਏ ਯਾਰ, ਕੱਲ ਫਿਰ ਮੈਂ ਸ਼ਾਮ ਤੱਕ ਮੈਂ ਫਿਰ ਰਿਕਵਰੀ ਕਰਾਂ, ਮੇਰੀ 9 ਤੋਂ 5 ਡਿਊਟੀ ਨਿਕਲ ਜੇ। ਤਾਂ ਮੈਂ ਉਹੀ ਚੀਜ਼ਾਂ ਅਸੀਂ ਆਯੁਰਵੇਦ ਦੇ ਵਿੱਚ ਇਹ ਨਹੀਂ ਹੈ ਕਿ ਐਮਰਜੈਂਸੀ ਮੈਡੀਸਨ ਨਹੀਂ ਹੁੰਦੀਆਂ, ਇਹ ਨਹੀਂ ਕਹਿ ਸਕਦੇ ਕਿ ਅਸੀਂ ਇੱਕਦਮ ਨਹੀਂ ਠੀਕ ਕਰ ਸਕਦੇ ਪੇਸ਼ੈਂਟ ਨੂੰ। ਸਾਡੀ ਹਰ ਇੱਕ ਮੈਡੀਸਨ ਦਾ ਇੱਕ ਤਰੀਕੇ ਦਾ ਡੋਜ਼ ਹੈ, ਇੱਕ ਸੈਟਲਮੈਂਟ ਹੈ। ਜੇਕਰ ਅਸੀਂ ਪੇਸ਼ੈਂਟ ਨੂੰ ਦੇਖਿਆ ਜਾਵੇ ਕੁਇਕ ਰਿਲੀਫ ਚਾਹੀਦਾ, ਅਸੀਂ ਕੁਇਕ ਰਿਲੀਫ ਵੀ ਦੇ ਸਕਦੇ ਹਾਂ। ਜੇ ਸਾਨੂੰ ਲੱਗੇ ਕਿ ਪੇਸ਼ੈਂਟ ਨੂੰ ਕੁਇਕ ਰਿਲੀਫ ਨਹੀਂ, ਅਸੀਂ ਉਹਨੂੰ ਨਾਰਮਲੀ ਅਸੀਂ ਉਹਨੂੰ ਠੀਕ ਕਰ ਸਕਦੇ ਹਾਂ ਔਰ ਉਹਦੇ ਕੋਲ ਟਾਈਮ ਹੈਗਾ ਤਾਂ ਅਸੀਂ ਉਸ ਤਰ੍ਹਾਂ ਹੀ ਉਹਨੂੰ ਰੈਜੀਮੇ ਬਣਾ। ਤੁਸੀਂ ਕੁਇਕ ਰਿਲੀਫ ਦੀ ਗੱਲ ਕੀਤੀ ਹੈ ਤੇ ਬਹੁਤਿਆਂ ਦਾ ਵਹਿਮ ਹੈ ਕਿ ਆਯੁਰਵੇਦ ਦੀਆਂ ਮੈਡੀਸਿਨਸ ਬਹੁਤ ਸਲੋ ਕੰਮ ਕਰਦੀਆਂ ਨੇ। ਤੁਸੀਂ ਵਾਕਈ ਕੀ ਕੁਇਕ ਰਿਲੀਫ ਦੀ ਟਰਮ ਆਯੁਰਵੇਦ ਲਈ ਯੂਜ਼ ਕੀਤੀ ਜਾ ਸਕਦੀ ਹੈ? ਬਿਲਕੁਲ ਕੀਤੀ ਜਾ ਸਕਦੀ। ਵਿਦ ਐਗਜ਼ਾਮਪਲ ਤੁਹਾਨੂੰ ਸਮਝਾਉਣਾ, ਜਿਵੇਂ ਫੋਰ ਐਗਜ਼ਾਮਪਲ ਕੁਇਕ ਰਿਲੀਫ ਦੇ ਵਿੱਚ ਕੀ ਆਉਂਦਾ ਕਿ ਤੁਹਾਨੂੰ ਕੁਝ ਖਾ ਕੇ ਇੱਕਦਮ ਐਸਿਡਿਟੀ ਬਣ ਗਈ ਤੇ ਤੁਹਾਨੂੰ ਕੁਝ ਐਂਟੀਐਸਿਡ ਲਿੱਤਾ, ਇਨੋ ਵਰਗੀ ਚੀਜ਼ਾਂ ਮਾਰਕੀਟ ਤੇ ਅਵੇਲੇਬਲ ਹੈ, ਤੁਸੀਂ 6 ਸੈਕਿੰਡਾਂ ਦੇ ਵਿੱਚ ਉਹ ਕਲੇਮ ਕਰਦੇ ਆ, ਮੈਂ ਨਹੀਂ ਕੁਝ ਕਹਿੰਦਾ ਕਿ ਉਹ ਕਲੇਮ ਕਰਦੇ ਆ। ਉਵੇਂ ਸਾਡੀ ਆਯੁਰਵੇਦ ਦੇ ਵਿੱਚ ਅੰਮ੍ਰਿਤ ਧਾਰਾ, ਔਰ ਇਹ ਅੰਮ੍ਰਿਤ ਧਾਰਾ ਮੈਂ ਨਹੀਂ, ਮੇਰੇ ਬਜ਼ੁਰਗਾਂ, ਮੇਰੇ ਸਭ ਕਿੰਨੀ ਪੀੜ੍ਹੀਆਂ ਤੋਂ ਪਤਾ ਹੈ ਅੰਮ੍ਰਿਤ ਧਾਰਾ ਕੀ ਹੈ।
ਜੇਕਰ ਉਹਨੂੰ ਲਿੱਤਾ ਜਾਵੇ ਜਿਵੇਂ ਜਿਵੇਂ ਉਹ ਅੰਦਰ ਜਾਏਗਾ 6 ਸੈਕਿੰਡ ਲੇਟ ਕਹਿ ਰਹੇ ਆ ਜੀ ਉਹ ਜਿਵੇਂ ਜਿਸ ਤੇ ਜਾਏਗਾ ਤੁਹਾਨੂੰ ਉਵੇਂ ਹੀ ਐਂਟੀਐਸਿਡ ਦਾ ਕੰਮ ਕਰਦਾ ਜਾਏਗਾ ਜੀ ਨੰਬਰ 1 ਨੰਬਰ 2 ਜੇਕਰ ਦੇਖਿਆ ਬੀਪੀ ਵੱਧ ਗਿਆ ਜੀ ਬਿਲਕੁਲ ਬੀਪੀ ਵਾਸਤੇ ਉਹ ਕੋਈ ਵੀ ਮੈਡੀਸਨ ਜੇ ਦਿੰਦੇ ਆ ਤਾਂ ਸਰਪਗੰਧਾਵਟੀ ਦੇ ਨਾਲ ਅਗਰ ਤੁਹਾਨੂੰ ਕੋਈ ਡਾਇਰੇਟਿਕ ਜਾਂ ਗੋਕਸ਼ਰੂ ਜਾਂ ਕੋਈ ਵੀ ਚੀਜ਼ ਦਿੱਤੀ ਜਾਵੇ ਵਿਦਿਨ 20 ਮਿੰਟਸ ਬੀਪੀ ਦੀ ਤੁਹਾਨੂੰ ਉਹਦੀ ਘਟਾਓ ਸ਼ੁਰੂ ਹੋ ਜਾਂਦਾ ਹਨਾ ਹੋਰ ਕੋਈ ਜਿਹੜੀ ਤੁਸੀਂ ਕਹੋ ਕਿ ਮਾਈਗ੍ਰੇਨ ਸਿਰ ਦਰਦ ਹੋ ਗਿਆ ਤਾਂ ਮੈਂ ਕਹਿੰਦਾ ਅਗਰ ਸਿਰ ਦਰਦ ਜਾਂ ਜ਼ੁਕਾਮ ਹੈ ਤਾਂ ਸਿਰਫ ਸੁੰਡ ਅਦਰਕ ਦਾ ਪਾਊਡਰ ਨੂੰ ਪਾਣੀ 'ਚ ਘੋਲ ਕੇ ਮੱਥੇ ਤੇ ਜਾਂ ਨੱਕ ਤੇ ਰੱਖਣ ਨਾਲ ਉਹਨੂੰ ਲੇਪ ਬਣਾ ਕੇ ਲਾਇਆ ਜਾਵੇ ਤਾਂ ਉਹਦੇ ਵਿੱਚ ਤੁਹਾਨੂੰ ਇਮੀਡੀਏਟਲੀ ਕੁਇਕ ਰਿਲੀਫ ਮਿਲਦਾ ਕਿਉਂ ਜਿਹੜਾ ਰੇਸ਼ਾ ਹੈ ਥੋੜਾ ਜਿਹੜੇ ਜਕੜਨ ਹੈ ਸਿਰ ਦੇ ਵਿੱਚ ਵਿਦਿਨ ਫਿਊ ਮਿੰਟਸ ਉਹ ਸਾਰੀ ਦੂਰ ਹੋ ਜਾਂਦੀ ਹੈ ਸ਼ਾਇਦ ਤੁਹਾਡਾ ਐਂਟੀਬਾਇਓਟਿਕ ਉੱਥੇ ਕੰਮ ਨਹੀਂ ਕਰੇਗਾ ਜੀ ਬਿਲਕੁਲ ਤੇ ਮੈਂ ਵੀ ਬਿਲਕੁਲ ਯੂਜ਼ ਕਰਕੇ ਦੇਖਾਂਗੀ ਕਿਉਂਕਿ ਮੈਂ ਵੀ ਇਸ ਵਕਤ ਥੋੜਾ ਜਿਹਾ ਤਬੀਅਤ ਨਾਸਾਜ਼ ਚੱਲ ਰਹੀ ਹੈ ਤੇ ਮੇਰੇ ਕੁਝ ਦਰਸ਼ਕ ਵੀ ਨੇ ਨਾ ਮੇਰੇ ਨਾਲ ਫੇਸਬੁੱਕ ਤੇ ਜੁੜ ਚੁੱਕੇ ਨੇ ਤੇ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਫਿਲਹਾਲ ਤਾਂ ਮੈਂ ਕਹਿੰਦੀ ਹਾਂ ਕਿ ਸਾਰਿਆਂ ਦੀ ਸਿਹਤ ਵਧੀਆ ਹੋਵੇ ਤੇ ਪਰ ਜੇਕਰ ਕਿਸੇ ਨੂੰ ਕੋਈ ਹੈਲਥ ਸੰਬੰਧੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਵੀ ਪੁੱਛ ਸਕਦੇ ਹੋ ਸਾਡੇ ਨਾਲ ਵੈਦਿਆ ਜਗਜੀਤ ਜੀ ਨੇ ਵਧੀਆ ਮੌਕਾ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਲਵੋ ਤੁਹਾਨੂੰ ਹੋਮ ਰੈਮੇਡੀ ਵੀ ਨਾਲ ਜ਼ਰੂਰ ਦੱਸਣਗੇ ਤੇ ਬਾਕੀ ਅਸੀਂ ਜਿਵੇਂ ਗੱਲ ਕਰ ਰਹੇ ਹਾਂ ਅਸੀਂ ਮੈਡੀਸਿਨਸ ਦੀ ਗੱਲ ਕਰੀਏ ਆਯੁਰਵੇਦ ਦੀਆਂ ਮੈਡੀਸਿਨਸ ਦੀ ਸਭ ਤੋਂ ਪਹਿਲੀ ਤਾਂ ਇਹ ਹੁੰਦੀ ਹੈ ਕਿ ਆਯੁਰਵੇਦ ਦੇ ਵਿੱਚ ਜਿਹੜੀਆਂ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ ਕੁਝ ਜੜੀਆਂ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਕਿ ਬਹੁਤ ਕੌੜੀਆਂ ਹੁੰਦੀਆਂ ਨੇ ਤੇ ਖਾਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਨਹੀਂ ਇਹਦੇ ਵਿੱਚ ਵੀ ਦੇਖੋ ਦੋ ਪਹਿਲੂ ਹੈ ਜੀ ਬੇਸਿਕਲੀ ਜ਼ਰੂਰ ਆਯੁਰਵੇਦ ਕਿਸੇ ਵੀ ਕੋਟਡ ਜਾਂ ਕੋਈ ਸ਼ੂਗਰ ਕੋਟਡ ਮੈਡੀਸਿਨਸ ਨਹੀਂ ਦਿੰਦਾ ਜਾਂ ਉਹਨਾਂ ਦੇ ਇੱਕ ਕੈਪਸੂਲ ਫਾਰਮ ਦੇ ਵਿੱਚ ਨਹੀਂ ਅਸੀਂ ਉਹਨੂੰ ਪ੍ਰਮੋਟ ਕਰਦੇ ਉਹਦਾ ਇੱਕੋ ਕਾਰਨ ਹੈ ਕਿ ਜਿਹੜੀ ਮੈਡੀਸਨ ਅਨਕੋਟਡ ਰॉ ਤਰੀਕੇ ਨਾਲ ਜਾਣਗੀਆਂ ਉਹਦਾ ਅਸਰ ਬਾਡੀ ਤੇ ਜਲਦੀ ਹੁੰਦਾ ਹੈ ਤੁਹਾਨੂੰ ਇਹਦਾ ਇੱਕ ਸਿੰਪਲ ਜਿਹਾ ਉਦਾਹਰਨ ਦਿੰਦਾ ਕਿ ਜਿਵੇਂ ਸਾਡੀ ਸਰਬਗੰਧਾਵਟੀ ਆਪਾਂ ਗੱਲ ਕਰਦੇ ਹਾਂ ਬੀਪੀ ਵਾਸਤੇ ਉਹ ਅਨਕੋਟਡ ਆਉਂਦੀ ਹੈ ਮਾਰਕੀਟ ਦੇ ਵਿੱਚ ਜੇਕਰ ਵਿਅਕਤੀ ਉਹ ਮਤਲਬ ਹਾਰਡਲੀ 7 ਤੋਂ 8 ਮਹੀਨੇ ਖਾ ਲੇ ਤਾਂ ਉਹਨੂੰ ਸ਼ਾਇਦ ਦੁਬਾਰਾ ਬੀਪੀ ਦੀ ਪ੍ਰੋਬਲਮ ਨਹੀਂ ਹੁੰਦੀ ਜੀ ਔਰ ਦੂਜੇ ਪਾਸੇ ਦੇਖਿਆ ਜਾਵੇ ਬਾਕੀ ਪੈਥੀਆਂ ਦੇ ਵਿੱਚ ਲੋਕ 20 ਸਾਲ ਦੇ ਕੋਟਡ ਮੈਡੀਸਨ ਖਾ ਰਹੇ ਆ ਪਰ ਇਲਾਜ ਨਹੀਂ ਉੱਥੇ ਹੀ ਖੜੇ ਆ ਰੋਜ਼ 24 ਘੰਟੇ ਬਾਅਦ ਤੁਹਾਨੂੰ ਇੱਕ ਗੋਲੀ ਦੀ ਲੋੜ ਹੈ ਔਰ ਉਹੀ ਗੱਲ ਸਰਬਗੰਧ ਹੈ ਉਹ ਇੱਕੋ ਗੋਲੀ ਉਹ ਵੀ ਹੈ ਪਰ ਉਹ 7-8 ਮਹੀਨੇ ਬਾਅਦ ਤੁਹਾਨੂੰ ਖਾਣ ਦੀ ਲੋੜ ਨਹੀਂ ਬਿਕੋਜ਼ ਉਹਨੇ ਉਸ ਚੀਜ਼ ਨੂੰ ਪ੍ਰੋਪਰਲੀ ਕਿਉਰ ਕੀਤਾ ਹੈ ਜੇ ਅਸੀਂ ਵੀ ਕੋਟਡ ਜਾਂ ਹੋਰ ਤਰੀਕੇ ਨਾਲ ਦੇਣ ਲੱਗ ਜਾਈਏ ਨਾ ਤਾਂ ਸ਼ਾਇਦ ਉਹ ਥੋੜੇ ਸੁਵਿਧਾਜਨਕ ਲਈ ਉਹ ਮਿੱਠਾ ਹੋ ਜਾਣ ਜਾਂ ਤੁਹਾਨੂੰ ਸਵਾਦ ਜਾਂ ਦੇਖਣ ਚੰਗੀਆਂ ਲੱਗਣ ਪਰ ਉਹਦੀ ਜਿਹੜੀ ਐਫੀਸ਼ੀਐਂਸੀ ਆਫ ਮੈਡੀਸਨ ਹੈ ਉਹ ਘਟ ਜਾਂਦੀ ਬਲ ਇਹ ਹੈ ਕਿ ਥੋੜੇ ਜਿਹੇ ਮੈਚੁਰ ਪਰਸਨ ਤਾਂ ਇਜ਼ੀਲੀ ਲੈ ਲੈਂਦੇ ਆ ਬੱਚਿਆਂ ਨੂੰ ਥੋੜੀ ਜਿਹੀ ਐਵੇਂ ਦੀਆਂ ਮੈਡੀਸਿਨਸ ਖਵਾਉਣੀਆਂ ਔਖੀਆਂ ਹੋ ਜਾਂਦੀਆਂ ਨੇ ਕਿ ਬੱਚੇ ਫਿਰ ਥੋੜਾ ਜਿਹਾ ਕਰਦੇ ਆ ਕਿ ਕਿਵੇਂ ਖਾਦੀਆਂ ਜਾਣ ਵੈਸੇ ਬੱਚਿਆਂ ਨੂੰ ਅੱਜ ਕੱਲ ਮੇਰੇ ਕੋਲ ਤਾਂ ਐਵੇਂ ਕਹਾਂ ਬੱਚਿਆਂ ਦਾ ਵੀ ਮੇਰੇ ਕੋਲ ਪੇਸ਼ੈਂਟ ਕਾਫੀ ਹੈ ਤਾਂ ਮੈਨੂੰ ਲੱਗਦਾ ਬੱਚੇ ਜ਼ਿਆਦਾ ਸਮਝਦਾਰ ਹੋ ਰਹੇ ਹੈ ਐਜ਼ ਕੰਪੇਅਰ ਟੂ ਜਿਵੇਂ ਅੱਜ ਕੱਲ ਮੈਂ ਕਈ ਬੱਚੇ ਦੇਖੇ ਉਹ ਆਪਣੇ ਪੇਰੈਂਟਸ ਨੂੰ ਕਹਿੰਦੇ ਨਹੀਂ ਤੁਸੀਂ ਆਹ ਨਾ ਖਾਓ ਤੁਸੀਂ ਐਸੇ ਦੀ ਦਵਾਈ ਬਾਰ-ਬਾਰ ਨਾ ਖਾਓ ਕਿਉਂਕਿ ਉਹਨਾਂ ਨੂੰ ਇਹ ਐਜੂਕੇਸ਼ਨ ਜਾਂ ਤਾਂ ਸੋਸ਼ਲ ਮੀਡੀਆ ਤੋਂ ਯੂਟਿਊਬਸ ਤੋਂ ਦੇਖਦੇ ਆ ਅੱਜ ਕੱਲ ਹਨਾ ਉਹਨਾਂ ਨੂੰ ਮਿਲਦਾ ਹੈ ਉਹ ਪਤਾ ਲੱਗ ਰਿਹਾ ਕਿ ਇਹਦੇ ਆਹ ਸਾਈਡ ਇਫੈਕਟਸ ਹੈ ਉਹ ਕਹਿਣਗੇ ਨਹੀਂ ਡੈਡ ਮੇਰੇ ਕੋਲ ਕਈ ਪੇਸ਼ੈਂਟ ਮਤਲਬ ਮੈਂ ਪੁੱਛਾਂਗਾ ਨਾ ਕਿ ਹਾਂ ਫਾਦਰ ਬਾਰੇ ਕੋਈ ਹਿਸਟਰੀ ਲਈਏ ਫੈਮਿਲੀ ਹਿਸਟਰੀ ਲਈਏ ਤਾਂ ਬੱਚਾ ਹੀ ਬੋਲ ਦਿੰਦਾ ਦੇਖੋ ਪਾਪਾ ਨੂੰ ਬਹੁਤ ਸਮੋਕਿੰਗ ਕਰਤੇ ਬਿਲਕੁਲ so they know what is bad and what is good so ਸਾਨੂੰ ਵੀ ਇਹ ਲੋੜ ਹੈ ਸਮਝਣ ਦੀ ਕਿ what is bad and what is good for our health even ਕਿ ਉਹ health ਨਹੀਂ ਤੁਹਾਡੀ ਕਾਇਆ ਜਿਸ ਤਰ੍ਹਾਂ ਦੀ ਬਣਤਰ ਹੈ ਉਹਦੇ ਅਕੋਰਡਿੰਗਲੀ ਕੀ ਤੁਹਾਡੇ ਲਈ ਚੰਗਾ ਕੀ ਮਾੜਾ ਇਹ ਸਭ ਚੀਜ਼ਾਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਅੱਜ ਦੇ ਯੁੱਗ ਵਿੱਚ ਇੰਟਰਨੈਟ ਨੇ ਵੀ ਬਹੁਤ ਹੈਲਪ ਕੀਤੀ ਹੈ ਆਯੁਰਵੇਦ ਨੂੰ ਪ੍ਰਮੋਟ ਕਰਨ ਦੇ ਵਿੱਚ ਕਿਉਂਕਿ ਅੱਜ ਕੱਲ ਜਦੋਂ ਵੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਸਭ ਤੋਂ ਪਹਿਲਾਂ ਉਹਦੇ ਹੋਮ ਰੈਮੇਡੀਜ਼ ਦੇ ਵੱਲ ਜਾ ਕੇ YouTube ਖੋਲ ਲਈ ਉਹਦੇ ਤੇ ਸਰਚ ਮਾਰੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਹੋਮ ਰੈਮੇਡੀ ਟਰਾਈ ਕਰੀਏ ਰੈਦਰ ਦੈਨ ਕਿ ਅਸੀਂ ਮੈਡੀਸਿਨਸ ਵੱਲ ਜਾਈਏ ਮੈਨੂੰ ਲੱਗਦਾ ਕਿ ਆਯੁਰਵੇਦ ਨੇ ਇੰਟਰਨੈਟ ਨੂੰ ਪ੍ਰਮੋਟ ਕਰਨ ਚ ਹੈਲਪ ਕੀਤੀ ਹੈ ਇਟਸ ਅ ਵਾਈਸ ਐਂਡ ਵਰਸਾ ਰੀਜ਼ਨ ਇਜ਼ ਬੀਇੰਗ ਕਿ ਇੰਟਰਨੈਟ ਤੇ ਹੁਣ ਇੰਨੀ ਜੱਦੋ ਜਹਿਦ ਹੈ ਇੰਨੀ ਵੀਡੀਓਜ਼ ਦੀ ਲੋੜ ਪੈਂਦੀ ਹੈ ਪਰ ਉਹ ਨਵੇਂ ਟਾਕਸ ਨੂੰ ਲੱਭਦੇ ਰਹਿੰਦੇ ਆ ਕਿਉਂਕਿ ਲੋਕਾਂ ਦੀ ਡਿਮਾਂਡ ਹੈ ਵੇਖਣ ਦੀ ਲੋਕ ਇਸ ਚੀਜ਼ ਨੂੰ ਸਰਚ ਕਰਦੇ ਆ ਸੋ YouTube ਜਾਂ ਸੋਸ਼ਲ ਮੀਡੀਆ ਵਰਗੇ ਚੈਨਲ ਦੇ ਵਾਂਟ ਕਿ ਹਾਂ ਸਾਨੂੰ ਇਹ ਜਿਹਾ ਕੁਝ ਮਟੀਰੀਅਲ ਮਿਲੇ ਜੋ ਕਿ ਸਾਇੰਟਿਫਿਕ ਪ੍ਰੂਵਨ ਹੋਵੇ ਬਿਲਕੁਲ ਜਿਹਦਾ ਕੋਈ ਪ੍ਰੋਪਰ ਤਤਪਰਿਆ ਹੋਵੇ ਕਿ ਹਾਂ ਅਸੀਂ ਇਹਦੇ ਨਾਲ ਠੀਕ ਹੋ ਸਕਦੇ ਹਾਂ ਇਵਨ ਹੋਮ ਰੈਮੇਡੀਜ਼ ਜਾਂ ਅੱਜ ਕੱਲ੍ਹ ਜੋ ਮੈਂ ਦੇਖਿਆ ਹੈ ਇਵਨ ਸਾਡੇ ਜਿਹੜੇ ਘਰ ਦੇ ਵਿੱਚ ਹਾਊਸ ਵਾਈਫ ਜਾਂ ਹੋਮ ਮੇਕਰਸ ਹੈ ਉਹ ਘਰ ਦੇ ਵਿੱਚ ਬਹਿ ਕੇ ਵੀ ਨਾ YouTube ਤੇ ਅੱਜ ਕੱਲ ਦੇਖਦੀਆਂ ਕਿ ਆਯੁਰਵੇਦ ਦੇ ਤਰੀਕੇ ਨਾਲ ਖਾਣਾ ਕਿਵੇਂ ਪਕਾਉਣਾ ਬਿਲਕੁਲ ਇਹ ਪਹਿਲਾਂ ਨਹੀਂ ਹੁੰਦਾ ਸੀ ਕਿਉਂ ਕੁੱਕ ਰੈਸਿਪੀਜ਼ ਜਿਹੜੀਆਂ ਹੁੰਦੀਆਂ ਸੀ ਪਹਿਲਾਂ ਉਹ ਸੰਜੀਵ ਜੀ ਜਾਂ ਹੋਰ ਇਹ ਜਿਹੇ ਬੜੀ ਵਧੀਆ ਸ਼ੈਫਾਂ ਦੀ ਦੇਖੀ ਜਾਂਦੀ ਹੁਣ ਕੀ ਹੁੰਦਾ ਹੈ ਆਯੁਰਵੇਦ ਰੈਸਿਪੀ ਹੈ ਨਾ ਇਵਨ ਹੈਲਦੀ ਰੈਸਿਪੀ ਸੈਲਡ ਰੈਸਿਪੀ ਇਹ ਕਿੱਥੋਂ ਆਇਆ
ਇਹ ਕਿਉਂ ਇੰਨਾ ਚਲਨ ਵੱਧ ਗਿਆ? ਕਿਉਂਕਿ ਹਰ ਕੋਈ ਬੰਦਾ ਪਰੇਸ਼ਾਨ ਵੀ ਹੈ, ਅਵੇਅਰ ਵੀ ਹੈ ਆਪਣੀ ਹੈਲਥ ਨੂੰ ਲੈ ਕੇ। ਉਹਨੂੰ ਇਸ ਚੀਜ਼ ਦਾ ਅਹਿਸਾਸ ਹੋ ਰਿਹਾ ਹੈ ਕਿ ਮੈਂ ਜੇਕਰ ਅੱਜ ਇਸ ਚੀਜ਼ ਨੂੰ ਅਬਟੇਨ ਕਰ ਲਾਂ, ਸਬਸਟੇਨ ਕਰ ਲਾਂ, ਤਾਂ ਸ਼ਾਇਦ ਮੈਂ ਬਚ ਜਾਊਂਗਾ। ਬਿਲਕੁਲ। ਤੇ ਪਰ ਅੱਜ ਇਹ ਵੀ ਹੈ ਕਿ ਕੰਪੀਟੀਸ਼ਨ ਵੀ ਇੰਨਾ ਵੱਧ ਗਿਆ ਕਿ ਹੁਣ ਲੋਕੀ ਵੀ ਅਵੇਅਰ ਹੋ ਚੁੱਕੇ ਨੇ, ਕਿਉਂਕਿ ਪਹਿਲਾਂ ਲੋਕੀ ਜਾਂਦੇ ਸੀ ਡਾਕਟਰ ਦੇ ਕੋਲ, ਪੁੱਛਦੇ ਸੀ ਬਿਮਾਰੀ ਆ, ਡਾਕਟਰ ਨੇ ਮੈਡੀਸਨ ਲਿਖ ਕੇ ਦੇ ਦਿੱਤੀ ਤਾਂ ਚਲੋ ਲੈ ਕੇ ਆ ਗਏ ਘਰ। ਅੱਜ ਕੱਲ ਚਾਹੇ ਉਹਨੂੰ ਤੁਸੀਂ ਕਹਿ ਲਓ ਕਿ ਇੰਟਰਨੈਟ ਦੇ ਜ਼ਰੀਏ ਜ਼ਿਆਦਾ ਨੌਲੇਜ ਹੋ ਚੁੱਕੀ ਹੈ, ਜਾਂ ਫਿਰ ਉਹ ਕਹਿ ਲਓ ਕਿ ਆਯੁਰਵੇਦ ਦੇ ਵੱਲ ਉਹਨਾਂ ਦਾ ਜ਼ਿਆਦਾ ਝੁਕਾਅ ਹੋ ਚੁੱਕਿਆ। ਜਦੋਂ ਵੀ ਕੋਈ ਮੈਡੀਸਨ ਉਹਨਾਂ ਨੂੰ ਦਿੱਤੀ ਜਾਂਦੀ ਹੈ, ਪਹਿਲਾਂ ਤਾਂ ਇਹ ਦੇਖਦੇ ਆ ਕਿ ਕਿੰਨੇ mg ਦੀ ਉਹਨਾਂ ਦੀ ਮੈਡੀਸਨ ਹੈਗੀ ਆ, ਉਸ ਤੋਂ ਬਾਅਦ ਇਹ ਪੁੱਛਦੇ ਆ ਡਾਕਟਰ ਨੂੰ ਕਿ ਕਿੰਨੀ ਦੇਰ ਖਾਣੀ ਪੈਣੀ ਆ, ਲੌਂਗ ਟਰਮ ਤਾਂ ਨਹੀਂ ਸਾਨੂੰ ਖਾਣੀ ਪੈਣੀ। ਮਤਲਬ ਲੋਕੀ ਹੁਣ ਡਾਕਟਰਸ ਤੋਂ ਵੀ ਕੁਐਸਚਨਸ ਪੁੱਟ ਕਰਨ ਲੱਗ ਗਏ ਨੇ। ਨਹੀਂ ਦੇਖੋ, ਅੱਧਾ ਡਾਕਟਰ ਸਾਡਾ ਗੂਗਲ ਬਣਿਆ ਬੈਠਾ ਔਰ ਮੋਸਟਲੀ ਪੀਪਲ ਡੂ ਕਮ ਵਿਦ देयर ਓਨ ਕਹਿੰਦੇ ਰੈਮਡੀਜ਼ ਜਾਂ ਸਾਰਾ ਡਾਇਗਨੋਸ ਕਰਕੇ ਆਪਣੇ ਆਪ ਨਾ, ਮੈਨੂੰ ਜੀ ਆ ਹੋਇਆ, ਮੈਨੂੰ ਇਹ ਗੂਗਲ ਕਹਿ ਰਿਹਾ ਆ ਸਿੰਪਟਮ ਤੁਹਾਡੇ ਨਾਲ ਮਿਲਦੇ ਆ, ਤਾਂ ਮੈਨੂੰ ਆ ਚੀਜ਼ ਪੱਕਾ ਹੋ ਸਕਦੀ, ਤੁਸੀਂ ਪਲੀਜ਼ ਚੈੱਕ ਕਰੋਗੇ? ਬਿਕੋਜ਼ ਵੈਸੇ ਇਟ ਇਜ਼ ਵਨ ਇਜ਼ ਗੁੱਡ ਪਾਰਟ ਕਿ ਅਸੀਂ ਐਜ਼ ਅ ਡਾਕਟਰਸ, ਅਸੀਂ ਵੈਦਿਆਸ ਆਪਣੇ ਆਪ ਨੂੰ ਬਹੁਤ ਅਪਡੇਟ ਰੱਖਣਾ ਪੈਂਦਾ। ਕਿਉਂ? ਯੂ ਨੀਡ ਟੂ ਸੀ ਕਿ ਅੱਜ ਦੀ ਅਪਡੇਸ਼ਨ, ਅੱਜ ਤੁਸੀਂ ਜੇ ਪਿੱਛੇ ਰਹਿੰਦੇ ਹੋ ਤਾਂ ਤੁਹਾਨੂੰ ਕੱਲ ਆਨਸਰ ਦੇਣਾ ਸ਼ਾਇਦ ਔਖਾ ਹੋ ਜਾਂਦਾ ਜੀ। ਈਵਨ ਤੁਹਾਨੂੰ ਇਹਦੇ ਵਿੱਚ ਨੌਲੇਜ ਵਾਧਾ ਵੀ ਹੈ, ਤੁਹਾਡੀ ਆਪਣੀ ਕਾਇਆ, ਆਪਣੇ ਚੌਕਸ ਰਹਿੰਦੇ ਹੋ, ਠੀਕ ਰਹਿੰਦੇ ਹੋ। ਔਰ ਜੋ ਕਈ ਚੀਜ਼ਾਂ ਮੈਂ ਇਹ ਜ਼ਰੂਰ ਕਹਿਣਾ ਕਿ ਸੋਸ਼ਲ ਮੀਡੀਆ ਜਾਂ ਕੁਝ ਗੂਗਲਸ ਜਾਂ ਇਹ ਸਭ ਚੀਜ਼ਾਂ ਸ਼ਾਇਦ ਉਨਾ ਐਫੀਸ਼ੀਐਂਟਲੀ ਨਹੀਂ ਕਰਦੀਆਂ, ਕਿਉਂਕਿ ਹਰ ਤਰ੍ਹਾਂ ਦੇ ਲੋਕ ਉੱਥੇ ਆਪਣੇ ਆਪਣੀ ਚੀਜ਼ਾਂ ਕਮੈਂਟ ਕਰਦੇ ਹਨਾ। ਕਈ ਵਾਰ ਮਿਥ ਨੂੰ ਪ੍ਰਮੋਟ ਕੀਤਾ ਜਾਂਦਾ। ਆਯੁਰਵੇਦ ਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਬਹੁਤ ਸਾਰੇ ਮਿਥ ਹੈ ਜਿਹੜੇ ਅੱਜ ਤੱਕ ਪ੍ਰਮੋਟ ਹੋ ਰਹੇ ਹਨ, ਜਿਹਦੇ ਕਰਕੇ ਲੋਕ ਆਯੁਰਵੇਦ ਨੂੰ ਅਪਣਾਉਣ ਲਈ ਕਤਰਾਉਂਦੇ ਹੈ ਜੀ। ਔਰ ਉਹ ਮਿਥ ਕੀ ਹੈ? ਜਿਵੇਂ ਤੁਸੀਂ ਕਹਿ ਕੇ ਹਟੇ ਹੋ, ਕੁਇਕ ਰਿਲੀਫ ਨਹੀਂ ਮਿਲਦਾ ਜੀ, ਹਨਾ। ਜਾਂ ਤੁਸੀਂ ਕਹਿੰਦੇ ਹੋ ਕਿ ਸਾਡੀ ਦਵਾਈਆਂ ਦੇ ਵਿੱਚ ਉਹ ਬਣਤਰ ਇੰਨੀ ਵਧੀਆ ਨਹੀਂ ਹੈ, ਕਾਲੀ ਕਾਲੀ ਗੋਲੀਆਂ ਜਾਂ ਮੈਡੀਸਿਨਸ ਨੂੰ ਲੈ ਕੇ ਵੀ ਲੋਕਾਂ ਦੇ ਮਨ 'ਚ ਬਹੁਤ ਹੁੰਦਾ ਹੈ ਕਿ ਇਹਨਾਂ ਵਿੱਚ ਕੀ ਪਾਇਆ ਹੋਏਗਾ, ਕੀ ਨਹੀਂ ਪਾਇਆ ਹੋਏਗਾ। ਮਤਲਬ ਇਹਦੇ ਵਿੱਚ ਇਹਦੀ ਡੈਫੀਨੇਸ਼ਨ ਇਹ ਕਿੱਥੋਂ ਬਣ ਕੇ ਆਈਆਂ। ਬਿਲਕੁਲ। ਪਰ ਉਹਦੇ ਵੀ ਇਸ ਵਾਸਤੇ ਤੁਹਾਨੂੰ ਇੱਕ ਚੰਗੇ ਵੈਦ ਦੀ ਲੋੜ ਹੈ, ਇੱਕ ਚੰਗੇ ਸੈਂਟਰ ਦੀ ਲੋੜ ਹੈ ਜਿਹੜਾ ਕਿ ਬ੍ਰਾਂਡਡ ਚੀਜ਼ਾਂ ਨੂੰ ਪ੍ਰਮੋਟ ਕਰ ਰਿਹਾ ਹੋਵੇ, ਜਿਹੜਾ ਖੁਦ ਬਣਾਉਂਦਾ ਵੀ ਹੋਵੇ। ਕਿਉਂਕਿ ਆਯੁਰਵੇਦ ਦੇ ਵਿੱਚ ਨਾ ਜੀ ਕੋਈ ਵੀ ਰॉ ਮਟੀਰੀਅਲ ਜਾਂ ਕੋਈ ਮੈਡੀਸਨ ਦੀ ਐਫੀਸ਼ੀਐਂਸੀ ਇਹ ਤੇ ਆਧਾਰ ਹੁੰਦਾ ਕਿ ਬਣੀ ਕਿਵੇਂ ਜੀ। ਜੇ ਉਹਦਾ ਪ੍ਰੋਪਰ ਸ਼ੋਧਨ ਜਾਂ ਉਹਨੂੰ ਪ੍ਰੋਪਰ ਪਿਊਰੀਫਾਈ ਕਰਕੇ ਸੁਕਾ ਕੇ ਨਾ ਬਣਾਈ ਗਈ ਹੈ ਤਾਂ ਉਹਦਾ ਕੋਈ ਮੁੱਲ ਨਹੀਂ ਹੈ ਜੀ। ਕਰਨ ਜੀ, ਅਸੀਂ ਜਿਵੇਂ ਪਹਿਲਾਂ ਵੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਤੇ ਤੁਸੀਂ ਮੈਨੂੰ ਬੜਾ ਦੱਸਿਆ ਸੀਗਾ ਕਿ ਤੁਹਾਨੂੰ ਮਾਡਰਨ ਸਾਇੰਸ ਦੇ ਬਾਰੇ ਵੀ ਤੁਹਾਨੂੰ ਮਾੜਾ ਮੋਟਾ ਪੜ੍ਹਨਾ ਪਿਆ। ਕਿਉਂ ਜ਼ਰੂਰੀ ਹੁੰਦਾ ਹੈ ਕਿ ਆਯੁਰਵੇਦ ਡਾਕਟਰ ਨੂੰ ਪਹਿਲਾਂ ਤੁਸੀਂ ਮਾਡਰਨ ਟੈਕਨੀਕਸ ਨੂੰ ਵੀ ਪੜ੍ਹਨਾ ਕਿਉਂ ਜ਼ਰੂਰੀ ਹੁੰਦਾ ਹੈ? ਦੇਖੋ ਜੀ, ਮੈਂ ਇਹ ਤਾਂ ਬੜਾ ਨਾਜ਼ੁਕ ਸਬਜੈਕਟ ਵੀ ਹੈ। ਅਸੀਂ ਫਸਟ ਈਅਰ ਜਦ ਦਾਖਲਾ ਲੈਂਦੇ ਆ ਤਾਂ ਸਾਨੂੰ ਬੀਡੀ ਚੁਰੱਸੀਆ ਐਨਾਟਮੀ ਦੀ ਪੜ੍ਹਨੀ ਪੈਂਦੀ ਹੈ ਜੀ। ਜੋ ਐਮਬੀਬੀਐਸ ਡਾਕਟਰ ਵੀ ਪੜ੍ਹ ਰਿਹਾ ਹੁੰਦਾ ਉਹ 5.5 ਸਾਲ ਦਾ ਕੋਰਸ ਕਰਦਾ, ਸਾਡਾ ਵੀ 5.5 ਸਾਲ ਦਾ ਕੋਰਸ ਹੈ, ਸਾਨੂੰ ਵੀ ਉਨਾ ਟਾਈਮ ਲੱਗ ਰਿਹਾ। ਪਰ ਅਸੀਂ ਕੰਪੈਰੀਟਿਵ ਸਟੱਡੀ ਕਰਦੇ ਹਾਂ। ਮੀਨਸ ਉਹਦਾ ਕਾਰਨ ਕੀ ਹੈ ਕਿ ਸਮਾਜ ਦੇ ਵਿੱਚ ਅੱਜ ਉਹ ਤਬਕਾ ਹੈਗਾ ਜੋ ਪਹਿਲਾਂ ਉੱਥੋਂ ਮਤਲਬ ਨਿਰਾਸ਼ ਹੋ ਕੇ ਜਾਂ ਆਪਣੇ ਆਪ ਨੂੰ ਪ੍ਰੋਪਰ ਸਪੋਇਲ ਕਰਾ ਕੇ ਫਿਰ ਇੱਕ ਅਲਟਰਨੇਟਿਵ ਰਾਹ ਲੱਭਦਾ ਹੈ ਨਾ। ਤਾਂ ਹੀ ਸਾਨੂੰ ਨਾ ਮਾਡਰਨ ਨਾਮ ਦਿੱਤਾ ਹੈ ਅਲਟਰਨੇਟਿਵ ਥੈਰੇਪੀ ਔਰ ਟ੍ਰੀਟਮੈਂਟ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਦੇ ਆਰ ਅਲਟਰਨੇਟਿਵ ਬਿਕੋਜ਼ ਜਿਸ ਨਾਲ ਤੁਹਾਡੀ ਕਾਇਆ ਬਣੀ ਹੈ ਉਹ ਤੁਹਾਡੇ 5 ਤੱਤਵ ਔਰ 5 ਕਰਮ, ਈਵਨ ਕਿ ਜਿਹੜੇ ਤੁਹਾਡੇ ਧਾਤੂ ਹੈ, ਤੁਸੀਂ ਉਹਨੂੰ ਝੁਠਲਾ ਨਹੀਂ ਸਕਦੇ ਜੀ। ਚਾਹੇ ਉਹ ਹਿੰਦੂਜ਼ਮ ਹੈ, ਚਾਹੇ ਤੁਹਾਡਾ ਗੁਰਸਿੱਖੀ ਹੈ, ਹਰ ਇੱਕ ਸ਼ਾਸਤਰ ਦੇ ਵਿੱਚ ਜੋ ਡੈਫੀਨੇਸ਼ਨ ਇੱਕ ਕਾਇਆ ਦੀ ਬੋਡੀ ਦੀ ਹੈ ਉਹੀ ਆਯੁਰਵੇਦ ਚ ਡੈਫੀਨੇਸ਼ਨ ਹੈ ਜੀ। ਸੋ ਸਾਨੂੰ ਕੀ ਹੈ, ਇਹ ਸਾਨੂੰ ਕੰਪੈਰੀਟਿਵ ਪੜ੍ਹਨਾ ਪੈਂਦਾ ਹੈ। ਈਵਨ ਸੈਕੰਡ ਈਅਰ ਚ ਵੀ ਸਾਡੇ ਇਹੋ ਜਿਹੇ ਸਬਜੈਕਟ ਹੁੰਦੇ ਹਨ ਜੋ ਟੌਕਸੀਲੋਜੀ ਹੈ, ਸਾਡਾ ਅਗਤ ਤੰਤਰ ਹੈ, ਉਸ ਲਈ ਪੜ੍ਹਨੇ ਪੈਂਦੇ ਆ ਕਿ ਸਮਾਜ ਨੂੰ ਉਹਨਾਂ ਦੇ ਤਰੀਕੇ ਨਾਲ ਆਨਸਰ ਦੇ ਸਕੀਏ ਜੀ। ਤੇ ਤੁਹਾਡੇ ਕੋਲ ਜਿਵੇਂ ਨਾ ਮੈਂ ਤੁਹਾਡੀਆਂ ਵੀਡੀਓਜ਼ ਵੀ ਦੇਖ ਰਹੀ ਸੀ ਫੇਸਬੁੱਕ ਦੇ ਉੱਤੇ, ਤੇ ਕਈ ਤੁਹਾਡੇ ਕੋਲ ਫੋਰਨ ਦੇ ਵੀ ਆਏ ਸੀ ਪੇਸ਼ੈਂਟਸ, ਤੁਸੀਂ ਉਹਨਾਂ ਨੂੰ ਵੀ ਕਿਉਰ ਕੀਤਾ, ਤੇ ਕੁਝ ਅਜਿਹੇ ਵੀ ਸੀਗੇ ਜਿਹੜੇ ਖੁਦ ਪੀਜੀਆਈ ਦੇ ਡਾਕਟਰ ਸੀਗੇ ਤੇ ਤੁਹਾਡੇ ਕੋਲ ਆਏ ਨੇ। ਜਦੋਂ ਐਵੇਂ ਦੇ ਐਲੋਪੈਥੀ ਦੇ ਡਾਕਟਰਸ ਖੁਦ ਆ ਕੇ ਆਯੁਰਵੇਦ ਵਾਲਿਆਂ ਕੋਲ ਆਉਂਦੇ ਨੇ ਟ੍ਰੀਟਮੈਂਟ ਕਰਵਾਉਣ ਲਈ, ਕੀ ਉਹਨਾਂ ਦਾ ਰਿਐਕਸ਼ਨ ਹੁੰਦਾ? ਤੇ ਉਸ ਤੋਂ ਬਾਅਦ ਜਦੋਂ ਕੋਈ ਉਹਨਾਂ ਦਾ ਡਿਜ਼ੀਜ਼ ਕਿਉਰ ਹੁੰਦਾ ਤਾਂ ਉਹਨਾਂ ਦਾ ਉਸ ਤੋਂ ਬਾਅਦ ਕੀ ਰਿਐਕਸ਼ਨ ਹੁੰਦਾ? ਦੇ ਆਰ ਵੈਰੀ ਕਾਈਂਡ ਪੀਪਲ ਜੀ। ਮੈਂ ਦੇਖੋ, ਮੈਂ ਇੱਥੇ ਆਪਾਂ ਕੋਈ ਵੀ ਸਾਇੰਸ ਨੂੰ ਮੈਂ ਕਹਿਣਾ ਕਿ ਜਿਹੜੀ ਮਨੁੱਖਤਾ ਵਾਸਤੇ ਲੋੜਮੰਦ ਹੈ ਤੇ ਜ਼ਰੂਰਤਮੰਦ ਹੈ ਉਹਨੂੰ ਹਮੇਸ਼ਾ ਪ੍ਰਮੋਟ ਕਰਨਾ ਚਾਹੀਦਾ ਹੈ। ਕੁਝ ਲਿਮਿਟੇਸ਼ਨਸ ਆਯੁਰਵੇਦ ਦੀਆਂ, ਕੁਝ ਲਿਮਿਟੇਸ਼ਨ ਐਲੋਪੈਥੀ ਦੀਆਂ। ਸਾਨੂੰ ਆਪਣੀ ਆਪਣੀ ਲਿਮਿਟੇਸ਼ਨਸ ਨੂੰ ਲੈ ਕੇ ਚੱਲਣਾ ਚਾਹੀਦਾ। ਸਾਨੂੰ ਕਿਸੇ ਨੂੰ
ਜਿਵੇਂ ਸਾਡੇ ਕੋਲ ਪੇਸ਼ੈਂਟ ਆਵੇ ਨਾ ਤੇ ਸਾਨੂੰ ਉਹਨੂੰ ਇਹ ਗੁੰਮਰਾਹ ਨਹੀਂ ਕਰਨਾ ਚਾਹੀਦਾ ਕਿ ਨਹੀਂ ਐਲੋਪੈਥੀ ਗੰਦੀ ਹੈ। ਈਵਨ ਐਲੋਪੈਥ ਡਾਕਟਰਸ ਨੂੰ ਵੀ ਗੁੰਮਰਾਹ ਨਹੀਂ ਕਰਨਾ ਚਾਹੀਦਾ ਕਿ ਆਯੁਰਵੇਦ ਨਾ ਆਯੁਰਵੇਦ ਕਿੱਥੇ ਵੜ ਗਏ ਜੀ, ਆਯੁਰਵੇਦ ਤੁਹਾਨੂੰ ਖਰਾਬ ਕਰੇ, ਕਿਡਨੀ ਫੇਲ ਕਰ ਦੇਗੀ। ਇਹ ਅਕਸਰ ਹੁੰਦਾ ਹੈ, ਇਹ ਸਮਾਜ ਦਾ ਉਹ ਪਾਰਟ ਹੈ ਜੋ ਅਕਸਰ ਅਸੀਂ ਭੁਗਤਦੇ ਹਾਂ ਔਰ ਸਾਨੂੰ ਕਈ ਵਾਰ ਫੀਲ ਹੁੰਦਾ ਹੈ ਕਿ ਦੇ ਡੋਂਟ ਈਵਨ ਐਨਾਲਾਈਜ਼ ਦ ਥਿੰਗਸ, ਔਰ ਉਹ ਟਿੱਪਣੀ ਕਰ ਰਹੇ ਜਿਸ ਵਿਅਕਤੀ ਨੇ ਉਸ ਰਾਹ ਤੇ ਚੱਲ ਕੇ ਦੇਖਿਆ ਉਹ ਤੁਹਾਨੂੰ ਦੱਸ ਰਿਹਾ ਕਿ ਉਹ ਰਾਹ ਐ ਚੱਲਦਾ, ਗਲਤ ਹੈ, ਬਿਲਕੁਲ ਮੀਨਸ ਹਾਊ ਇਟ ਇਜ਼ ਪੋਸੀਬਲ। ਬਿਲਕੁਲ। ਔਰ ਇੱਕ ਬੰਦੇ ਨੂੰ ਜੇ ਤੁਸੀਂ ਐ ਗਿਆਨ ਦਿੰਦੇ ਹੋ, ਗਲਤ ਗਿਆਨ ਦਿੰਦੇ ਹੋ, ਸ਼ਾਇਦ ਇੱਕ ਬੰਦਾ 10 ਨਹੀਂ 100 ਬੰਦਿਆਂ ਨੂੰ ਗਿਆਨ ਦਿੰਦਾ। ਤੁਹਾਡੇ ਕੋਲ ਜਿਵੇਂ ਪੇਸ਼ੈਂਟਸ ਆਉਂਦੇ ਨੇ, ਸਭ ਤੋਂ ਜ਼ਿਆਦਾ ਕਿਹੜੇ ਪੇਸ਼ੈਂਟਸ ਆਉਂਦੇ ਨੇ, ਕਿਹੜੀ ਬਿਮਾਰੀ ਦੇ ਜ਼ਿਆਦਾ ਪੇਸ਼ੈਂਟਸ ਆਉਂਦੇ ਨੇ? ਦੇਖੋ ਜੀ, ਜ਼ਿਆਦਾਤਰ ਨਾ ਅੱਜ ਕੱਲ ਬੜੀ ਪ੍ਰੋਬਲਮ ਹੈ, ਅਸੀਂ ਇਹਨੂੰ ਲਾਈਫਸਟਾਈਲ ਡਿਸਆਰਡਰਸ ਕਹਿੰਦੇ ਆ, ਚਾਹੇ ਉਹ ਥਾਇਰਾਇਡ ਹੈ, ਚਾਹੇ ਬਲੱਡ ਪ੍ਰੈਸ਼ਰ ਹੈ, ਚਾਹੇ ਨਿਊਰੋ ਦੇ ਹੈ। ਜਿਵੇਂ ਨਰਵਸ ਸਿਸਟਮ, ਹੁਣ ਠੰਡ ਆ ਗਈ ਹੈ, ਲੋਕਾਂ ਦੇ ਜੋੜਾਂ ਦਾ ਦਰਦ ਵੱਧ ਗਿਆ, ਬਿਲਕੁਲ ਡਰਾਈਨੈਸ ਵੱਧ ਗਈ, ਜਕੜਨ ਹੈ, ਨਮਨੈਸ ਹੈ ਬਾਡੀ ਦੇ ਵਿੱਚ, ਸਵੇਰੇ ਉੱਠ ਕੇ ਮਾਰਨਿੰਗ ਸਟਿਫਨੈਸ ਹੈ, ਉਹ ਸਾਰੀ ਜਿਹੜੀ ਚੀਜ਼ਾਂ ਹੈ ਉਹ ਸਾਡੀ ਲਾਈਫਸਟਾਈਲ ਖਾਣ ਪੀਣ ਨਾਲ ਜੁੜੀਆਂ ਹੋਈਆਂ। ਮੀਨ ਸਾਡੀ ਬਾਡੀ ਦਾ ਇਮਿਊਨ ਸਿਸਟਮ, ਰੋਗ ਪ੍ਰਤੀਰੋਧਕ ਸ਼ਕਤੀ ਜਿਹੜੀ ਹੈ ਉਹ ਡੈਫੀਸ਼ੀਏਟ ਹੋ ਰਹੀ ਹੈ, ਉਹ ਘਟ ਰਹੀ ਹੈ ਜੀ। ਤੋ ਇਹਨਾਂ ਚੀਜ਼ਾਂ ਦੇ ਜ਼ਿਆਦਾ ਪੇਸ਼ੈਂਟ ਆਉਂਦੇ ਆ। ਜਿਵੇਂ ਹੁਣ ਪੋਲਿਊਸ਼ਨ ਹੈ, ਜਾਂ ਅੱਗੇ ਹੁਣ ਦੀਵਾਲੀ ਆਏਗੀ ਤਾਂ ਥੋੜਾ ਪੋਲਿਊਸ਼ਨ ਹੋ ਗਿਆ, ਦੁਸ਼ਹਿਰੇ ਤੇ ਹੋਇਆ ਹੈ ਨਾ, ਸੋ ਐਜ਼ਮਾ, ਜਿਨ੍ਹਾਂ ਦੇ ਨੇਜ਼ਲ ਬਲੌਕੇਜ ਹੈ, ਸਾਈਨੋਸਾਈਟਸ। ਇਹ ਮੈਂ ਅਗਰ ਅੱਜ ਦੀ ਗੱਲ ਕਰਾਂ, ਪਿਛਲੇ 10 ਦਿਨ ਤੋਂ ਲੈ ਕੇ ਸ਼ਾਇਦ ਅਗਲੇ 10 ਦਿਨ ਤੱਕ ਮੇਰੇ ਕੋਲ ਜਿੰਨੇ ਨੇਜ਼ਲ ਬਲੌਕੇਜ ਦੇ ਪੇਸ਼ੈਂਟ ਹੈ, ਅਪਰ ਰੈਸਪੀਰੇਟਰੀ ਦੇ ਪੇਸ਼ੈਂਟ ਹੈ, ਉਹ ਜ਼ਿਆਦਾ ਹੈ। ਕਿਉਂ? ਮੌਸਮ ਚੇਂਜ ਹੋਇਆ, ਇੱਕ ਮੌਸਮ ਤੋਂ ਦੂਜੀ ਮੌਸਮ 'ਚ ਆਪਾਂ ਐਂਟਰ ਹੋਏ ਹਾਂ ਜੀ। ਉਹਦੇ ਕਰਕੇ ਸਾਡਾ ਜਿਹੜਾ ਬਾਡੀ ਹੈ, ਕਾਇਆ ਹੈ, ਜਿਹਨੇ ਤਾਂ ਬਹੁਤ ਅੱਛੀ ਹੈ ਜਾਂ ਇਮਿਊਨ ਸਿਸਟਮ ਅੱਛਾ ਹੈ, ਉਹ ਤਾਂ ਇਹਨੂੰ ਅਡੈਪਟ ਕਰ ਲੈਂਦੇ। ਜਿਹਦਾ ਇਮਿਊਨ ਸਿਸਟਮ ਥੋੜਾ ਲੋ ਹੈ, ਉਹ ਆਪਾਂ ਫਿਰ ਕਦੇ ਛਿੱਕਾਂ ਆ ਰਹੀਆਂ ਜੀ, ਕਦੇ ਅੱਖਾਂ 'ਚੋਂ ਪਾਣੀ ਆ ਰਿਹਾ ਜੀ, ਕਦੇ ਸਾਡੀ ਆਵਾਜ਼ ਬਹਿ ਗਈ ਜੀ, ਇਹ ਸਾਰਾ ਕੁਝ ਸਾਡੇ ਨਾਲ ਹੁੰਦਾ। ਕਰਨ ਜੀ, ਜਿਵੇਂ ਅਸੀਂ ਗੱਲ ਕਰਾਂ ਇਮਿਊਨਿਟੀ ਸਿਸਟਮ ਦੀ, ਤੇ ਖਾਸ ਤੌਰ ਤੇ ਦੇਖਿਆ ਗਿਆ ਕਿ ਮੇਲਸ ਦੇ ਮੁਕਾਬਲੇ ਫੀਮੇਲਸ ਜਿਹੜੀਆਂ ਨੇ ਆਫਟਰ 30 ਜਾਂ 30+, ਉਹਨਾਂ ਨੂੰ ਬਿਮਾਰੀਆਂ ਜ਼ਿਆਦਾ ਜਲਦੀ ਜਿਹੜੀਆਂ ਘੇਰਨ ਲੱਗ ਜਾਂਦੀਆਂ ਨੇ। ਕੀ ਰੀਜ਼ਨ ਹੈ ਇਹਦਾ? ਕਿ ਫੀਮੇਲਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਮਿਊਨਿਟੀ ਸਿਸਟਮ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਜਾਂ ਕੀ ਸਿਸਟਮ ਹੈ ਇਹਦਾ? ਨਹੀਂ, ਐਸਾ ਨਹੀਂ ਜੀ। ਇਮਿਊਨ ਸਿਸਟਮ ਫੀਮੇਲਸ ਦਾ ਇੱਕ ਰੱਬ ਵੱਲੋਂ ਇੱਕ ਅਸੂਲ ਹੀ ਹੈ ਕਿ ਆਮ ਤੌਰ ਤੇ ਬਾਡੀ ਬਿਲਡ ਤੇ ਬੋਨਸ ਦੀ ਡੈਂਸਿਟੀ ਜਿਹੜੀ ਹੈ ਉਹ ਮੇਲਸ ਦੇ ਵਿੱਚ ਜ਼ਿਆਦਾ ਵਧੀਆ ਹੁੰਦੀ ਹੈ, ਥੋੜੀ ਐਜ਼ ਕੰਪੇਅਰ ਟੂ ਫੀਮੇਲਸ ਦੇ ਘੱਟ ਹੁੰਦੀ ਹੈ। ਦੂਸਰਾ, ਫੀਮੇਲਸ ਦੇ ਵਿੱਚ ਜਿਹੜੇ ਕਿ ਹਾਰਮੋਨਲ ਚੇਂਜਸ ਹੈ ਨਾ, ਆਪਾਂ ਇਹ ਕਹਿਣਾ ਸੌਖਾ ਨਹੀਂ ਹੈ, ਜਿੰਨੀ ਵੀ ਉਹ ਹਾਰਮੋਨਲ ਚੇਂਜਸ ਹੈ ਉਹ ਸਾਰੀਆਂ ਚੀਜ਼ਾਂ ਤੁਹਾਡੇ ਲਾਈਫ ਸਾਈਕਲ ਨੂੰ ਖਰਾਬ ਵੀ ਕਰਦੀਆਂ, ਚੰਗਾ ਵੀ ਕਰਦੀਆਂ। ਜਿਵੇਂ ਈਵਨ ਮੈਂ ਕਹਾਂ ਸਟ੍ਰੈਸ, ਜਿੰਨੀ ਐਂਜ਼ਾਈਟੀ ਸਟ੍ਰੈਸ ਦੀ ਟੈਂਡੈਂਸੀ ਫੀਮੇਲਸ 'ਚ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਮੇਲਸ। ਪਰ ਉਹ ਸਟ੍ਰੈਸ ਅੱਗੇ ਲੀਡ ਕਿਹਨੂੰ ਕਰਦਾ ਹੈ? ਵਾਯੂ ਵਿਕਾਰਾਂ ਨੂੰ, ਵਾਤ ਵਿਕਾਰਾਂ ਨੂੰ, 에ਅਰ ਐਲੀਮੈਂਟ ਨੂੰ। ਤਾਂ ਹੀ ਫੀਮੇਲ ਦੇ ਵਿੱਚ ਜਲਦੀ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਹਨ, ਮੇਲ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਮੇਲਸ ਇਮੋਸ਼ਨਲੀ ਸਟਰੋਂਗ ਹੁੰਦਾ ਐਜ਼ ਕੰਪੇਅਰ ਟੂ ਫੀਮੇਲ। ਇਮੋਸ਼ਨਲੀ ਬੌਂਡਿੰਗ, ਮਮਤਾ, ਉਹ ਸਭ ਸ਼ਬਦ ਜਿਹੜੇ ਫੀਮੇਲ ਵੱਲ ਜ਼ਿਆਦਾ ਹੈ। ਸੋ 에ਅਰ ਐਲੀਮੈਂਟ ਜ਼ਿਆਦਾ ਹੋਣ ਕਰਕੇ ਜਾਂ ਉਹ ਘਟਾਉਣ ਜਾਂ ਵਧਾਉਣ ਕਰਕੇ ਬਿਮਾਰੀਆਂ ਦੀ ਉਪਜ ਹੁੰਦੀ ਹੈ। ਨਾਲ ਦੀ ਨਾਲ ਅੱਜ ਕੱਲ੍ਹ ਲਾਈਫ ਸਟਾਈਲ ਇਹੋ ਜਿਹਾ ਹੈ ਕਿ ਸਾਡੇ PCOD, PCOS, ਏਮੈਨੋਰੀਆ, ਡਿਸਮੈਨੋਰੀਆ, ਇਹ ਸਾਰੀ ਚੀਜ਼ਾਂ ਇੱਕ ਬੜੀ ਫ੍ਰੀਕੁਐਂਟਲੀ ਹੋਣ ਲੱਗ ਗਈਆਂ। ਮੇਰੇ ਖਿਆਲ ਨਾਲ ਮੈਨੂੰ ਅੱਜ ਵੀ ਇੱਕ ਪੇਸ਼ੈਂਟ ਪੁੱਛ ਰਿਹਾ ਸੀ, ਯੰਗ ਪੇਸ਼ੈਂਟ ਸੀਗਾ, ਸ਼ੀ ਸੈਡ ਕਿ ਮੈਨੂੰ ਸਮਝ ਨਹੀਂ ਆਉਂਦੀ, ਮੈਂ ਉਹਨੂੰ PCOD ਉਹ ਸੀਗਾ ਤੇ PCOD ਮੈਂ ਉਹਨੂੰ ਪੁੱਛਿਆ, ਸਰ ਕਹਿੰਦੇ ਇਹ ਤਾਂ ਬੜੇ ਆਫਨ ਹੈ। ਮਤਲਬ ਮੇਰੇ ਜੇ ਮੈਂ ਫਰੈਂਡ ਸਰਕਲ 'ਚ ਕਰਾਂਗਾ ਤਾਂ ਵੀ ਟਾਕ ਕਿ ਹਾਂ PCOD ਓਕੇ ਹੋ ਜਾਏਗਾ, ਨਾਰਮਲ ਨੂੰ ਟਰਮ ਨੂੰ ਲੈ ਆਇਆ। ਜਸਟ ਇਮੇਜਿਨ ਕਿ ਸਾਡੀ ਜਿਹੜੀ ਸੋਚ ਹੈ ਕਿੰਨੀ ਦੂਸ਼ਿਤ ਹੋ ਚੁੱਕੀ ਹੈ। ਜਿਹੜੀ ਪ੍ਰੋਬਲਮ ਜਿਹੜੀ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਸ਼ਾਇਦ ਕਿਸੇ 10 ਚੋਂ 1 ਜਣੇ ਨੂੰ ਹੁੰਦੀ ਸੀ, ਅੱਜ ਉਹ 7 ਜਣਿਆਂ ਨੂੰ ਹੈ। ਜੋ ਲਾਈਫ ਸਪੈਨ ਸਾਡੇ ਬਜ਼ੁਰਗਾਂ ਦਾ 90 ਸਾਲ 100 ਸਾਲ ਸੀ ਈਜ਼ੀਲੀ, ਔਰ ਕੋਈ ਉਹ ਨਹੀਂ ਕਿ ਉਹ ਕਾਸੀ ਮੁਸ਼ੱਕਤ ਕਰਦੇ ਸੀ 100 ਸਾਲ ਦੀ, ਨੋ, ਨਾਰਮਲ ਜੀਵਨ 90-100 ਸਾਲ ਦਾ ਸੀ, ਜੋ ਅੱਜ ਸਪੈਨ 60 ਤੋਂ 70 ਸਾਲ ਦਾ ਹੋ ਗਿਆ। ਕੀ ਫਿਰ ਇਹ ਕਹਿ ਸਕਦੇ ਕਿ ਜਿਹੜੀਆਂ ਅੱਜ ਸਾਨੂੰ ਫੈਸਿਲਿਟੀਆਂ ਮਿਲ ਰਹੀਆਂ ਨੇ ਉਹਦੇ ਕਰਕੇ ਜਿਹੜਾ ਸਾਡਾ ਲਾਈਫ ਸਪੈਨ ਉਹ ਘਟਦਾ ਜਾ ਰਿਹਾ? ਨਹੀਂ, ਅਸੀਂ ਮਾਡਰਨ ਹੋ ਰਹੇ ਹਾਂ ਜੀ, ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਹਾਈਟੈਕ ਸਮਝਦੇ ਹਾਂ। ਆਈ ਥਿੰਕ ਜਿੰਨੀ ਅਸੀਂ ਹਾਈਟੈਕ ਵੱਲ ਜਾ ਰਹੇ ਹਾਂ, ਇਹ ਚੰਗੀ ਗੱਲ ਹੈ ਕਿ ਅਸੀਂ ਹਾਈਟੈਕ ਹੋ ਰਹੇ ਹਾਂ, ਸਾਨੂੰ ਹਰ ਇੱਕ ਚੀਜ਼ ਇੱਕ ਫਿੰਗਰ ਪ੍ਰਿੰਟ ਤੇ ਸਭ ਕੁਝ ਮਿਲ ਜਾਂਦਾ, ਪਰ ਸਾਨੂੰ ਆਪਣੀ ਕਾਇਆ ਨੂੰ ਜਾਂ ਆਪਣੇ ਆਪ ਨੂੰ ਥੋੜਾ ਜਿਹਾ ਉਹ ਚੀਜ਼ਾਂ ਨਾਲ ਜੋੜ ਕੇ ਰੱਖਣ ਦੀ ਲੋੜ ਹੈ, ਜਾਂ ਅੱਜ ਦੀ ਲੋੜ ਹੈ। ਉਹ ਸਾਨੂੰ ਇਹ ਪਤਾ ਲੱਗੇ ਕਿ ਗੁੜ ਦਾ ਕੀ ਫਾਇਦਾ ਹੈ, ਹਨਾ। ਸਾਨੂੰ ਇਹ ਪਤਾ ਹੈ ਕਿ ਚਾਕਲੇਟ ਕਿਹੜੀ ਵਧੀਆ ਹੈ, ਸਾਨੂੰ ਪਰ ਇਹ ਨਹੀਂ ਪਤਾ ਗੁੜ ਕਿੱਥੋਂ ਮਿਲਣਾ ਤੇ ਕਿੱਥੋਂ ਵਧੀਆ ਸੋਰਸ ਹੈ।
ਸਾਨੂੰ ਇਹ ਪਤਾ ਹੈ ਕਿ ਰਿਫਾਈਨਡ ਆਇਲ ਜਾਂ olive oil ਸਾਨੂੰ ਲੈ ਕੇ ਆਉਣਾ ਹੈ, ਸਾਡੀ ਗਰੋਸਰੀ ਲਿਸਟ 'ਚ ਸਭ ਤੋਂ ਪਹਿਲਾਂ ਲਿਖਿਆ ਹੋਏਗਾ। ਪਰ ਦੇਸੀ ਘਿਓ ਲਈ ਅਸੀਂ ਕਤਰਾਉਂਦੇ ਆ, ਕਿਉਂਕਿ ਡਾਕਟਰ ਨੇ ਕਿਹਾ ਹੋਇਆ ਕਿ ਹਾਰਟ ਬਲੌਕ ਹੋ ਜਾਂਦਾ, ਸਾਡੀ ਨਸਾਂ ਕਮਜ਼ੋਰ ਹੋ ਜਾਂਦੀਆਂ। ਪਰ ਇਹ ਗਲਤ ਹੈ ਜੀ, ਇਹੋ ਜਿਹਾ ਕੁਛ ਨਹੀਂ ਹੁੰਦਾ। ਇੱਕ ਗਊ ਦਾ ਘਿਓ ਜਾਂ ਗਊ ਦਾ ਮਿਲਕ ਤੁਹਾਨੂੰ ਇਹੋ ਜਿਹਾ ਕੋਈ ਪ੍ਰੋਬਲਮ ਨਹੀਂ ਕਰਦਾ। ਜੋ ਇਹ ਸਾਰੇ ਮਿੱਥ ਹੈ, ਇਹ ਸਮਾਜ ਦੇ ਉਹ ਮਿੱਥ ਹੈ ਜਿਹਨੂੰ ਜਦ ਤੱਕ ਤੁਹਾਡੇ ਵਰਗੇ ਚੈਨਲ ਜਾਂ ਅਸੀਂ ਰਵਾਂਗੇ, ਕੋਸ਼ਿਸ਼ ਇਹੀ ਕਰਾਂਗੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਈਏ, ਔਰ ਇਹ ਅਪਣਾਉਣਗੇ ਤਾਂ ਉਹਨੂੰ ਸਮਝ ਵੀ ਆ ਜਾਏਗਾ ਕਿ ਹਾਂ, ਅਹਿਸਾਸ ਹੋਏਗਾ ਕਿ ਸਾਡੇ ਲਈ ਦੇਸੀ ਘਿਓ ਇਜ਼ ਮੋਰ ਇੰਪੋਰਟੈਂਟ ਦੈਨ ਐਨੀ ਅਦਰ ਥਿੰਗਸ। ਬਿਲਕੁਲ। ਜਿਵੇਂ ਗੱਲ ਕਰੀਏ, ਅਸੀਂ ਫੀਮੇਲਸ ਦੀ ਗੱਲ ਕਰ ਰਹੇ ਸੀ, ਮੇਰੀਆਂ ਬਹੁਤ ਸਾਰੀਆਂ ਫੀਮੇਲ ਦਰਸ਼ਕਾਂ ਵੀ ਦੇਖ ਰਹੇ ਹੋਣਗੇ, ਸਾਨੂੰ ਦਰਸ਼ਕ ਦੇਖ ਰਹੇ ਹੋਣਗੇ, ਤੇ ਖਾਸ ਤੌਰ ਤੇ ਇਹਨਾਂ ਦਾ ਹੁੰਦਾ ਹੈ ਸਿਸਟਮ ਕਿ ਸਾਰੇ ਪਰਿਵਾਰ ਦਾ ਖਿਆਲ ਰੱਖਦੀਆਂ ਨੇ ਪਰ ਆਪਣੀ ਡਾਈਟ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਹੈਗੀਆਂ। ਉਹਨਾਂ ਫੀਮੇਲਸ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਸਾਰਾ ਦਿਨ ਅੱਜ ਕੱਲ ਤਾਂ ਫੋਰਨਸ ਦੇ ਵਿੱਚ ਅਸੀਂ ਦੇਖਦੇ ਹਾਂ ਫੀਮੇਲਸ ਵੀ ਨਾਲ ਦੀ ਨਾਲ ਕੰਮ ਕਰਦੀਆਂ ਨੇ, ਉਤੋਂ ਦੀ ਨਾਲ ਉਹਨਾਂ ਦੇ ਉੱਤੇ ਡਬਲ ਸਗੋਂ ਉਹਨਾਂ ਦੀ ਡਿਊਟੀ ਬਣ ਜਾਂਦੀ ਹੈ, ਘਰ ਵੀ ਦੇਖਣਾ ਉਹਨਾਂ ਨੇ, ਬੱਚਿਆਂ ਨੂੰ ਵੀ ਦੇਖਣਾ, ਨਾਲ ਉਹਨਾਂ ਨੇ ਜੌਬ ਵੀ ਦੇਖਣੀ ਹੈ ਅਜੇ ਵਿੱਚ। ਪਰ ਉਹ ਆਪਣੀ ਹੈਲਥ ਵੱਲ ਧਿਆਨ ਨਹੀਂ ਦਿੰਦੀਆਂ ਹੈਗੀਆਂ, ਆਪਣਾ ਖਾਣ ਪੀਣ ਛੱਡ ਕੇ ਉਹ ਬਾਕੀ ਸਾਰਿਆਂ ਦਾ ਜਿਹੜਾ ਖਾਣ ਪੀਣ ਵੱਲ ਧਿਆਨ ਦਿੰਦੀਆਂ ਨੇ। ਉਹਨਾਂ ਨੂੰ ਕੀ ਕਹੋਗੇ? ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ, ਬੇਸਿਕਲੀ ਨਾ ਦੇਖੋ, ਜਿਹੜਾ ਟਾਈਮ ਦੀ ਗੱਲ ਹੈ, ਜਾਂ ਜਿਵੇਂ ਘਰ ਦੇ ਵਿੱਚ ਐਂਟਰ ਹੁੰਦੇ ਆ, ਸਰ ਘਰ ਦੀ ਜ਼ਿੰਮੇਵਾਰੀਆਂ ਯਾਦ ਆ ਜਾਂਦੀਆਂ, ਆਫਿਸ 'ਚ ਐਂਟਰ ਹੁੰਦੇ ਤਾਂ ਆਫਿਸ ਜ਼ਿੰਮੇਵਾਰੀਆਂ ਯਾਦ ਹੈ, ਤਾਂ ਮੇਕ ਸਮਾਲ ਮੀਲਸ ਉਹ ਆਪਣੇ ਪਰਸ ਦੇ ਵਿੱਚ ਨਾਲ ਕੈਰੀ ਕਰ ਸਕਦੇ ਆ, ਜਿਹੜੀ ਕਿ ਹਾਈਜੀਨਿਕ ਔਰ ਥੋੜੀ ਜੀ ਮਤਲਬ ਕਹਿੰਦੇ ਕਿ ਪੋਸ਼ਣ ਯੁਕਤ ਹੋਣ, ਹਨਾ। ਚਾਹੇ ਉਹ ਫਰੂਟਸ ਹੈ, ਚਾਹੇ ਉਹ ਡਰਾਈ ਫਰੂਟਸ ਹੈ, ਜਿਹੜੀ ਕਿ ਉਹ ਇੱਕ ਇੰਟਰਵਲ ਦੇ ਬਾਅਦ ਜੇ ਲੈਂਦੀਆਂ ਰਹਿਣ ਤਾਂ ਉਹਨਾਂ ਨੂੰ ਬਾਡੀ ਦੇ ਵਿੱਚ ਥਕਾਵਟ ਨਹੀਂ ਹੋਏਗੀ। ਸਭ ਤੋਂ ਪਹਿਲਾਂ ਤਾਂ ਥਕਾਵਟ ਸ਼ੁਰੂ ਹੁੰਦੀ ਹੈ ਫੀਮੇਲ ਦੇ ਵਿੱਚ, ਹਨਾ। ਵੀ ਫੀਲ ਕਿ ਜਿਹੜੀ ਫੀਮੇਲ 40 ਫੇਅਰ ਹੈ, ਉਹਦੇ ਵਿੱਚ ਡਾਇਬਟੀਜ਼ ਔਰ ਸਭ ਚੀਜ਼ਾਂ, ਬੋਨ ਡੈਂਸਿਟੀ ਘੱਟ ਹੋਣਾ, ਇਹ ਸਭ ਚੀਜ਼ਾਂ ਹੋਣੀ ਸ਼ੁਰੂ ਹੋ ਜਾਂਦੀਆਂ। ਸੋ ਇਹ ਚੀਜ਼ਾਂ ਤੁਹਾਨੂੰ ਉਹ ਤੋਂ ਬਚਾਉਣਗੀਆਂ। ਨਾਲ ਦੀ ਨਾਲ ਥੋੜੀ ਜਿਹੜੀ ਨਾ ਆਕਸੀਜਨ ਲੈਵਲ ਹੈ, ਜਿਵੇਂ ਐਂਟੀਆਕਸੀਡੈਂਟ ਕਈ ਫਰੂਟਸ ਆਉਂਦੇ ਆ, ਕਈ ਡਰਾਈ ਫਰੂਟਸ ਐਂਟੀਆਕਸੀਡੈਂਟ ਹੁੰਦੇ ਆ, ਵਾਲਨਟਸ ਆਰ ਗੁੱਡ, ਉਹ ਥੋੜੀ ਜਿਹੜੀ ਬਲੱਡ ਦੀ ਆਕਸੀਜਨ ਨੂੰ ਉਹ ਵਧੀਆ ਕਰੇਗਾ। ਜੇ ਆਕਸੀਜਨ ਠੀਕ ਹੋਏਗੀ ਤਾਂ ਥੋੜੀ ਸੋਚ, ਤੁਹਾਡਾ ਆਪਣਾ ਕੰਮ ਕਰਨ ਦਾ ਜਿਹੜਾ ਇੰਨੀ ਜ਼ਿੰਮੇਵਾਰੀਆਂ ਨਿਭਾਉਣ ਦਾ ਜਿਹੜਾ ਤਰੀਕਾ ਹੈ ਨਾ, ਤੁਹਾਨੂੰ ਹੋਰ ਵਧੀਆ ਲੱਗੇਗਾ। ਬਿਲਕੁਲ। ਉਹ ਆਪਣੀ ਡਾਈਟ ਤੇ ਧਿਆਨ ਨਹੀਂ ਦਿੰਦੀਆਂ, ਪਰ ਜੇ ਹੋਵੇ ਕਿ ਹਾਂ ਸਾਨੂੰ ਮਤਲਬ ਜਾ ਕੇ ਪਾਰਲਰ ਤੇ ਜਾ ਕੇ, ਸਲੂਨਸ ਤੇ ਜਾ ਕੇ ਖਰਚ ਕਰਨਾ ਪਵੇ, ਉਹ ਈਜ਼ੀ ਹੈ। ਪਰ ਖਾਣ ਪੀਣ ਦੀ ਜੇ ਗੱਲ ਕਰੀਏ ਕਿ ਗਲੋ ਹਰ ਕਿਸੇ ਨੂੰ ਚਾਹੀਦਾ, ਪਰ ਡਾਈਟ ਦੇ ਥਰੂ ਨਹੀਂ, ਜੇ ਜਾ ਕੇ ਫੇਸ਼ੀਅਲ ਕਰਵਾ ਲਈਏ ਤਾਂ ਉਹ ਗਲੋ ਜ਼ਿਆਦਾ ਬੈਟਰ ਲੱਗੇਗਾ। ਮੈਨੂੰ ਲੱਗਦਾ ਕਿ ਉਹ ਸਾਰੇ ਅੱਜ ਕੱਲ ਉਹ ਵੀ ਚੀਜ਼ਾਂ ਸਮਝ ਰਹੇ ਆ। ਮੈਂ ਹੁਣ ਸਾਡਾ ਸਮਾਜ ਹੋਰ ਸਮਝਦਾਰ ਹੋ ਗਿਆ, ਉਹਨਾਂ ਨੂੰ ਇਹ ਸਮਝ ਆ ਗਈ ਕਿ ਜਿਹੜੇ ਅਸੀਂ ਇੰਨੇ ਪੈਸੇ ਉੱਤੇ ਖਰਚੇ ਨਾ, ਜੇ ਉਸ ਤੋਂ ਅੱਧੇ ਪੈਸੇ ਵੀ ਆਪਣੀ ਖੁਰਾਕ ਤੇ ਖਰਚ ਲਈਏ ਤਾਂ ਸ਼ਾਇਦ ਅਸੀਂ ਹੋਰ ਸੋਹਣੀਆਂ, ਤੇ ਜਿਹੜੀ ਸਾਡੇ ਦੇਖੋ ਬਜ਼ੁਰਗ ਨਾ ਅੱਜ ਵੀ, ਜੇ ਤੁਹਾਡੇ ਘਰੇ ਨਾਨੀ ਦਾਦੀ ਉਹਨਾਂ ਦੇ ਮੂੰਹ ਤੇ ਨੂਰ ਦੇਖੋ, ਬਿਲਕੁਲ। ਤੇ ਆਪਾਂ ਜਿਹੜੇ ਯੰਗਸਟਰਸ ਆ ਉਹ ਕੋਲੇ ਬੈਠੇ ਆਉਂਦੇ ਫਿੱਕੇ ਜੇ ਨਾ, ਬਿਲਕੁਲ ਐ ਲੱਗਦਾ ਪੀਲੇ ਜੇ ਹੋਏ ਪਏ ਆ, ਕੋਈ ਲਾਲੀ ਨਹੀਂ, ਕੋਈ ਕੁਛ ਨਹੀਂ। ਉਹ ਇਸੇ ਲਈ ਹੈ ਜੀ, ਉਹਨਾਂ ਦੀ ਖੁਰਾਕ, ਉਹ ਨਹੀਂ ਕਦੇ ਪਾਰਲਰਸ ਤੇ ਗਏ। ਮੇਰੇ ਖਿਆਲ ਨਾਲ ਉਹ ਬਹੁਤ ਘੱਟ ਲੋਕ ਆ ਜਿਹੜੇ ਪਾਰਲਰਸ ਜਾਂ ਇਹ ਚੀਜ਼ਾਂ ਨੂੰ ਪ੍ਰਮੋਟ ਕਰਦੇ ਹੋਣਗੇ, ਪਰ ਉਹਨਾਂ ਦੀ ਜਿਹੜੀ ਡਾਈਟ ਸੀ ਬਹੁਤ ਚੰਗੀ ਸੀ, ਉਹਨਾਂ ਦਾ ਰਹਿਣ ਸਹਿਣ ਬੜਾ ਹਾਈਜੀਨਿਕ ਔਰ ਮੈਂ ਕਹਿੰਦਾ ਦੂਸ਼ਿਤ ਸੀ ਨਹੀਂ। ਉਹਨਾਂ ਦੀ ਇਹ ਸੋਚ ਟੀਵੀਜ਼ ਨੇ ਜਾਂ ਮੀਡੀਆ ਨੇ ਬਦਲੀ ਨਹੀਂ ਸੀ, ਹਨਾ। ਇਹ ਚੀਜ਼ਾਂ ਨੂੰ ਸਾਡੀ ਮੈਂ ਕਹਿੰਦਾ ਜਿਹੜਾ ਅਸੀਂ ਅੱਜ ਯੁੱਗ 'ਚ ਰਹਿ ਰਹੇ ਹਾਂ, ਹਾਈਟੈਕ ਯੁੱਗ ਹੈ, ਪਰ ਸਾਡੇ ਲਈ ਪਲੱਸ ਪੁਆਇੰਟ ਹੈ। ਅਸੀਂ ਇਹਨੂੰ ਨੈਗੇਟਿਵ ਕਿਵੇਂ ਯੂਜ਼ ਕਰਦੇ ਹਾਂ? ਅਸੀਂ ਮਿਥਸ ਨੂੰ, ਅਸੀਂ ਇਹੀ ਚੀਜ਼ਾਂ ਨੂੰ ਦੇਖਦੇ ਹਾਂ, ਜਿਵੇਂ ਨਾ ਕਈ ਕ੍ਰਾਈਮ ਪੈਟਰੋਲ ਦੇਖ ਕੇ ਆਪਣੇ ਦਿਮਾਗ ਨੂੰ ਸਟ੍ਰੈਸ ਕਰ ਲੈਂਦੇ ਹਾਂ। ਮੇਰੇ ਕੋਲ ਪੇਸ਼ੈਂਟਸ ਆ ਕੇ ਦੱਸਦੇ ਆ, ਸਰ ਮੈਨੂੰ ਨਾ ਜੀ ਆਹ ਆਦਤ ਪੈ ਗਈ ਜੀ, ਮੈਨੂੰ ਨਾ ਉਹਦਾ ਸਟ੍ਰੈਸ ਹੁੰਦਾ, ਸਟ੍ਰੈਸ ਹੋ ਗਿਆ। ਔਰ ਮੈਂ ਦੇਖਦਾ ਕਿ ਉਹਨੂੰ ਜਦ ਸਮਝਾਉਂਦਾ ਨਾ ਕਿ ਤੁਸੀਂ ਇਹਨੂੰ ਐ ਕਰੋ, ਨਹੀਂ ਸਰ ਦੇਖੋ ਐ ਹੁੰਦਾ, ਮੈਂ ਤਾਂ ਆਪਣੇ ਆਫਿਸ ਜਾ ਕੇ ਇਨਸਿਕਿਉਰ ਫੀਲ ਕਰਦਾ, ਮਤਲਬ ਖੁਦ ਆਪਣਾ ਹੀ ਕਾਰਨ ਔਰ ਆਪਣੀ ਲਾਈਫ ਸਟਾਈਲ ਨੂੰ ਬਿਮਾਰੀ ਦਾ ਘਰ ਬਣਾ ਲਿਆ, ਔਰ ਉਹਦੇ ਕਰਕੇ ਬਿਮਾਰੀਆਂ ਵੱਧ ਰਹੀਆਂ। ਬਿਲਕੁਲ, ਇਹ ਚੀਜ਼ਾਂ ਨਾਲ ਥੋੜਾ ਬਚੋ। ਅਸੀਂ ਵਾਪਸ ਮੁੱਦੇ ਤੇ ਆਈਏ, ਮੈਡੀਸਿਨਸ ਦੀ ਗੱਲ ਕਰੀਏ, ਆਯੁਰਵੈਦਿਕ ਮੈਡੀਸਿਨਸ ਦੀ। ਤੁਸੀਂ ਵੀ ਕਹੋਗੇ ਕਿ ਅੱਜ ਤਰ੍ਹਾਂ ਆਯੁਰਵੈਦਿਕ ਮੈਡੀਸਿਨਸ ਦੇ ਮਤਲਬ ਪਈ ਹੋਈ ਹੈ, ਤੇ ਕੁਝ ਮਿਥਸ ਹੈਗੀਆਂ ਨੇ ਜਿਨ੍ਹਾਂ ਨੂੰ ਕਲੀਅਰ ਕਰਨਾ ਵੀ ਬਹੁਤ ਜ਼ਰੂਰੀ ਹੈ। ਤੇ ਰਿਸਰਚ ਦੀ ਗੱਲ ਕਰੀਏ, ਜਿਵੇਂ ਅਸੀਂ ਹੁਣੀ ਕੁਝ ਮੈਡੀਸਿਨ ਉਹਨਾਂ ਦਾ ਬਿਮਾਰੀਆਂ ਦਾ ਨਾਮ ਲਿਆ, PCOS ਹੋ ਗਿਆ, PCODs ਹੋ ਗਿਆ। ਅੱਜ ਤੋਂ 10 ਸਾਲ ਪਹਿਲਾਂ ਇਹਨਾਂ ਦਾ ਛੇਤੀ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਸੀ। ਅਸੀਂ ਗੱਲ ਕਰੀਏ ਆਯੁਰਵੈਦਿਕ ਦੀ, ਆਯੁਰਵੈਦਿਕ ਫਾਰਮ ਦੀ ਗੱਲ ਕਰੀਏ ਤਾਂ ਬਹੁਤ ਪੁਰਾਣੇ, ਜਿਵੇਂ ਤੁਸੀਂ ਗੱਲ ਕਰਦੇ ਹੋ ਸਾਡੇ ਰਿਸ਼ੀਆਂ ਮੁਨੀਆਂ ਦੇ ਟਾਈਮ ਤੋਂ ਇਹ ਜਿਹੜਾ ਗ੍ਰੰਥ ਚੱਲੇ ਆ ਰਹੇ ਨੇ, ਵੈਦ ਚੱਲੇ ਆ ਰਹੇ ਨੇ, ਉਹਨਾਂ ਦੇ ਵਿੱਚ ਮਤਲਬ ਸਾਰਾ ਮੈਡੀਕਲ ਟ੍ਰੀਟਮੈਂਟ ਸਾਰੀ ਕਿਵੇਂ ਕਰਨੀ ਆ, ਸਾਰਾ ਟ੍ਰੀਟਮੈਂਟਸ ਦੇ ਬਾਰੇ ਦੱਸਿਆ ਹੋਇਆ। ਉਹਨੇ ਪੁਰਾਣੇ ਗ੍ਰੰਥਾਂ ਦੇ ਵਿੱਚ ਜਿਹੜੀਆਂ ਅੱਜ ਦੀਆਂ ਨਵੀਆਂ ਬਿਮਾਰੀਆਂ ਦਾ ਕੀ ਟ੍ਰੀਟਮੈਂਟ ਬਾਰੇ ਕੋਈ ਜ਼ਿਕਰ ਹੈ? ਕਿਉਂਕਿ ਕਈ ਬਿਮਾਰੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕੁਝ ਸਾਲ ਪਹਿਲਾਂ ਸੁਣੀਆਂ ਨਹੀਂ ਹੁੰਦੀਆਂ ਸੀ ਤੇ ਨਵੀਆਂ ਹੁਣ ਆ ਰਹੀਆਂ ਨੇ, ਤੇ ਅਜਿਹੀਆਂ ਬਿਮਾਰੀਆਂ ਨੂੰ ਕੀ ਕਿਸੇ ਰਿਸਰਚ ਦੇ ਰਾਹੀਂ ਤੁਸੀਂ ਉਹਨਾਂ ਨੂੰ ਪਹਿਲਾਂ ਰਿਸਰਚ ਕਰਦੇ ਹੋ ਜਾਂ ਫਿਰ ਪਹਿਲਾਂ ਤੋਂ ਹੀ ਇਹਨਾਂ ਦੀ ਟ੍ਰੀਟਮੈਂਟ ਦੇ ਬਾਰੇ ਪਹਿਲਾਂ ਤੋਂ ਹੀ ਦੱਸਿਆ ਗਿਆ ਆ? ਮੇਰੇ ਨਾਲ ਜਿੰਨੇ ਲੋਕ ਖਾਸ ਕਰ ਮੇਰੀ ਫੀਲਡ 'ਚ ਹੋਣਗੇ ਉਹ ਚੀਜ਼ ਨੂੰ ਸਹਿਮਤ ਹੋਣਗੇ
ਕਿ ਚਰਕ ਦੇ ਵਿੱਚ ਜਿਹੜੀ ਵਿਆਧੀਆਂ, ਜਿਹੜੀ ਬਿਮਾਰੀਆਂ ਅਸੀਂ ਉਹਨੂੰ ਵਿਆਧੀ ਕਹਿੰਦੇ ਆ, ਦੇ ਬਾਰੇ ਦੱਸਿਆ ਗਿਆ ਹੈ। ਈਵਨ ਕਿਸ ਤਰ੍ਹਾਂ ਦੀ ਵਿਆਧੀਆਂ, ਕਿਸ ਤਰ੍ਹਾਂ ਦੀ ਬਿਮਾਰੀਆਂ ਬਾਰੇ ਉਹ ਅੱਜ ਵੀ ਉਹੀ ਚੱਲ ਰਿਹਾ। ਇਟ ਇਜ਼ ਨਾਟ ਕਿ ਤੁਸੀਂ ਰਿਸ਼ੀ ਮੁਨੀਆਂ ਨੇ ਪੁਰਾਣੇ ਗ੍ਰੰਥ ਲਿਖਤੇ। ਰਿਸ਼ੀ ਮੁਨੀਆਂ ਨੇ ਇੰਨਾ ਸਾਡੇ ਜਿਹੜੇ ਗ੍ਰੰਥ ਹੈ ਇੰਨਾ ਕੁ ਸਿਗਨੀਫੀਕੈਂਟ ਔਰ ਇੰਨੇ ਕੁ ਰੈਲੀਵੈਂਟ ਹੈ ਕਿ ਉੱਥੇ ਇਹ ਵੀ ਦੱਸਿਆ ਗਿਆ ਸੀ ਕਿ ਕਲਯੁਗ ਦੇ ਵਿੱਚ ਲੋਕਾਂ ਦੀ ਸੋਚ ਕਿਵੇਂ ਹੋਏਗੀ, ਸੋਚ ਕਿਸ ਤਰ੍ਹਾਂ ਦੀ, ਔਰ ਸਤਯੁਗ ਵਿੱਚ ਸੋਚ ਕਿਵੇਂ ਹੋਏਗੀ, ਉਹਨਾਂ ਦਾ ਰਹਿਣ ਸਹਿਣ ਕਿਵੇਂ ਹੋਏਗਾ। ਕਲਯੁਗ ਦੇ ਵਿੱਚ ਲੋਕ ਸੈਲਫਿਸ਼ ਹੋਣਗੇ, ਵਾਤ ਵਿਕਰਤ ਵਾਲੇ ਹੋਣਗੇ, ਜ਼ਿਆਦਾਤਰ ਬਾਡੀ 'ਚ 에ਅਰ ਐਲੀਮੈਂਟ ਜ਼ਿਆਦਾ ਹੋਏਗਾ। ਇਹ ਸਾਰੀ ਚੀਜ਼ਾਂ ਆਲਰੇਡੀ ਸਾਡੇ ਟੈਕਸਟ ਦੇ ਵਿੱਚ ਅਸੀਂ ਪੜ੍ਹਦੇ ਹਾਂ। ਜਿਹੜੀ ਤੁਹਾਡਾ ਕੁਐਸਚਨ ਹੈ ਕਿ ਚਾਹੇ ਅੱਜ ਡੇਂਗੂ ਹੋ ਰਿਹਾ ਹੈ ਤਾਂ ਦਿੰਦੇ ਤੁਸੀਂ ਫਿਰ ਵੀ ਪਪੀਤਾ ਹੀ ਦਿਓ, ਦਿੰਦਾ ਤਾਂ ਗਲੋਏ ਹੀ ਹੋ। ਕਿਉਂ? ਇਹ ਸਾਰੀਆਂ ਚੀਜ਼ਾਂ ਥੋੜੀ ਰਸਾਇਣ ਔਸ਼ਧੀਆਂ ਦੇ ਵਿੱਚ ਆਉਂਦੀਆਂ। ਔਰ ਆਯੁਰਵੇਦ ਦੇ ਵਿੱਚ ਇਹ ਸਾਰਿਆਂ ਦਾ ਕ੍ਰੀਏਟਰ, ਚਾਹੇ ਕੋਈ ਵੀ ਬੈਕਟੀਰੀਆ ਅੱਜ ਪੈਦਾ ਹੋ ਰਿਹਾ, ਪਰ ਉਹ ਬੈਕਟੀਰੀਆ ਦਾ ਸੋਰਸ ਤਾਂ ਕੋਈ ਹੈਗਾ, ਉਹਨੂੰ ਕ੍ਰੀਏਟ ਤਾਂ ਕੋਈ ਕਰ ਰਿਹਾ। ਉਸ ਕ੍ਰੀਏਟਰ ਨੂੰ ਠੀਕ ਕਰਨਾ ਜਾਂ ਉਸ ਕ੍ਰੀਏਟਰ ਨੂੰ ਪ੍ਰੋਪਰਲੀ ਸਮਝਾ ਕੇ ਉਹਨੂੰ ਡਾਇਗਨੋਸ ਕਰਨਾ, ਉਹ ਆਯੁਰਵੇਦ ਦੇ ਬਸ 'ਚ ਹੈ। ਤੁਸੀਂ ਦੇਖੋ ਕਿ ਮੈਂ ਬਹੁਤਾ ਇਹ ਨਹੀਂ ਕਹਿੰਦਾ, ਤੁਸੀਂ ਫੀਮੇਲ ਡਿਪਾਰਟਮੈਂਟ, ਇੱਕ ਫੀਮੇਲ ਆਪਾਂ PCOD ਦੀ ਗੱਲ ਕਰ ਰਹੇ ਹਾਂ, ਮੇਰੇ ਖਿਆਲ ਨਾਲ ਅਸ਼ੋਕਾ ਅਰਿਸ਼ਟ ਹਰ ਡਾਕਟਰ, MBBS ਡਾਕਟਰ ਵੀ ਲਿਖਦਾ, ਪ੍ਰਮੋਟ ਕਰਦਾ। ਸਾਡੇ ਇਹ ਜਿਹੀ ਕਈ ਮੈਡੀਸਨਸ ਹੈ ਜਿਹੜੀ ਉਹ ਬੜੀ ਧੜੱਲੇ ਨਾਲ ਲਿਖਦੇ ਆ, ਔਰ PJ ਤੇ ਵੱਡੇ ਵੱਡੇ ਇੰਸਟੀਚਿਊਟਸ 'ਚ ਲਿਖਦੇ ਆ, ਬਿਕੋਜ਼ ਦੇ ਨੋ ਕਿ ਸਾਡੇ ਮੈਡੀਸਨਸ ਦੇ ਵਿੱਚ ਕੋਈ ਇਹੋ ਜਿਹਾ ਸਾਈਡ ਇਫੈਕਟ ਨਹੀਂ ਹੈ, ਔਰ ਦੇ ਨੋ ਕਿ ਸਾਡੇ ਵਿੱਚ ਅਸੀਂ ਹਾਰਮੋਨ ਮੈਡੀਸਨ ਤੋਂ ਇਲਾਵਾ ਕੁਝ ਦੇ ਨਹੀਂ ਸਕਦੇ। ਆਪਾਂ ਕਹਿੰਦੇ ਆ ਜਿਹੜੀ ਬੜਾ ਸੈਂਸਿਟਿਵ ਟੌਪਿਕ ਹੈ ਕਿ ਆਪਾਂ ਕਹਿੰਦੇ ਆ ਕਿ ਗਾਇਨੀ ਕੋਲ ਜਾਣਾ, ਕਿ ਨਹੀਂ ਸਾਨੂੰ ਨਾ ਬੜਾ ਪ੍ਰੋਬਲਮ ਹੈ ਸਾਡੀ। ਇੱਕ ਪਾਸੇ ਕਹਿੰਦੇ ਆਪਾਂ ਬਹੁਤ ਮਾਡਰਨ ਹੋ ਰਹੇ ਹਾਂ, ਇੱਕ ਪਾਸੇ ਕਹਿੰਦੇ ਨਹੀਂ ਗਾਇਨੀ ਕੋਲ ਜਾਣਾ, ਹੋਰ ਕਿਸੇ ਕੋਲ ਜਾਣਾ ਨਹੀਂ। ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਆਯੁਰਵੇਦ ਦੇ ਵਿੱਚ ਜਿੰਨੀ ਫੀਮੇਲ ਕੇਅਰ ਹੈ, ਜਿੰਨੀ ਵਧੀਆ ਔਸ਼ਧੀਆਂ, ਅਸ਼ੋਕਾ ਅਰਿਸ਼ਟ ਤੋਂ ਲੈ ਕੇ ਕਚਨਾਰ ਗੂਗਲ ਤੋਂ ਲੈ ਕੇ PCOD ਵਾਸਤੇ ਸੂਤਿਕਾ ਭਸਮ, ਇਹ ਸਾਰੀ ਚੀਜ਼ਾਂ ਇੰਨੀ ਕੁ ਸਹਾਇਕ ਹੈ ਔਰ ਇੰਨੀ ਪਿਓਰ ਮਿਲਦੀਆਂ, ਇੰਨੀ ਵਧੀਆ ਤਰੀਕੇ ਨਾਲ ਤੁਹਾਨੂੰ ਠੀਕ ਕਰਦੀਆਂ ਕਿ ਤੁਸੀਂ ਬਹੁਤ ਜਲਦੀ ਰਿਕਵਰੀ ਕਰ ਸਕਦੇ ਹੋ। ਵਰਨਾ ਮੈਂ ਪੇਸ਼ੈਂਟ ਇਹੀ ਦੇਖਿਆ 3-3 3.5 ਸਾਲ ਦਵਾਈ ਖਾ ਰਹੇ ਆ, PCOD PCOS ਠੀਕ ਹੀ ਨਹੀਂ ਹੈ। ਤੁਸੀਂ ਲਾਈਫਸਟਾਈਲ ਦੀ ਹਮੇਸ਼ਾ ਗੱਲ ਕਰਦੇ ਹੋ ਤੇ ਲਾਈਫਸਟਾਈਲ ਨੂੰ ਲੈ ਕੇ ਕਿ ਲਾਈਫਸਟਾਈਲ ਵੀ ਸਾਰੀਆਂ ਕਈ ਬਿਮਾਰੀਆਂ ਜਿਹੀਆਂ ਹੈਗੀਆਂ, ਸਾਡੇ ਲਾਈਫਸਟਾਈਲ ਜੇ ਡਿਸਟਰਬ ਹੋ ਜਾਏ ਤਾਂ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਆ। ਬਿਮਾਰੀਆਂ ਨੂੰ ਇੱਕ ਤਰ੍ਹਾਂ ਨਾਲ ਸੱਦਾ ਦੇਣ ਹੋ ਗਿਆ ਜੇ ਅਸੀਂ ਆਪਣੇ ਲਾਈਫਸਟਾਈਲ ਨੂੰ ਸਹੀ ਤਰੀਕੇ ਨਾਲ ਨਹੀਂ ਕਰਦੇ। ਪਰ ਅੱਜ ਦੇ ਬਿਜ਼ੀ ਜਿਹੜਾ ਲਾਈਫਸਟਾਈਲ ਹੋ ਚੁੱਕਿਆ, ਉਹਦੇ ਵਿੱਚ ਅਜਿਹੀਆਂ ਬਿਮਾਰੀਆਂ ਜਦੋਂ ਹੋ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਕਿਵੇਂ ਕਿਉਰ ਕਰ ਸਕਦੇ ਹਾਂ? ਕਿਉਂਕਿ ਲਾਈਫਸਟਾਈਲ ਚੇਂਜ ਕਰਨਾ ਇਜ਼ ਨੈਕਸਟ ਟੂ ਇੰਪੋਸੀਬਲ, ਕਿਉਂਕਿ ਕਿਸੇ ਦੀ ਮਾਰਨਿੰਗ ਸ਼ਿਫਟ ਆ, ਕਿਸੇ ਦੀ ਈਵਨਿੰਗ ਸ਼ਿਫਟ ਆ, ਡਿਸਟਰਬ ਹੁੰਦਾ ਹੀ ਰਹਿੰਦਾ ਆ। ਉਸ ਤੋਂ ਬਾਅਦ ਹੁਣ ਜਿਵੇਂ ਬਿਮਾਰੀਆਂ ਲੱਗ ਗਈਆਂ ਨੇ, ਇਹਨਾਂ ਨੂੰ ਕਿਵੇਂ ਕਿਉਰ ਕੀਤਾ ਜਾ ਸਕਦਾ ਵਿਦਆਊਟ ਲਾਈਫਸਟਾਈਲ ਨੂੰ ਹਿਲਾਏ? ਦੇਖੋ ਲਾਈਫਸਟਾਈਲ ਇੱਕ ਪਾਰਟ ਜ਼ਰੂਰ ਮੈਂ ਕਹਿੰਦਾ, ਪਰ ਮੈਂ ਇਹ ਵੀ ਕਹਿੰਦਾ ਠੀਕ ਹੈ ਕਿਸੇ ਦੀ ਮਜਬੂਰੀ ਇਹ ਸ਼ਿਫਟ ਹੈ, ਪਰ ਮੈਂ ਇਹ ਵੀ ਦੇਖਦਾ ਦੂਜੇ ਪਾਸੇ ਜਿਹੜਾ ਅੱਜ ਦਾ ਯੂਥ ਹੈ ਰਾਤ ਨੂੰ 2-3 ਵਜੇ ਸੌਣਾ, ਉਹਦਾ ਲਾਈਫਸਟਾਈਲ ਨਹੀਂ, ਉਹਦਾ ਸਟੇਟਸ ਸਿੰਬਲ ਹੈ। ਬਿਲਕੁਲ। ਉਹ 3 ਵਜੇ ਉਹ ਲਾਸਟ ਸੀਨ ਸਟੇਟਸ ਦੇਖੇਗਾ ਤੇ 3 ਵਜੇ ਆਇਆ ਤਾਂ ਮੀਨਸ ਸਟੇਟਸ ਹੈ, ਮੈਂ ਕਿਤੇ ਸੀਗਾ ਜੀ, ਹੈਨਾ। ਸਵੇਰੇ 11 ਵਜੇ ਤੋਂ ਪਹਿਲਾਂ ਉੱਠਣਾ ਨਹੀਂ, ਉਹ ਸਟੇਟਸ ਹੈ। ਯਾਰ ਕੋਈ ਗੱਲ ਨਹੀਂ, ਮੈਂ ਆ ਜਾਊਂਗਾ 12 ਵਜੇ ਤੱਕ ਪਹੁੰਚ ਜਾਊਂਗਾ ਕੰਮ ਤੇ। ਐਂਡ ਦਿਸ ਇਜ਼ what we are facing। ਸਾਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਸਾਡੀ ਜਿਹੜੀ ਰਾਤ ਦਿਨ ਰੱਬ ਨੇ ਬਣਾਏ ਹੈ, ਅਸੀਂ ਰਾਤ ਦਿਨ, ਉਹ ਰੱਬ ਨੇ ਜਿਹੜੀ ਸ੍ਰਿਸ਼ਟੀ ਬਣਾਈ ਹੈ ਉਹ ਇਸ ਲਈ ਬਣਾਈ ਸੀ ਨਾ ਕਿ ਰਾਤ ਮੀਨਸ ਥੋੜਾ ਰੈਸਟ ਕਰੀਏ, ਦਿਨ ਮੀਨਸ ਅਸੀਂ ਵੀ ਉੱਠ ਜਾਵਾਂਗੇ। ਸਾਡਾ ਰਾਤ ਦਿਨ ਬਿਲਕੁਲ ਉਲਟਾ ਹੋਇਆ ਪਿਆ ਹੈਨਾ। ਅਸੀਂ 12 ਵਜੇ ਜਦ ਸੂਰਜ ਅੱਧਾ ਵਿਚਾਰਾ ਸਿਰ ਚੜ ਜਾਂਦਾ, ਅਸੀਂ ਉਸ ਵਕਤ ਉੱਠਦੇ ਹਾਂ ਔਰ ਅੱਖਾਂ ਦੇ ਵਿੱਚ ਦੇਖਦੇ ਹੁੰਦੇ ਆ ਅੱਛਾ ਦਿਨ ਹੋ ਗਿਆ। ਔਰ ਸਾਡੀ ਉਹੀ ਹਾਲ ਰਾਤ ਦਾ। ਅਸੀਂ 1-2 ਵਜੇ ਸੋ ਕੇ ਆਪਣੇ ਨੂੰ ਇਹ ਅਹਿਸਾਸ ਕਰਨਾ ਨਹੀਂ ਆਈ ਐਮ ਵੈਰੀ ਬਿਜ਼ੀ ਪਰਸਨ, 2 ਵਜ ਗਏ ਸੀ। ਬਿਲਕੁਲ, ਇਹ ਤਾਂ ਹੈ ਕਿ ਵਾਕਈ ਹੈ ਕਿ ਲਾਈਫਸਟਾਈਲ ਕਿਤੇ ਨਾ ਕਿਤੇ ਜਿਹੜੇ ਅਸੀਂ ਮਾਡਰਨ ਜਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰ ਰਹੇ ਹਾਂ, ਸਾਡੇ ਲਾਈਫਸਟਾਈਲ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ। ਮੈਨੂੰ ਲੱਗਦਾ ਨਾ ਅੱਜ ਕੱਲ੍ਹ ਇਹ ਵੀ ਇੱਕ ਟ੍ਰੈਂਡ ਹੈ ਕਿ ਜਿਹੜੇ ਬੱਚਿਆਂ ਦੇ ਮਾਪੇ ਹੈ, ਮਾਪੇ ਖੁਸ਼ ਹੁੰਦੇ ਆ ਇੱਕ ਦੂਜੇ ਪੜੋਸੀ ਨੂੰ ਦੱਸ ਕੇ ਨਾ ਕਿ 2 ਵਜੇ ਤੱਕ ਮੁੰਡਾ ਪੜ੍ਹਦਾ ਸੀ ਨਾ, ਪੜ੍ਹਦਾ ਸੀ ਬਿਲਕੁਲ, ਕਿ 3 ਵਜੇ ਤੱਕ ਉਹਨੇ ਦੇਖੋ ਰਾਤ ਨੂੰ ਸਵੇਰੇ ਪੇਪਰ ਹੈ, ਉਹਨੇ ਬੜਾ ਪੜ੍ਹਿਆ ਉਹ। ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਪੇਪਰ ਤੋਂ ਪਹਿਲਾਂ ਜੋ ਰੈਸਟ, ਮਾਈਂਡ ਦਾ ਪੀਸ ਜੋ ਚਾਹੀਦਾ ਹੈ, ਉਹ ਜੋ ਇੱਕ ਸ਼ਾਂਤੀ ਚਾਹੀਦੀ ਹੈ, ਉਹ ਰਾਤ ਨੂੰ ਸੌਣ ਨਾਲ ਆਉਣੀ ਹੈ ਜੀ। ਸਾਨੂੰ ਇਹ ਟ੍ਰੇਨਿੰਗ ਦੀ ਲੋੜ ਹੈ ਜੀ, ਇਹ ਅਵੇਅਰਨੈਸ ਦੀ ਕਮੀ ਹੈ। ਇਹ ਸਾਡੇ ਲਾਈਫ ਸਟਾਈਲ ਨਾ, ਅਸੀਂ ਠੀਕ ਹੈ ਕਿਸੇ ਦੀ ਮਾਰਨਿੰਗ ਜਾਂ ਲਾਈਟ ਜਿਹੜੀ ਤੁਸੀਂ ਕਿਹਾ ਸ਼ਿਫਟਾਂ ਹੁੰਦੀਆਂ, ਪਰ ਉਹਦੇ ਵਾਸਤੇ ਸਾਨੂੰ ਆਪਣੀ ਬਾਡੀ ਨੂੰ ਤਿਆਰ ਕਰਨਾ ਚਾਹੀਦਾ ਜੀ। ਮੀਨਸ ਸਾਡੀ ਬਾਡੀ ਉਸ ਪੈਟਰਨ ਨੂੰ ਝੱਲਣ ਜੋਗੀ ਹੋਵੇ। ਜੇ ਰਾਤ ਨੂੰ ਤੁਸੀਂ ਜਾਗ ਰਹੇ ਹੋ ਤਾਂ ਸਾਡੇ ਇਮਿਊਨ ਸਿਸਟਮ ਇੰਨਾ ਚੰਗਾ ਹੋਵੇ
ਕਿ ਸਾਡੀ ਬਾਡੀ ਤੇ ਕੋਈ ਬੈਡ ਇੰਪੈਕਟ ਨਾ ਪਵੇ, ਕਿਉਂਕਿ ਰਾਤ ਨੂੰ ਵਾਯੂ ਵੱਧਦੀ ਹੈ। ਜੀ ਦੇਖੋ ਇੱਕ ਨਾ ਐਪਲੀਕੇਸ਼ਨ ਆਉਂਦੀ ਹੈ ਆਯੁਰ ਕਲੌਕ, ਆਯੁਰ ਕਲੌਕ ਹੈਗਾ 24 ਘੰਟਿਆਂ ਨੂੰ ਉਹਦੇ ਵਿੱਚ ਵਾਤ ਪਿੱਤ ਕਫ ਦੇ ਅਕੋਰਡਿੰਗਲੀ ਵੰਡਿਆ ਗਿਆ। ਓਕੇ। ਜਿਸ ਵਿਅਕਤੀ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਜੋੜਾਂ 'ਚ ਦਰਦ ਰਹਿੰਦਾ ਹੈ, ਉਹ ਦੇਖਿਓ ਤੁਸੀਂ ਵਾਯੂ ਦਾ ਜਿਹੜਾ ਵਾਤ ਵਾਲਾ ਖਾਨਾ ਹੋਏਗਾ ਨਾ, ਉਸ ਵਕਤ ਐਗਰੀਵੇਟ ਹੁੰਦਾ ਹੈ। ਓਕੇ। ਜਿਸ ਵਿਅਕਤੀ ਦਾ ਇੰਡਾਈਜੈਸ਼ਨ ਪਿੱਤ ਐਸਿਡਿਟੀ ਰਹਿੰਦੀ ਹੋਏਗੀ ਤਾਂ ਉਹ ਜਿਹੜਾ ਪਿੱਤ ਵਾਲਾ ਟਾਈਮ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੋਏਗਾ, ਉਸ ਵਕਤ ਉਹ ਅਨਈਜ਼ੀ ਮਹਿਸੂਸ ਕਰੇਗਾ, ਬਾਕੀ ਨਹੀਂ ਕਰੇਗਾ ਜੀ। ਉਹੀ ਕਫ ਆਲਸ ਉਸ ਵਕਤ ਆਏਗਾ ਸਵੇਰੇ ਸਵੇਰੇ, ਕਿਉਂਕਿ ਉਹ ਕਫ ਦਾ ਕਾਲ ਹੈ ਜੀ। ਸੋ ਸਾਡੀ ਰੱਬ ਨੇ ਨਾ ਇੱਕ ਬੜਾ ਇੱਕ ਉਹ ਵਾਤ ਪਿੱਤ ਕਫ ਜਾਂ ਮੈਂ ਜਿਹੜੀ ਅੱਜ ਤੁਹਾਨੂੰ ਸਾਰੇ ਫੰਡੇ ਆ ਨਾ, ਇਹ ਬੜੇ ਕਲੀਅਰ ਔਰ ਬੜੇ ਸਹੀ ਕਨਸੈਪਟ ਹੈ। ਆਈ ਥਿੰਕ ਇਹ ਆਪਾਂ ਫਸਟ ਟਾਈਮ ਡਿਸਕਸ ਕਰ ਰਹੇ ਹਾਂ ਕਿ ਦਿਨ ਨੂੰ ਵੀ ਇਦਾਂ ਅਸੀਂ ਮਤਲਬ ਡਿਵਾਈਡ ਕੀਤਾ ਗਿਆ ਵਾ ਉਹਦੇ ਵਿੱਚ ਆਯੁਰਵੇਦ ਦੇ ਵਿੱਚ। ਇਹ ਤੁਹਾਡੇ ਐਪਲ ਤੇ ਵੀ ਔਰ ਇਵਨ ਤੁਸੀਂ ਜਿਹੜੇ ਐਂਡਰਾਇਡ ਯੂਜ਼ ਕਰਦੇ ਹੋ, ਉਹ ਚ ਆਯੁਰ ਕਲੌਕ ਨਾਮ ਦੀ ਇੱਕ ਐਪਲੀਕੇਸ਼ਨ ਹੈ ਹਨਾ। ਆਯੁਰਵੇਦ ਦੇ ਹਿਸਾਬ ਨਾਲ ਜਦ ਅਸੀਂ ਸੂਰਜ ਉਦੇ ਕਰਦੇ ਹਾਂ, ਅਸੀਂ ਕਹਿੰਦੇ ਹਾਂ ਸਵੇਰੇ ਬ੍ਰਹਮ ਮੁਹੂਰਤ ਉੱਠੀਏ ਜੀ, 45 ਮਿੰਟ ਸੂਰਜ ਉਦੇ ਹੋਣ ਤੋਂ ਪਹਿਲਾਂ। ਇਹਦਾ ਮਤਲਬ ਕੀ ਹੈ ਕਿ ਸੂਰਜ ਉਦੇ ਤੱਕ ਸਾਡਾ ਮੈਟਾਬੋਲਿਜ਼ਮ, ਸਾਡਾ ਜਿਹੜਾ ਸਰਕੂਲੇਸ਼ਨ ਆਫ ਬਲੱਡ ਸਰਕੂਲੇਸ਼ਨ ਹੈ, ਉਹ ਤਿਆਰ ਹੋ ਜੇ ਉਸ ਕਿਰਨਾਂ ਦੇ ਹਿਸਾਬ ਨਾਲ ਚੱਲਣ ਲਈ। ਓਕੇ। ਅਸੀਂ ਇਸ ਚੀਜ਼ ਨੂੰ ਕਦੇ ਸੋਚਦੇ ਹੀ ਨਹੀਂ ਸੋਚਦੇ। ਔਰ ਜਦ ਅਸੀਂ ਸਵੇਰੇ ਉੱਠ ਕੇ ਅਸੀਂ ਸਵੇਰੇ ਉੱਠ ਕੇ ਦਾਤਨ ਵੀ ਕਰਨੀ ਹੈ, ਅਸੀਂ ਮੋਸ਼ਨ ਵੀ ਜਾਣਾ ਹੈ, ਤਦ ਤੱਕ ਅਸੀਂ ਸਾਡੀ ਭੁੱਖ ਉਸ ਤਰ੍ਹਾਂ ਡਿਪੈਂਡ ਕਰਦੀ ਹੈ ਜੀ। ਔਰ ਕਈ ਜਿਹੜੇ ਲੋਕ ਮੈਂ ਦੇਖਦਾ 10 ਵਜੇ ਉੱਠਦੇ ਆ, ਉਹ 10 ਵਜੇ ਵੀ ਚਾਹ ਬੈੱਡ ਦੀ ਮੰਗਦੇ ਆ। ਬੈੱਡ ਟੀ ਦਾ ਬਿਲਕੁਲ ਪ੍ਰਚਲਨ ਬਹੁਤ ਹੈ। ਉਹ ਬੈੱਡ ਤੇ ਹੀ ਟੀ ਮੰਗ ਕੇ, ਜਿਹਦਾ ਬ੍ਰੇਕਫਾਸਟ 1 ਵਜੇ ਹੋਵੇ। ਇਸ ਵਕਤ ਇੱਕ ਸ਼ਾਇਦ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਤਾਂ ਉਹਨਾਂ ਪਹਿਲਾਂ ਗੱਲ ਕਰ ਲਈਏ। ਹੈਲੋ। ਸਤਿ ਸ਼੍ਰੀ ਅਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਰਵਿੰਦਰ ਸਿੰਘ ਬ੍ਰੈਂਪਟਨ ਤੋਂ ਬੋਲ ਰਿਹਾ। ਰਵਿੰਦਰ ਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਕਿਰਪਾ ਕਰਕੇ ਥੋੜਾ ਜਿਹਾ ਉੱਚੀ ਬੋਲਿਓ, ਤੁਹਾਡੀ ਆਵਾਜ਼ ਜਿਹੜੀ ਹੈ ਬਹੁਤ ਘੱਟ ਆ ਰਹੀ ਹੈ। ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ, ਰਜਿੰਦਰ ਸਿੰਘ ਜੀ। ਰਜਿੰਦਰ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਕਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਿਆ ਜਾਂਦਾ ਜੀ, ਮੈਂ ਡਾਇਬੀਟੀਜ਼ ਦੇ ਵਿੱਚ ਮੈਂ ਘਰ ਦੇ ਜਿਹੜੇ ਨੁਸਖੇ ਕਿਹੜੇ ਠੀਕ ਰਹਿੰਦੇ, ਮਤਲਬ ਘਰ ਵਿੱਚ ਹੀ ਥੋੜਾ ਬਹੁਤ ਹੋਵੇ, ਦਵਾਈ ਤਾਂ ਚਲੋ ਅਲੱਗ ਗੱਲ ਹੈ। ਉਮਰ ਕੀ ਹੈ ਜੀ ਤੁਹਾਡੀ? ਮੇਰੀ 55 ਹੈ ਜੀ। ਮੈਂ ਜ਼ਰੂਰ ਦੱਸਦਾ ਜੀ, ਹੁਣੇ ਤੁਸੀਂ ਸਰ ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਤੁਸੀਂ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਕਾਲ ਕੀਤੀ। ਤੁਸੀਂ ਟੀਵੀ ਸਕਰੀਨ ਦੇ ਉੱਤੇ ਜਿਹੜੇ ਆਨਸਰ ਸੁਣ ਸਕਦੇ ਹੋ। ਠੀਕ ਹੈ, ਥੈਂਕ ਯੂ। ਡਾਇਬੀਟੀਜ਼ ਦੀ ਗੱਲ ਕਰ ਰਹੇ ਸੀਗੇ। ਸਭ ਤੋਂ ਪਹਿਲਾ ਨੁਸਖਾ ਜੀ ਇਹ ਹੈ ਜੀ, ਸੈਰ ਕਰਨੀ ਚਾਹੀਦੀ ਹੈ, ਕਿਉਂਕਿ ਸਾਨੂੰ ਡਾਇਬੀਟੀਜ਼ ਇਜ਼ ਆਲਸੋ ਇੱਕ ਪ੍ਰੋਬਲਮ ਇਹ ਜੀ ਹੈ ਜਿਹੜੀ ਲਾਈਫਸਟਾਈਲ ਡਿਸਆਰਡਰ ਹੈ। ਜੇਕਰ ਵਿਅਕਤੀ 20 ਤੋਂ 25 ਮਿੰਟ ਦੀ ਰੋਜ਼ ਸੈਰ ਕਰੇ ਤਾਂ ਉਹਦੀ ਜਿਹੜੀ ਊਰਜਾ ਹੈ, ਮਤਲਬ ਡਾਇਬੀਟੀਜ਼ 'ਚ ਨਾ ਨਿਊਰੋਪੈਥੀ, ਮਤਲਬ ਨਰਵਸ ਸਿਸਟਮ ਵੀਕ ਹੋ ਜਾਂਦਾ ਹੈ। ਔਰ ਨਰਵਸ ਸਿਸਟਮ ਵੀਕ ਨਾਲ ਥੋੜੀ ਨਮਨੈਸ, ਆਲਸ, ਇਹ ਆਮ ਚੀਜ਼ਾਂ ਹੈ ਡਾਇਬੀਟਿਕ ਪੇਸ਼ੈਂਟ ਦੀ। ਤਾਂ ਸਾਨੂੰ ਜਿਹੜੀ ਸੈਰ ਹੈ ਉਹ ਬਹੁਤ ਹੈਲਪ ਕਰਦੀ ਹੈ ਸਾਡੇ ਆਪਣੇ ਤੰਤਰ ਨੂੰ, ਸਾਡੀ ਊਰਜਾ ਨੂੰ ਮੋਟੀਵੇਟ ਕਰਨ ਲਈ, ਹਨਾ। ਔਰ ਨਾਲ ਦੀ ਨਾਲ ਜਿਹੜੀ ਤੁਹਾਡੀ ਆਪਣੀ ਘਰ ਦੇ ਵਿੱਚ ਤੁਸੀਂ ਹੈਲਪ ਕਰ ਸਕਦੇ ਹੋ, ਜਿਹੜਾ ਮਿੱਠਾ ਦਾ ਸੋਰਸ ਹੈ, ਮੈਂ ਕਦੇ ਨਹੀਂ ਕਿਸੇ ਪੇਸ਼ੈਂਟ ਨੂੰ ਕਹਿੰਦਾ ਕਿ ਮਿੱਠਾ ਬੰਦ ਕਰ ਦਿਓ। ਹਰ ਡਾਕਟਰ ਇਹ ਕਹਿੰਦਾ ਹੈ ਮਿੱਠਾ ਬੰਦ ਕਰੋ, ਔਰ ਜਿਹਦੇ ਲਈ ਮੈਂ ਕਹਿੰਦਾ ਪੇਸ਼ੈਂਟ ਲਈ ਬੜਾ ਇੰਪੋਸੀਬਲ ਹੈ ਕਿ ਮਿੱਠਾ ਹੀ ਬੰਦ ਕਰ ਦਿਓ। ਬਿਲਕੁਲ। ਪਰ ਜਿਹੜਾ ਸੋਰਸ ਆਫ ਮਿੱਠਾ ਹੈ, ਜੇਕਰ ਆਪਾਂ ਨੈਚੁਰਲ ਕਰ ਦਈਏ ਕਿੰਨਾ ਚੰਗਾ ਲੱਗੇ। ਜਿਵੇਂ ਉਹਦੇ ਵਿੱਚ ਸ਼ਹਿਦ ਹੈ, ਗੁੜ ਹੈ, ਹਨਾ। ਇਹ ਚੀਜ਼ਾਂ ਸਾਡੀ ਇਵਨ ਫਰੂਟਸ, ਇਹ ਚੀਜ਼ਾਂ ਕਦੇ ਡਾਇਬੀਟੀਜ਼ ਨੂੰ ਨਹੀਂ ਵਧਾਉਂਦੀਆਂ। ਵਧਾਉਂਦੀਆਂ ਕਿਹੜੀਆਂ? ਬੇ ਟਾਈਮ ਤੇ ਖਾਣਾ, ਆਰਟੀਫਿਸ਼ੀਅਲ ਮਿੱਠਾ, ਚਾਹੇ ਉਹ ਮਠਾਈਆਂ ਹੈ, ਚਾਹੇ ਉਹ ਸ਼ੂਗਰ ਹੈ, ਚਾਹੇ ਕੁਝ ਵੀ ਹੈ, ਹਨਾ। ਤਾਂ ਜੇਕਰ ਆਪਾਂ ਇਹ ਦੇਖੀਏ ਕਿ ਆਪਣੇ ਖਾਣ ਪੀਣ ਨੂੰ ਟਾਈਮ ਤੇ ਕਰਤੀ ਹੈ, ਮਤਲਬ ਜੇ ਅਸੀਂ ਬ੍ਰੇਕਫਾਸਟ ਕਰਨਾ ਹੈ ਤਾਂ 9, 9:30 ਤੋਂ ਪਹਿਲਾਂ ਕਰਨਾ ਹੈ, ਲੰਚ ਕਰਨਾ ਹੈ ਤਾਂ 1-1.5 ਵਜੇ ਤੋਂ ਪਹਿਲਾਂ ਖਤਮ ਕਰ ਲੈਣਾ ਹੈ, ਔਰ ਸੂਰਜ ਅਸਤ ਤੋਂ ਪਹਿਲਾਂ ਜੇ ਡਿਨਰ ਹੋ ਜੇ ਤਾਂ ਉਸ ਤੋਂ ਬਾਅਦ ਪੇਸ਼ੈਂਟ ਤੁਸੀਂ ਆਪ ਹੀ ਦੇਖ ਲਿਓ ਵਿਦਿਨ 1 ਮੰਥ ਉਹ ਪੇਸ਼ੈਂਟ ਦਾ ਜਿਹੜਾ ਡਾਇਬੀਟਿਕ ਲੈਵਲ ਹੈ, ਜਿਹੜਾ ਸ਼ੂਗਰ ਲੈਵਲ ਹੈ, ਉਹ ਨਾਰਮਲ ਵੱਲ ਆ ਜਾਏਗਾ ਜੀ। ਕੀ ਆਯੁਰਵੇਦ ਦੇ ਵਿੱਚ, ਮੈਂ ਛੋਟੀ ਜਿਹੀ ਕੁਐਸਚਨ ਪੁੱਟ ਕਰਨਾ ਚਾਹੁੰਦੀ ਹਾਂ, ਕੀ ਆਯੁਰਵੇਦ ਦੇ ਵਿੱਚ ਡਾਇਬੀਟੀਜ਼ ਤੋਂ ਛੁਟਕਾਰਾ ਮਿਲ ਸਕਦਾ ਹੈ? ਕਿਉਂਕਿ ਡਾਇਬੀਟੀਜ਼ ਤੇ ਵੀ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਅਸੀਂ ਸਾਨੂੰ ਕਾਲ ਕਰਦੇ ਨੇ, ਖਾਸ ਤੌਰ ਤੇ ਕਿ ਡਾਇਬੀਟੀਜ਼ ਤੋਂ ਕੀ ਅਸੀਂ ਆਯੁਰਵੇਦ ਦੇ ਰਾਹੀਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹਾਂ? ਬਿਲਕੁਲ ਮਿਲ ਸਕਦਾ ਹੈ, ਪਰ ਪੇਸ਼ੈਂਟ ਸਿੰਸੀਅਰ ਚਾਹੀਦਾ ਸਾਨੂੰ। ਓਕੇ, ਮੈਂ ਸੱਚੀ ਕਹਿ ਰਿਹਾ, ਮੈਂ ਕੋਈ ਇਹ ਨਹੀਂ ਹੈ। ਜੇ ਮੈਨੂੰ ਸਿੰਸੀਅਰ ਪੇਸ਼ੈਂਟ ਬਹੁਤ ਸਾਰੇ ਹੁੰਦੇ ਆ, ਜੇ ਉਹ ਸਿੰਸੀਅਰਟੀ ਨਾਲ ਇਲਾਜ ਨੂੰ ਅਪਣਾਏ ਔਰ
ਉਹ ਸਿੰਸੀਅਰਟੀ ਇਸ ਚੀਜ਼ ਨੂੰ ਸਮਝੇ ਜੋ ਅਸੀਂ ਦੱਸਦੇ ਹਾਂ ਜੀ। ਜਾਂ ਜਿਸ ਨੂੰ ਗਾਈਡ ਕਰਾਂਗੇ ਤਾਂ ਡੈਫੀਨਿਟਲੀ ਡਾਇਬੀਟੀਜ਼ ਤੋਂ ਪਰਮਨੈਂਟਲੀ ਕਿਉਰ ਮਿਲ ਜਾਏਗਾ। ਜੀ ਬਿਲਕੁਲ। ਤੇ ਮੇਰੇ ਇੱਕ ਦਰਸ਼ਕ ਨੇ ਜਿਹੜੇ ਕਿ ਫੇਸਬੁੱਕ ਤੇ ਮੇਰੇ ਨਾਲ ਜੁੜੇ ਸੀ ਤੇ ਉਹਨਾਂ ਨੇ ਇੱਕ ਪ੍ਰਸ਼ਨ ਪੁੱਛਿਆ ਤੇ ਉਹਨਾਂ ਵੱਲੋਂ ਮੈਂ ਤੁਹਾਨੂੰ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ ਤੇ ਮੇਰਾ ਵੀ ਖੁਦ ਦਾ ਵੀ ਇਹ ਬਹੁਤ ਸਿਸਟਮ ਹੈਗਾ ਹੈ ਕਿ ਕਿਉਂਕਿ ਜੌਬ ਕਰ ਰਹੇ ਹੁੰਦੇ ਆ ਤੇ ਇੰਨਾ ਜ਼ਿਆਦਾ ਥਕਾਵਟ ਹੋ ਜਾਂਦੀ ਹੈ। ਇਹ ਕਹਿੰਦੇ ਆ ਕਿ ਚਾਹ ਬਹੁਤ ਪੀਂਦੇ ਨੇ ਤੇ ਇਹਨਾਂ ਨੂੰ ਚਾਹ ਮਤਲਬ ਚਾਹ ਬਿਨਾਂ ਨਹੀਂ ਇਹਨਾਂ ਦਾ ਸਰਦਾ ਹੈਗਾ। ਦਿਨ 'ਚ 4-5 ਕੱਪ ਚਾਹ ਦੇ ਹੋ ਜਾਂਦੇ ਆ। ਚਾਹ ਦੀ ਆਦਤ ਨੂੰ ਛੱਡਣਾ ਚਾਹੁੰਦੇ ਨੇ ਪਰ ਛੱਡੀ ਨਹੀਂ ਜਾ ਰਹੀ, ਕੀ ਕਰਨ ਉਹ? ਰਿਪਲੇਸ ਕਰ ਸਕਦੇ ਹਾਂ ਚਾਹ ਦੀ ਆਦਤ ਨੂੰ, ਬਿਲਕੁਲ ਰਿਪਲੇਸ ਕੀਤਾ ਜਾਂਦਾ ਹੈ ਵਿਦ ਹਰਬਲ, ਆਪਾਂ ਇਹਨੂੰ ਕਹਿੰਦੇ ਹਰਬਲ ਟੀ ਕਹਿ ਲਓ, ਹਰਬਲ ਵਾਟਰ ਕਹਿ ਲਓ। ਤੁਹਾਨੂੰ ਦੇਖੋ ਚਾਹ ਆਪਾਂ ਪੀਂਦੇ ਆ ਕਾਹਦੇ ਲਈ? ਇਹ ਚੁਸਤੀ ਆ ਜਾਏ ਜੀ। ਬਿਲਕੁਲ ਪੰਜਾਬੀ ਤਾਂ ਇਹੀ ਕਹਿੰਦੇ ਆ, ਸਵੇਰੇ ਬੈਠੀ ਤਾਂ ਹੀ ਚਾਹੀਦੀ ਹੈ ਕਿ ਬੈੱਡ ਤੋਂ ਉੱਠ ਸਕੀਏ। ਬਿਲਕੁਲ। ਜੇ ਤੁਹਾਨੂੰ ਉਹੀ ਚੁਸਤੀ ਹਰਬਸ ਚ ਮਿਲ ਜੇ, ਉਹ ਜਿਹੜੇ ਕਾੜੇ ਮਿਲਦੇ ਆ ਜਾਂ ਤੁਹਾਨੂੰ ਅੱਜ ਕੱਲ੍ਹ ਮਾਰਕੀਟ 'ਚ ਬਹੁਤ ਕੁਝ ਮਿਲ ਰਿਹਾ, ਹਰਬਲ ਟੀ ਵੀ ਮਿਲਦੀ ਹੈ, ਜੇਕਰ ਉਹੀ ਚੁਸਤੀ ਤੁਹਾਨੂੰ ਮਿਲ ਜੇ ਤਾਂ ਉਹਨੂੰ ਉਸੇ ਆਦਤ ਨੂੰ ਰਿਪਲੇਸ ਕਰ ਲਓ, ਇੱਕ ਹੈਲਦੀ ਆਦਤ ਬਣ ਜਾਏਗੀ। ਬਿਲਕੁਲ ਜੀ। ਉਮੀਦ ਕਰਦੇ ਹਾਂ ਗੋਰਾ ਸਿੱਖੋ ਜੀ ਤੁਹਾਨੂੰ ਜਿਹੜਾ ਜਵਾਬ ਮਿਲ ਗਿਆ ਹੋਣਾ ਤੁਹਾਡੇ ਆਨਸਰ ਦਾ ਤੇ ਵਾਕਈ ਅਸੀਂ ਵੀ ਇਹ ਟਰਾਈ ਕਰਕੇ ਜ਼ਰੂਰ ਦੇਖਾਂਗੇ ਹਰਬਲ ਟੀ ਨਾਲ ਰਿਪਲੇਸ ਕਰਕੇ। ਤੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦਾ ਜਿਹੜਾ ਸਮਾਂ ਹੋ ਗਿਆ। ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਜਵਾਇਣ ਤੇ ਉਹਦੇ ਨਾਲ ਕਾਲੀ ਮਿਰਚ ਦੇ ਬਾਰੇ ਕਿ ਕਾਲੀ ਮਿਰਚ ਤੇ ਅਜਵਾਇਣ ਖਾਣ ਦੇ ਨਾਲ ਸਾਡੇ ਸਰੀਰ ਨੂੰ ਕੀ ਫਾਇਦੇ ਹੋ ਸਕਦੇ ਨੇ। ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। services to the clients. ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ। ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 9056704444। ਕੀ ਗੱਲ ਬੜੀ ਪਰੇਸ਼ਾਨ ਲੱਗਦੀ ਐ? ਕੀ ਦੱਸਾਂ, ਅੰਗਰੇਜ਼ੀ ਦਵਾਈਆਂ ਖਾ ਖਾ ਕੇ ਮੈਂ ਤਾਂ ਤੰਗ ਆ ਗਈ ਆ। ਠੀਕ ਤਾਂ ਕੀ ਹੋਣਾ, ਉਲਟਾ ਸਾਈਡ ਇਫੈਕਟਸ ਵੱਖਰੇ। ਓਏ ਮੰਨਿਆ ਪੈਸਿਆਂ ਤੋਂ ਬਿਨਾਂ ਜ਼ਿੰਦਗੀ ਦੀ ਗੱਡੀ ਨਹੀਂ ਚੱਲਦੀ, ਪਰ ਜੇ ਸਿਹਤ ਠੀਕ ਨਾ ਹੋਵੇ ਤਾਂ ਪੈਸੇ ਨਹੀਂ ਬਣਦੇ। ਤੁਸੀਂ ਮੇਰੀ ਗੱਲ ਮੰਨੋ, ਦੇਸੀ ਦਵਾਈਆਂ ਤੇ ਹੋਮੋਪੈਥੀ ਰਾਹੀਂ ਸ਼ਰਤੀਆ ਇਲਾਜ ਕਰਾਓ। ਸੁਖਮਿੰਦਰ ਜੌਲ ਇਹ ਦੇਸੀ ਦਵਾਈਆਂ ਦੇ ਕੁਝ ਖਾਸ ਨੁਸਖਿਆਂ ਦੇ ਨਾਲ ਇਲਾਜ ਕਰਦੇ ਨੇ। ਕੁਝ ਇੱਕ ਮਹੀਨਿਆਂ ਦੇ ਅੰਦਰ ਹੀ ਸਾਰੀ ਬਿਮਾਰੀ ਚੱਕੀ ਜਾਂਦੀ ਹੈ। ਇਹਨਾਂ ਕੋਲੋਂ ਆਪਣਾ ਇਲਾਜ ਕਰਵਾ ਕੇ ਤੁਸੀਂ ਬਿਮਾਰੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਗਵਾਓਗੇ। ਇਹਨਾਂ ਕੋਲ ਭਾਰ ਘਟਾਉਣ ਦੀ ਦਵਾਈ ਵੀ ਮਿਲਦੀ ਹੈ। ਕਾਲ 6045841100। ਮੈਂ ਕਮਲਦੀਪ ਕੌਰ ਹਾਜ਼ਰ ਹਾਂ ਜੀ ਪ੍ਰੋਗਰਾਮ ਦਿਲ ਦੀ ਗੱਲ ਲੈ ਕੇ। ਦੋਸਤੋ ਅਸੀਂ ਗੱਲ ਸਾਂਝੀ ਕਰਾਂਗੇ। ਇਸ ਵਕਤ ਸਾਡੇ ਇੱਕ ਵੀਵਰ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਦਿਲ ਦੀ ਗੱਲ ਕਰਨ ਲਈ। ਹੈਲੋ। ਸਾਡੇ ਜਿਹੜੇ ਅੰਨਦਾਤੇ ਨੇ, ਸਾਡੇ ਜਿਹੜੇ ਕਿਸਾਨ ਨੇ, ਇਸ ਟਾਈਮ ਉਹਨਾਂ ਦੀ ਹਾਲਤ ਜਿਹੜੀ ਹੈਗੀ ਬੜੀ ਹੀ ਜ਼ਿਆਦਾ ਤਰਸਯੋਗ ਹੈਗੀ ਹੈ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦਿਲ ਦੀ ਗੱਲ ਦੇ ਵਿੱਚ। ਸਭ ਤੋਂ ਪਹਿਲਾਂ ਕੌਣ ਤੇ ਕਿੱਥੋਂ ਬੋਲ ਰਹੇ ਹੋ ਇਹ ਦੱਸ ਦਿਓ। ਸਤਿ ਸ਼੍ਰੀ ਅਕਾਲ ਸਰ, ਮੈਂ ਸੁਖਮਨ ਕੌਰ ਬੋਲ ਰਹੀ ਹਾਂ ਚੰਡੀਗੜ੍ਹ ਤੋਂ। ਤੇ ਅੱਜ ਦਾ ਸਾਡਾ ਵਿਸ਼ਾ ਹੋਵੇਗਾ ਜੀ ਪੁਰਾਣੇ ਅਤੇ ਅਜੋਕੇ ਵਿਆਹਾਂ ਦੇ ਵਿੱਚ ਕੀ ਫਰਕ ਹੈ। ਤੁਸੀਂ ਵੀ ਜੁੜੋ ਹਮਦਰਦ ਟੀਵੀ ਦੇ ਖਾਸ ਪ੍ਰੋਗਰਾਮ ਦਿਲ ਦੀ ਗੱਲ ਦੇ ਨਾਲ। ਦੇਖੋ ਦਿਲ ਦੀ ਗੱਲ ਟੋਰਾਂਟੋ ਸਮੇਂ ਦੇ ਅਨੁਸਾਰ ਰਾਤ 9 ਵਜੇ ਅਤੇ ਮੁੜ ਪ੍ਰਸਾਰਣ ਸਵੇਰੇ 9 ਵਜੇ ਸਿਰਫ ਹਮਦਰਦ ਟੀਵੀ ਤੇ। ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਟਾਈਮ ਅਸੀਂ ਫਲਾਈਂਗ ਫੈਸ਼ਨ ਗ੍ਰੀਨ ਪਲਾਜ਼ਾ ਮਾਲਟਨ ਤੋਂ ਬੋਲ ਰਹੇ ਹਾਂ। ਜਿੰਨੇ ਵੀ ਇਸ ਪ੍ਰੋਗਰਾਮ ਦੇ ਲਿਸਨਰ ਹੈਗੇ, ਟੀਵੀ ਦੇਖ ਰਹੇ, ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਜਿਹੜਾ ਫਲਾਈਂਗ ਫੈਸ਼ਨ ਦਾ ਵੇਅਰ ਹਾਊਸ ਹੈ ਉਹਦੀ ਕਲੋਜ਼ ਆਊਟ ਸੇਲ ਲਗਾਉਣ ਲੱਗੇ ਹੈਗੇ ਆ। ਜਿਹੜੀਆਂ ਕਿ ਜਿੰਨੇ ਵੀ ਹੈਗੇ ਆ ਸਾਡੇ ਕੋਲ 3 ਪੀਸ ਸੂਟ, ਨਿਊ ਅਰਾਈਵਲ ਅਤੇ ਜਿੰਨੀ ਫੈਬਰਿਕ ਹੈਗੀ ਆ ਵੇਅਰ ਹਾਊਸ ਤੋਂ ਲਿਆ ਕੇ ਇੱਥੇ ਸੇਲ ਲੱਗ ਚੁੱਕੀ ਆ। ਤੁਸੀਂ ਆਪ ਵੀ ਆਓ, ਆਪਣੇ ਭੈਣ ਭਰਾ ਤੇ ਰਿਸ਼ਤੇਦਾਰਾਂ ਨੂੰ ਵੀ ਦੱਸਣਾ ਇਹ ਫਲਾਈਂਗ ਫੈਸ਼ਨ ਗ੍ਰੀਨ ਪਲਾਜ਼ਾ ਮਾਲਟਨ ਤੇ ਵੇਅਰ ਹਾਊਸ ਕਲੋਜ਼ ਆਊਟ ਸੇਲ ਸਟਾਰਟ। ਜਿਸ ਤਰ੍ਹਾਂ ਤੁਸੀਂ ਆਹ ਵਾਲੀ ਫੈਬਰਿਕ ਦੇਖ ਰਹੇ ਹੋ, ਲੇਟੈਸਟ ਪ੍ਰਿੰਟ ਹੈਗੇ। ਇਸ ਦੇ ਵਿੱਚ ਇਹੀ ਪ੍ਰਿੰਟ ਨਹੀਂ ਜਿਹੜੇ ਕਿ ਵੇਅਰ ਹਾਊਸ ਤੋਂ ਹੋਰ ਨਵੇਂ ਪ੍ਰਿੰਟ ਐਵਰੀ ਡੇ ਐਵਰੀ ਵੀਕ ਤੁਹਾਨੂੰ ਨਵੇਂ ਮਿਲਣਗੇ ਤੁਸੀਂ ਲੈਣ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਲਾਈਵ ਚਰਚਾ ਪ੍ਰੋਗਰਾਮ ਵਿੱਚ। ਤੇ ਅੱਜ ਮੇਰੇ ਨਾਲ ਨੇ ਵੈਦਿਕ ਕਰਨਵੀਰ ਜੀ। ਤੇ ਜਿਵੇਂ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਗੱਲਬਾਤ ਕੀਤੀ ਸੀ ਕਿ ਅਸੀਂ ਤੁਹਾਨੂੰ ਅਜਵਾਇਣ ਅਤੇ ਕਾਲੀ ਮਿਰਚ ਦੇ ਬਾਰੇ ਦੱਸਾਂਗੇ ਕਿ ਇਸ ਦੇ ਕੀ ਫਾਇਦੇ ਹੈਗੇ ਨੇ ਸਿਹਤ ਦੇ ਲਈ। ਤੇ ਕਰਨਵੀਰ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਜਵਾਇਣ ਦੀ। ਮੈਂ ਅਜਵਾਇਣ ਦੀ ਯੂਜ਼ ਕੀਤੀ ਹੈ ਤਾਂ ਹੁਣ ਤੱਕ ਪਰੌਂਠੇ ਅਸੀਂ ਜ਼ਰੂਰ ਖਾਦੇ, ਅਜਵਾਇਣ ਦੀ ਥੋੜੀ ਬਹੁਤ ਚਾਹ ਬਣਾ ਕੇ ਪੀਤੀ ਹੈ। ਇਸ ਤੋਂ ਇਲਾਵਾ ਇਹਦੇ ਕੀ ਫਾਇਦੇ ਹੈਗੇ ਨੇ? ਦੇਖੋ ਅਜਵਾਇਣ ਨਾ ਜੀ ਹੁਣ ਵੀ ਪਿੰਡਾਂ 'ਚ ਚੱਲਣਾ, ਉਹ ਮਾੜਾ ਢਿੱਡ ਦੁਖਦਾ ਅਜਵਾਇਣ ਲੈ ਲੈ, ਬਿਲਕੁਲ ਅੱਧਾ ਚਮਚ ਅਜਵਾਇਣ ਲੈ ਲੈ। ਅਜਵਾਇਣ ਜੀ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਈਜ਼ੀਲੀ ਅਵੇਲੇਬਲ ਹੈ ਤੁਹਾਡੇ ਕਿਚਨ ਦੇ ਵਿੱਚ। ਦੂਸਰਾ ਉਹਦੇ ਬਹੁਤ ਸਾਰੇ ਫਾਇਦੇ ਹੈ।
ਅਜਵਾਇਣ ਡੀਵਾਰਮਿੰਗ ਵਾਸਤੇ ਯੂਜ਼ ਹੁੰਦੀ ਹੈ। ਜੇ ਪੇਟ 'ਚ ਕੀੜੇ ਹੋਣ ਤਾਂ ਤੁਸੀਂ ਅੱਜ ਵੀ ਉਹ ਚੱਲਣ ਹੈਗਾ ਕਿ ਜੇਕਰ ਅੱਧਾ ਘੰਟਾ ਪਹਿਲਾਂ ਆਪਾਂ ਗੁੜ ਖਾ ਲਈਏ ਤੇ ਉਸ ਤੋਂ ਅੱਧੇ ਘੰਟੇ ਬਾਅਦ ਆਪਾਂ ਅਜਵਾਇਣ ਅੱਧਾ ਚਮਚ ਖਾ ਲਈਏ ਤਾਂ ਕੀੜਿਆਂ ਨੂੰ ਖਤਮ ਕਰਨ 'ਚ ਹੈਲਪ ਕਰਦੀ ਹੈ ਤੇ ਸਵੇਰੇ ਉਹ ਪੇਟ 'ਚੋਂ ਕੱਢ ਜਾਂਦੀ ਹੈ, ਐਂਟੀਡੋਟ ਦਾ ਕੰਮ ਕਰਦੀ ਹੈ। ਅਜਵਾਇਣ ਸੈਡੇਟਿਵ ਵੀ ਹੈ। ਜੇਕਰ ਕਿਸੇ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ ਤਾਂ ਅਜਵਾਇਣ ਦਾ ਹਲਕਾ ਜਿਹਾ ਸੇਵਨ ਕਰੇ ਤਾਂ ਉਹ ਨੀਂਦ ਪ੍ਰੋਪਰ ਆਉਣੀ ਸ਼ੁਰੂ ਹੋ ਜਾਂਦੀ ਹੈ। ਬਜ਼ੁਰਗਾਂ ਵਾਸਤੇ ਬਹੁਤ ਸਹਾਇਕ ਹੈ। ਅਜਵਾਇਣ ਆਪਣੇ ਆਪ 'ਚ ਪਾਚਨ ਤੰਤਰ ਵੀ ਠੀਕ ਕਰਦੀ ਹੈ। ਥੋੜਾ ਕੋਈ ਚੀਜ਼ ਨਾ ਪਚ ਰਹੀ ਹੋਵੇ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਨਾਲ ਅਸੀਂ ਗੱਲ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ ਜੀ? ਮੇਰਾ ਨਾਮ ਸੁਖਵਿੰਦਰ, ਅਸੀਂ ਪਲੋੜਾ ਤੋਂ ਬੋਲਦੇ ਹਾਂ। ਹਾਂਜੀ ਸੁਖਵਿੰਦਰ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਨੂੰ ਨਾ 1.5 ਮਹੀਨਾ ਹੋ ਗਿਆ ਮੈਡਮ, ਵੀ ਗਰਮੀ ਆਉਂਦੀ ਹੈ ਨਾ, ਦਿਨੇ ਵੀ ਰਾਤ ਨੂੰ ਵੀ 3-4 ਵਾਰੀ ਆ ਜਾਂਦੀ ਹੈ। ਮੇਰਾ ਬੀਪੀ ਵੀ ਹਾਈ ਰਹਿੰਦਾ ਵਾ। ਇਹ ਪੁੱਛਣਾ ਸੀ ਡਾਕਟਰ ਸਾਹਿਬ ਨੂੰ ਵੀ ਕਿਉਂ ਆਉਂਦੀ ਆ, ਕੀ ਖਾਣਾ ਚਾਹੀਦਾ? ਤੁਸੀਂ ਜੀ ਉਮਰ ਕੀ ਹੈ ਤੁਹਾਡੀ? 52 ਸਾਲ ਦੀ ਉਮਰ ਮੇਰੀ। ਤੇ ਤੁਹਾਡਾ ਡਾਈਜੈਸ਼ਨ ਕਿਵੇਂ ਹੈ ਜੀ? ਠੀਕ ਹੈ ਜਾਂ ਨਹੀਂ? ਪ੍ਰੋਪਰ ਠੀਕ? ਹਾਂਜੀ ਹਾਂਜੀ ਠੀਕ ਆ। ਖਾਣਾ ਪ੍ਰੋਪਰ ਪਚ ਰਿਹਾ? ਤੁਹਾਨੂੰ ਤਰੇਲੀਆਂ ਆਉਂਦੀਆਂ? ਹਾਂਜੀ ਹਾਂਜੀ ਤਰੇਲੀਆਂ ਆਉਂਦੀਆਂ, ਰਾਤ ਨੂੰ 4-5 ਵਾਰੀ ਆ ਗਈ, ਦਿਨੇ ਆ ਗਈ। ਓਕੇ ਜੀ, ਮੈਂ ਤੁਹਾਨੂੰ ਇਹਦਾ ਹੁਣੀ ਆਨਸਰ ਦਿੰਦਾ ਜੀ। ਬਿਲਕੁਲ, ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਹ ਮੇਰੇ ਖਿਆਲ ਚ ਫਸਟ ਟਾਈਮ ਇਹ ਅਸੀਂ ਕੇਸ ਸੁਣ ਰਹੇ ਹਾਂ। ਤਰੇਲੀਆਂ ਵੈਸੇ ਜੀ ਜਿਵੇਂ ਉਹਨਾਂ ਦੀ 52 ਏਜ ਹੈ, ਮੈਂ ਤਾਂ ਇਹ ਕਹਾਂਗਾ ਕਿ ਇਸ ਵਕਤ ਉਹਨਾਂ ਨੂੰ ਬਲੱਡ ਟੈਸਟ ਸਾਰੇ ਕਰਾਉਣੇ ਚਾਹੀਦੇ ਜੀ। ਕਈ ਵਾਰ ਸਾਨੂੰ ਤਰੇਲੀਆਂ ਨਾ, ਸਾਡੀ ਇਹ ਵੀ ਇੰਡੀਕੇਸ਼ਨ ਹੈ ਬੋਡੀ ਦੀ, ਇਲੈਕਟ੍ਰੋਲਾਈਟ ਇੰਬੈਲੈਂਸ, ਸੋਡੀਅਮ ਪੋਟਾਸ਼ੀਅਮ ਘਟ ਜੇ, ਹਨਾ, ਸਾਡੀ ਬੋਡੀ ਦੇ ਵਿੱਚ ਕੈਲਸ਼ੀਅਮ ਵੀ ਘਾਟ ਹੋ ਜੇ, ਤਾਂ ਉਹਨਾਂ ਕਰਕੇ ਵੀ ਤੁਹਾਨੂੰ ਤਰੇਲੀਆਂ ਆਉਂਦੀਆਂ। ਦੂਸਰਾ ਜੋ ਉਹਨਾਂ ਮੈਂ ਕਨਫਰਮ ਕੀਤਾ ਹੈ ਕਿ ਖਾਣਾ, ਕਈ ਵਾਰ ਸਾਡੀ ਨਾ ਖਾਣਾ ਨਹੀਂ ਪਚਦਾ, ਸਾਡੀ ਬੋਡੀ ਇੰਜਨ ਇੱਕਦਮ ਮਤਲਬ ਸਾਡਾ ਲਿਵਰ ਬਹੁਤ ਮੁਸ਼ੱਕਤ ਕਰਦਾ ਹੈ, ਨੌਨ ਵੈਜ ਖਾ ਲਿਆ, ਕੋਈ ਹੈਵੀ ਚੀਜ਼ ਖਾ ਲਈ ਉਹਨੂੰ ਪਚਾਉਣ ਲਈ, ਤਾਂ ਵੀ ਸਾਨੂੰ ਤਰੇਲੀਆਂ ਆਉਂਦੀਆਂ। ਕਈ ਲੋਕਾਂ ਨੂੰ ਦੇਖਿਆ ਕਿ ਖਾਂਦੇ ਖਾਂਦੇ ਤਰੇਲੀਆਂ ਆਉਂਦੀਆਂ, ਮੂੰਹ ਬਿਲਕੁਲ ਪਸੀਨੋ ਪਸੀਨੀ ਹੋ ਜਾਂਦਾ ਹੈ। ਉਹਦਾ ਕਾਰਨ ਇਹੀ ਹੈ ਕਿ ਤੁਹਾਡੀ ਕਾਇਆ ਇੱਕ ਲਘੂ ਆਹਾਰ, ਇੱਕ ਹਲਕਾ ਖਾਣ ਲਈ ਬਣੀ ਹੈ, ਤੇ ਤੁਸੀਂ ਉਹਨੂੰ ਹੈਵੀ ਖਾਣਾ ਦਿੰਦੇ ਹੋ ਤਾਂ ਤੁਹਾਡੀ ਬੋਡੀ ਨੂੰ ਮੁਸ਼ੱਕਤ ਕੰਮ ਜ਼ਿਆਦਾ ਕਰਨਾ ਪੈਂਦਾ, ਜਿਸ ਕਰਕੇ ਤੁਹਾਨੂੰ ਸਵੈਟਿੰਗ ਆ ਜਾਂਦੀ ਹੈ। ਦੂਸਰਾ ਜੋ ਇਹ ਹੋਮ ਰੈਮਡੀ ਯੂਜ਼ ਕਰ ਸਕਦੇ ਹਾਂ, ਤੁਲਸੀ ਬੜੀ ਸਹਾਇਕ ਹੈ ਕਿਉਂਕਿ ਤੁਲਸੀ ਇਮਿਊਨ ਬੂਸਟਰ ਵੀ ਕਰਦੀ ਹੈ, ਇਹਨਾਂ ਨੂੰ ਤਰੇਲੀਆਂ 'ਚ ਵੀ ਹੈਲਪ ਕਰੇਗੀ, ਔਰ ਈਜ਼ੀਲੀ ਅਵੇਲੇਬਲ ਇਹਨਾਂ ਦੇ ਕਿਚਨ ਗਾਰਡਨ ਜਾਂ ਤੁਲਸੀ ਰਸ ਆਮ ਤੌਰ ਤੇ ਮਿਲ ਜਾਏਗਾ। ਦੂਸਰਾ ਇਹਨੂੰ ਪ੍ਰੋਪਰ ਇੱਕ ਵਾਰ ਡਾਇਗਨੋਸ ਕਰਾਉਣਾ ਚਾਹੀਦਾ ਕਿਉਂਕਿ ਇਹ ਹੋਮ ਰੈਮਡੀ ਵਾਲਾ ਕੁਐਸਚਨ ਨਹੀਂ ਹੈ ਮੇਰੇ ਖਿਆਲ ਨਾਲ, ਕਿਉਂਕਿ ਤਰੇਲੀਆਂ ਦੇ ਕਈ ਕਾਰਨ ਹੋ ਸਕਦੇ ਹੈ ਕਿ ਇੱਕ ਵਾਰ ਬਲੱਡ ਟੈਸਟ ਜਾਂ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਹੀ ਡਾਇਗਨੋਸ ਕਰਨਾ ਚਾਹੀਦਾ ਜੀ। ਤੇ ਅਸੀਂ ਅਜਵਾਇਣ ਦੀ ਜਿਵੇਂ ਗੱਲ ਕਰ ਰਹੇ ਸੀ ਕਿ ਅਜਵਾਇਣ ਦੇ ਕੀ ਫਾਇਦੇ ਹੈਗੇ ਨੇ, ਮੈਂ ਪੁੱਛਣਾ ਚਾਹਾਂਗੀ ਤੇ ਕਿਹੜੀ ਪ੍ਰਕਿਰਤੀ ਵਾਲੇ ਦੇ ਲਈ ਜ਼ਿਆਦਾ ਰਾਮਬਾਣ ਸਾਬਿਤ ਹੁੰਦਾ ਹੈ? ਅਜਵਾਇਣ ਜੀ ਵਾਤਜ ਪ੍ਰਕਿਰਤੀ ਵਾਸਤੇ ਬਹੁਤ ਵਧੀਆ ਹੈ। ਇਵਨ ਕਿ ਦੇਖੋ ਅਜਵਾਇਣ ਦਾ ਲੇਪ, ਜੇਕਰ ਪੀਸੀ ਅਜਵਾਇਣ ਨੂੰ ਤੁਸੀਂ ਕਿਤੇ ਥੋੜੇ ਸਮਝ ਲਓ ਕੋਈ ਸਵੈਲਿੰਗ ਹੋ ਗਈ ਹਨਾ, ਜਿਵੇਂ ਹਲਦੀ ਲਾਉਂਦੇ ਆ ਤੇ ਅਜਵਾਇਣ ਦਾ ਪੇਸਟ ਲਾ ਲਓ ਤੇ ਉੱਥੇ ਪੇਨ ਹੈ ਤਾਂ ਉਹ ਪੇਨ ਕਿਲਰ ਦਾ ਕੰਮ ਵੀ ਕਰਦੀ ਹੈ ਹਨਾ, ਔਰ ਵਾਯੂ ਵਾਸਤੇ ਬਹੁਤ ਵਧੀਆ ਹੈ। ਇਵਨ ਕਫ ਲਈ ਵੀ ਚੰਗੀ ਹੈ ਕਿਉਂਕਿ ਕਫ ਦੇ ਕਰਕੇ ਜਿਹੜੇ ਰੇਸ਼ਾ ਬਣਦਾ ਹੈ ਜਾਂ ਕੁਝ ਪੇਟ 'ਚ ਕੀੜੇ ਬਣਦੇ ਆ, ਉਹਨੂੰ ਵੀ ਉਹ ਸਹਾਇਕ ਹੈ ਔਰ ਉਹ ਵਧੀਆ ਕੰਮ ਕਰਦੀ ਹੈ ਉਹਦੇ 'ਚ। ਕਿਹੜੇ ਮੌਸਮ ਦੇ ਵਿੱਚ ਖਾ ਸਕਦੇ ਆ ਇਹਨੂੰ? ਅਜਵਾਇਣ ਨੂੰ ਜੀ ਅਸੀਂ ਕਿਸੇ ਵੀ ਮੌਸਮ ਦੇ ਵਿੱਚ ਈਜ਼ੀਲੀ ਲੈ ਸਕਦੇ ਹਾਂ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਫਿਰ ਉਹਨਾਂ ਨਾਲ ਗੱਲ ਕਰ ਲਈਏ। ਹੈਲੋ 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 ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ ਮੈਂ ਢਿੱਲੋਂ ਬੋਲਦੀ ਆ, ਮੈਂ ਡਾਕਟਰ ਸਾਹਿਬ ਨਾਲ ਕੁਝ ਪੁੱਛਣਾ ਸੀ। ਹਾਂਜੀ ਢਿੱਲੋਂ ਮੈਮ, ਢਿੱਲੋਂ ਮੈਮ ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਮ ਬੋਲ ਕਿੱਥੋਂ ਰਹੇ ਹੋ ਤੁਸੀਂ? ਜੀ ਜੀ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਹਾਂਜੀ ਮੇਰੀਆਂ ਨਾ ਰਾਤ ਨੂੰ ਲੱਤਾਂ ਬਹੁਤ ਹੁੰਦੀਆਂ ਜਦੋਂ ਮੈਂ ਸੌਂਦੀ ਆ ਤੇ ਮੈਨੂੰ ਨੀਂਦ ਨਹੀਂ ਆਉਂਦੀ, ਦਿਨੇ ਕੁਛ ਨਹੀਂ ਹੁੰਦਾ, ਰਾਤ ਨੂੰ ਦੁਖਦੀਆਂ। ਠੀਕ ਹੈ ਜੀ, ਮੈਂ ਤਾਂ ਤੁਹਾਨੂੰ ਹੁਣੀ ਜਿੱਦਾਂ ਇਹ ਕਦ ਤੋਂ ਹੋ ਰਿਹਾ ਤੁਹਾਡੇ ਨਾਲ? ਇਹਦਾ ਹੋ ਗਏ ਜੀ 8-10 ਸਾਲ ਹੋ ਗਏ, ਦਵਾਈਆਂ ਵੀ ਬੜੀਆਂ ਖਾਧੀਆਂ, ਸਾਰਾ ਕੁਝ ਠੀਕ ਆ, ਬਲੱਡ ਪ੍ਰੈਸ਼ਰ ਸ਼ੂਗਰ ਕੁਝ ਨਹੀਂ ਹੈਗਾ। ਨਹੀਂ ਬੇਸਿਕਲੀ ਕਮਜ਼ੋਰੀ ਹੈ ਜੀ ਨਰਵਸ ਸਿਸਟਮ ਦੀ, ਤਾਂ ਹੀ ਲੱਤਾਂ ਦੁਖਦੀਆਂ। ਮੈਂ ਤਾਂ ਤੁਹਾਨੂੰ ਹੁਣੀ ਆਨਸਰ ਦਿੰਦਾ। ਤੁਸੀਂ ਜੀ ਟੀਵੀ ਸਕਰੀਨ ਦੇ ਉੱਤੇ ਇਹਦਾ ਜਿਹੜਾ ਆਨਸਰ ਸੁਣ ਸਕਦੇ ਹੋ। ਮੈਮ ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ-ਬਹੁਤ ਧੰਨਵਾਦ। ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਲਿਓ ਇਹਦਾ। ਦੇਖੋ ਇਹਨਾਂ ਨੇ ਜਿਹੜਾ ਦੱਸਿਆ ਕਿ ਕਾਫੀ ਚਿਰ ਤੋਂ ਇਹਨਾਂ ਦੀ ਪ੍ਰੋਬਲਮ ਹੈ, ਇਹ ਡੈਫੀਨੇਟਲੀ ਇਹ ਨਰਵਸ ਸਿਸਟਮ ਵੀਕ ਹੋ ਗਿਆ ਔਰ ਜੋ ਕਿ ਇਹਨਾਂ ਦੀ ਜਿਹੜਾ ਐਗਰੀਵੇਟ ਜਾਂ ਸੈਂਸਿਟਿਵ ਪੁਆਇੰਟ ਲੱਤਾਂ ਸੀਗੀਆਂ ਤਾਂ ਉਹਨੂੰ ਉਹ ਜਕੜਿਆ ਹੋਇਆ ਔਰ ਇਹਦੇ ਵਾਸਤੇ ਬਹੁਤ ਅੱਛਾ, ਜਿਵੇਂ ਆਪਾਂ ਅਜਵਾਇਣ ਦੀ ਵੀ ਗੱਲ ਕਰ ਰਹੇ ਹਾਂ, ਜੇਕਰ ਇਹ ਰੋਜ਼ ਅਜਵਾਇਣ ਨੂੰ ਕਿਸੇ ਰੂਪ 'ਚ ਵੀ, ਚਾਹੇ ਰੋਟੀ 'ਚ ਚਾਹੇ ਸਬਜ਼ੀ ਦੇ ਵਿੱਚ ਜਾਂ ਵੈਸੇ ਵੀ ਲੈ ਸਕਣ
ਤਾਂ ਇਹਨਾਂ ਲਈ ਬਹੁਤ ਚੰਗਾ ਹੈ। ਇਹ ਵਾਯੂ ਗੁਣ ਨੂੰ ਠੀਕ ਕਰੇਗਾ, ਲੱਤਾਂ ਦੇ ਜਿਹੜੇ ਵਾਯੂ ਵਾਤ ਜਿਹੜੀ ਵਿਕਰਤ ਹੈ ਉਹ ਠੀਕ ਕਰੇਗਾ। ਇਹਨਾਂ ਨੇ ਜਿਵੇਂ ਇੱਕ ਗੱਲ ਕਹੀ ਹੈ ਕਿ ਇਹਨਾਂ ਨੇ ਦਵਾਈਆਂ ਵੀ ਬਹੁਤ ਖਾਧੀਆਂ ਨੇ, ਕਿ ਉਹਦਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਰਿਜ਼ਲਟ ਦੇਖਣ ਨੂੰ ਮਿਲ ਰਿਹਾ? ਦੇਖੋ ਮੈਨੂੰ ਲੱਗਦਾ ਹੈ ਜੇਕਰ ਕਿਸੇ ਪੇਸ਼ੈਂਟ ਨੇ ਬਹੁਤ ਜ਼ਿਆਦਾ ਪੇਨ ਕਿਲਰ ਜਾਂ ਐਂਟੀਬਾਇਓਟਿਕਸ ਹੈ ਇਹੀ ਜੀ ਕੋਈ ਵਰਤੋਂ ਕੀਤੀ ਹੋਵੇ, ਲੰਬੇ ਟਾਈਮ ਤੇ ਕੀਤੀ ਹੋਵੇ, ਤਾਂ ਡੈਫੀਨਿਟਲੀ ਉਹਦਾ ਸਾਈਡ ਇਫੈਕਟ ਹੁੰਦਾ ਹੈ ਨਾ। ਪਰ ਜਿਹੜੀ ਉਮਰ ਦੇ ਹਿਸਾਬ ਨਾਲ ਗੱਲ ਕਰ ਰਹੇ ਆ ਜਾਂ ਇਹ ਆਮ ਵੀ ਇੱਕ ਬਜ਼ੁਰਗਾਂ ਦੇ ਵਿੱਚ ਆ ਜਾਂਦਾ ਕਿ ਮੇਰੇ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਪੈਰ ਕੁਸਕਦੇ ਹਨਾ, ਮੇਰੇ ਪੈਰਾਂ ਨੂੰ ਜੀ ਦਿੱਕਤ ਆਉਂਦੀ ਹੈ, ਝੰਜਨਾਹਟ ਰਹਿੰਦੀ ਹੈ, ਇਹਦੇ ਚ ਅਨਈਜ਼ੀਨੈਸ ਹੈ। ਇਹ ਇੱਕ ਵਾਯੂ ਦਾ ਗੁਣ ਹੈ ਔਰ ਇਹਨੂੰ ਆਯੁਰਵੇਦ ਚ ਇੱਕ ਸ਼ਲੋਕ ਨਾਲ ਵੀ ਦੱਸਿਆ ਗਿਆ। ਬਿਲਕੁਲ ਜੀ। ਇੱਕ ਅਗਲੇ ਦਰਸ਼ਕ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਅਸੀਂ ਬਿੰਦਰ ਤੋਂ ਬੋਲਦੇ ਆ। ਮੈਮ ਤੁਸੀਂ ਦੁਬਾਰਾ ਰਿਪੋਰਟ ਹਮਦਾ ਚੈਨਲ ਬਿਲਕੁਲ ਜੀ। ਜੀ ਮੈਮ ਤੁਹਾਡਾ ਨਾਮ ਕੀ ਹੈ? ਮੇਰਾ ਹਰਜਿੰਦਰ ਆ ਨਾਮ ਜੀ। ਹਰਜਿੰਦਰ ਜੀ ਕੀ ਪੁੱਛਣਾ ਚਾਹੁੰਦੇ ਹੋ? ਤੁਸੀਂ ਪੁੱਛ ਸਕਦੇ ਹੋ ਵੈਦਿਕ ਕਰਨਵੀਰ ਜੀ ਤੋਂ। ਮੈਂ ਪੁੱਛਣਾ, ਮੇਰੇ ਨਾ ਗੋਡਿਆਂ 'ਚ ਦਰਦ ਬਹੁਤ ਹੁੰਦਾ, ਪੇਨ ਹੁੰਦੀ ਬਹੁਤ, ਔਰ ਮੈਨੂੰ ਦੱਸਦੇ ਵੀ ਸਾਈਕਲ ਚਲਾਓ, ਐਕਸਰਸਾਈਜ਼ ਕਰੋ, ਪਰ ਜਦੋਂ ਮੈਂ ਐਕਸਰਸਾਈਜ਼ ਕਰਦੀ ਹਾਂ ਸਾਈਕਲ ਚਲਾਉਂਦੀ ਮੇਰੇ ਜ਼ਿਆਦਾ ਦਰਦ ਹੁੰਦਾ ਜੀ। ਥੋੜੇ ਸੋਜਾ ਰਹਿੰਦਾ ਜੀ ਗੋਡਿਆਂ 'ਚ? ਹਾਂਜੀ, ਕੋਈ ਸੋਜਿਸ਼ ਰਹਿੰਦੀ ਹੈ ਉੱਥੇ? ਮੈਮ ਤੁਹਾਡੇ ਗੋਡਿਆਂ ਹੈਗੀ ਆ, ਸੂਜਨ ਹੈ ਥੋੜੀ ਆ, ਮੈਂ ਦਵਾਈ ਵੀ ਖਾਣੀ ਆ, ਫਿਰ ਮੈਨੂੰ ਫਰਕ ਮੇਰੇ ਗੋਡੇ ਤੇ ਭਾਰ ਨਹੀਂ ਆਉਂਦਾ। ਮੈਂ ਜੀ ਇਹਦਾ ਹੁਣੇ ਤੁਹਾਨੂੰ ਆਨਸਰ ਦਿੰਦਾ ਜੀ। ਟੀਵੀ ਸਕਰੀਨ ਤੇ ਮੈਮ ਤੁਸੀਂ ਆਨਸਰ ਸੁਣ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਟੀਵੀ ਸਕਰੀਨ ਤੇ ਤੁਸੀਂ ਨੁਸਖਾ ਸੁਣ ਲਿਓ ਕੀ ਦੱਸਣਗੇ। ਬਿਲਕੁਲ ਜੀ। ਇੱਕ ਹੋਰ ਦਰਸ਼ਕ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਨਰਿੰਦਰ ਕੌਰ ਬੋਲਦੀ ਹਾਂ। ਨਰਿੰਦਰ ਜੀ ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਂ ਪੁੱਛਣਾ ਚਾਹੁੰਦੀ ਆ ਵੀ ਮੇਰੇ ਲੱਤਾਂ ਦੇ ਵਿੱਚ ਕਰੈਂਬਲ ਬਹੁਤ ਪੈਂਦੀਆਂ, ਜਿਹਨੂੰ ਕੜੱਲਾਂ ਕਹਿ ਦਿੰਦੇ ਆ, ਪੈਰਾਂ 'ਚ, ਲੱਤਾਂ 'ਚ, ਗੋਡਿਆਂ ਤੋਂ ਥੱਲੇ ਜੀ। ਕੀ ਉਮਰ ਹੈ ਜੀ ਤੁਹਾਡੀ? ਹੋਰ ਇੱਕ ਮੈਂ ਸਿਕਰੀ ਦਾ ਇਲਾਜ ਪੁੱਛਣਾ ਚਾਹੁੰਦੀ ਆ, ਮੇਰੇ ਬੇਟੇ ਦੇ ਬਹੁਤ ਸਿਕਰੀ ਆ, ਵਾਲ ਬੜੇ ਝੜਦੇ ਆ। ਤੁਹਾਡੀ ਉਮਰ ਕੀ ਹੈ? ਮੈਮ ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 67 ਸਾਲ 67 ਸਾਲ ਜੀ। ਠੀਕ ਹੈ ਜੀ। ਮੈਮ ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ, ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਆਨਸਰ ਦਿੱਤਾ ਜਾਏਗਾ। ਕਾਲ ਕੀਤੀ ਧੰਨਵਾਦ ਤੁਹਾਡਾ ਜੀ। ਪਹਿਲਾਂ ਇਹਨਾਂ ਤੋਂ ਪਹਿਲਾਂ ਜਿਹੜੇ ਮੈਮ ਨੇ ਕਾਲ ਕੀਤੀ ਸੀ, ਤਿੰਨੋਂ ਜਿਹੜੇ ਇੱਕੋ ਹੀ ਕੁਐਸਚਨ ਹੈ, ਲਗਭਗ ਵਾਯੂ ਰੋਗ ਹੈ ਤਿੰਨਾਂ ਨੂੰ ਲੋਅਰ ਲਿੰਬ ਇਫੈਕਟਡ ਹੈ, ਮੀਨਸ ਸਾਡੇ ਗੋਡਿਆਂ ਤੋਂ ਥੱਲੇ ਵਾਲਾ ਲਿੰਬਸ, ਸਾਡੀ ਲੱਤਾਂ ਇਫੈਕਟਡ ਹੈ। ਇਹਦਾ ਬੜਾ ਈਜ਼ੀ ਜਿਹਾ ਸਾਡੇ ਆਯੁਰਵੇਦ ਸ਼ਲੋਕ ਹੈ, ਵਸਤੀ ਪੁਰਸ਼ ਦਾਨਮ ਕਟੀ ਸਕਿਥਨੀ ਪਾਦਸਥਾਨੀ ਚ ਵਾਸਥਾਨੀ, ਮੀਨਸ ਜਦ ਲੋਅਰ ਲਿੰਬ ਜਿਹੜਾ ਹੈਗਾ ਤੁਹਾਡਾ ਜੀ। ਬਿਲਕੁਲ ਅਸੀਂ ਗੱਲ ਕਰਾਂਗੇ। ਇੱਕ ਅਗਲੇ ਦਰਸ਼ਕ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਬੋਲਦੀ ਆ ਇੱਥੇ ਆਪਣੇ ਯੂਐਸ ਤੋਂ ਬੋਲਦੀ ਸੁਖਜਿੰਦਰ। ਸੁਖਜਿੰਦਰ ਜੀ ਕੀ ਪੁੱਛਣਾ ਚਾਹੁੰਦੇ ਤੁਸੀਂ? ਫਟਾਫਟ ਪੁੱਛ ਲਓ, ਉਹ ਟਾਈਮ ਜਿਹੜਾ ਸਾਡਾ ਇਸ ਵਕਤ ਲਿਮਿਟ ਤੋਂ ਥੋੜਾ ਜਿਹਾ ਉੱਪਰ ਚੱਲ ਰਿਹਾ ਵਾ। ਮੈਨੂੰ ਬਾਥਰੂਮ ਨਾ ਪਿਆ ਜਾਂਦਾ ਵਾ, ਛੇਤੀ ਨਿਕਲ ਜਾਂਦਾ ਵਿੱਚ ਜੀ। ਇਹਦੀ ਕੋਈ ਦੱਸੋ? ਮੈਂ ਜ਼ਰੂਰ ਦੱਸ ਜੀ ਮੈਮ, ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਤੁਸੀਂ ਬਣੇ ਰਹੋ ਹਮਦਰ ਟੀਵੀ ਨਾਲ, ਤੁਹਾਨੂੰ ਹੁਣੀ ਵੈਦਿਕ ਜੀ ਟੀਵੀ ਸਕਰੀਨ ਤੇ ਆਨਸਰ ਦੇਣਗੇ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਪਹਿਲਾਂ ਅਸੀਂ ਉਹਨਾਂ ਦਾ ਦੱਸ ਦਈਏ, ਪਹਿਲਾਂ ਤਿੰਨਾਂ ਦੀ ਗੱਲ ਕਰ ਰਿਹਾ ਸੀ ਕਿ ਵਾਯੂ ਦਾ ਰੋਗ ਹੈ ਜੀ। ਉਹਨਾਂ ਨੂੰ ਦੋ ਚੀਜ਼ਾਂ ਮੈਂ ਦੱਸਣਾ ਚਾਹੁੰਦਾ। ਇੱਕ ਤਾਂ ਅਦਰਕ ਸੁੰਡ, ਜਿਹਨੂੰ ਆਪਾਂ ਅਦਰਕ ਦਾ ਪਾਊਡਰ ਈਜ਼ੀਲੀ ਮਿਲ ਜਾਂਦਾ, ਔਰ ਇਮਲੀ, ਦੋਨਾਂ ਨੂੰ ਪਾਣੀ ਦੇ ਘੋਲ ਵਿੱਚ ਮਿਲਾ ਕੇ ਜਿੱਥੇ ਤੁਹਾਨੂੰ ਦਰਦ ਹੁੰਦਾ ਹੈ, ਚਾਹੇ ਗੋਡਿਆਂ 'ਚ ਹੈ, ਪਿੰਜਲੀਆਂ 'ਚ ਹੈ ਜਾਂ ਪੈਰਾਂ 'ਚ ਹੈ, ਇਹ ਤਿੰਨੋਂ ਜਗ੍ਹਾ ਤੇ ਇੱਕ ਲੇਪ ਬਣਾ ਕੇ ਉਹਨੂੰ 15 ਤੋਂ 20 ਮਿੰਟ ਲਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਕਾਫੀ ਆਰਾਮ ਮਿਲੇਗਾ। ਉਹਨਾਂ ਨੂੰ 20-25 ਮਿੰਟ ਬਾਅਦ ਰੋਜ਼ ਉਤਾਰਨਾ ਹੈ ਔਰ ਘੱਟੋ ਘੱਟ 10 ਤੋਂ 15 ਦਿਨ ਰੈਗੂਲਰ ਕਰਨਾ ਹੈ ਜੀ। ਦੂਸਰਾ, ਉਹਨਾਂ ਵਾਸਤੇ ਤਿੰਨਾਂ ਵਾਸਤੇ ਸ਼ਤਾਵਰੀ ਔਰ ਅਸ਼ਵਗੰਧਾ, ਇਹ ਦੋ ਚੂਰਨ ਤੁਹਾਨੂੰ ਈਜ਼ੀਲੀ ਉੱਥੇ ਮਿਲ ਜਾਣਗੇ, ਚਾਹੇ USA ਹੈ ਚਾਹੇ ਕੈਨੇਡਾ ਦੇ ਵਿੱਚ ਹੈ। ਤੁਸੀਂ ਅਸ਼ਵਗੰਧਾ ਤੇ ਸ਼ਤਾਵਰ ਦੋਨੋਂ ਚੂਰਨਾਂ ਨੂੰ ਇੱਕੋ ਜਿਹੀ ਮਾਤਰਾ 'ਚ ਦੋਨਾਂ ਨੂੰ ਆਪਸ ਮਿਕਸ ਕਰਕੇ 1 ਚਮਚ ਸਵੇਰੇ ਉਹਦਾ, 1 ਚਮਚ ਸ਼ਾਮ ਨੂੰ, ਦੋਨਾਂ ਦਾ ਖਾਣਾ ਹੈ। ਔਰ ਵਿਦਿਨ ਨੈਕਸਟ ਟੂ 10 to 15 ਡੇਜ਼ ਦੇ ਵਿੱਚ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਤਾਕਤ ਹੈ, ਚਾਹੇ ਗੋਡਿਆਂ 'ਚ ਸੋਜਿਸ਼ ਹੈ, ਚਾਹੇ ਤੁਹਾਡੇ ਗੋਡਿਆਂ 'ਤੇ ਭਾਰ ਨਹੀਂ ਆਉਂਦਾ, ਇਹ ਸਾਰੀ ਚੀਜ਼ਾਂ ਦਾ ਵਿੱਚ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਜੀ। ਬਿਲਕੁਲ ਤੁਸੀਂ ਦੱਸਿਆ ਸੀ ਇੱਕ ਕਿਹੜੇ ਦੋ ਦੱਸਦੇ ਸੀ? ਸ਼ੁੰਠੀ ਮੀਨਸ ਅਦਰਕ ਦਾ ਪਾਊਡਰ ਤੇ ਇਮਲੀ, ਇਹ ਦੋਨਾਂ ਨੂੰ ਗਰਮ ਪਾਣੀ 'ਚ, ਕੋਸੇ ਜਿਹੇ ਪਾਣੀ 'ਚ ਘੋਲ ਬਣਾ ਕੇ, ਲੇਪ ਬਣਾ ਕੇ ਤੁਸੀਂ ਉਸ ਜਗ੍ਹਾ ਤੇ ਲਾਉਣਾ ਹੈ ਔਰ 20-25 ਮਿੰਟ ਉੱਥੇ ਰੱਖਣਾ ਹੈ।
ਔਰ ਨਾਲ ਦੀ ਨਾਲ ਸ਼ਤਾਵਰੀ ਔਰ ਅਸ਼ਵਗੰਧਾ ਨੂੰ ਤੁਸੀਂ ਚੂਰਨ ਨੂੰ ਲੈ ਕੇ ਦੋਨਾਂ ਨੂੰ ਮਿਕਸ ਕਰਕੇ 1 ਚਮਚ ਸਵੇਰੇ 1 ਚਮਚ ਸ਼ਾਮ ਨੂੰ ਖਾਣਾ। ਜੀ ਬਿਲਕੁਲ, ਇਹ ਉਹਨਾਂ ਲਈ ਸੀ ਜਿਨ੍ਹਾਂ ਨੂੰ ਨੀਜ਼ ਦੀ ਪ੍ਰੋਬਲਮ ਰਹਿੰਦੀ ਹੈ, ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਰਹਿੰਦੀ ਹੈ। ਇੱਕ ਮੈਮ ਨੇ ਸਾਨੂੰ ਪੁੱਛਿਆ ਸੀ ਹੁਣੀ, ਸੁਖਵਿੰਦਰ ਜੀ ਦੀ ਕਾਲ ਆਈ ਸੀ, ਇਹਨਾਂ ਨੂੰ ਯੂਰਿਨ ਦੀ ਪ੍ਰੋਬਲਮ ਹੈਗੀ ਹੈ। ਇਹਨਾਂ ਦੇ ਵਿੱਚ ਜੀ ਯੂਰਿਨ ਦੀ ਜਿਹੜੀ ਪ੍ਰੋਬਲਮ ਹੈ, ਮਤਲਬ ਜਿਸ ਉਮਰ 'ਚ ਉਹ ਗੱਲ ਕਰ ਰਹੇ ਸੀ, ਬਜ਼ੁਰਗ ਲੱਗ ਰਹੇ ਸੀਗੇ, ਆਮ ਤੌਰ ਤੇ ਇਸ ਉਮਰ 'ਚ ਆ ਜਾਂਦੀ ਹੈ ਕਿਉਂਕਿ ਸਾਡੀ ਜਿਹੜੀ ਅੰਦਰਲੀ ਤਾਕਤ ਹੈ ਬਲੈਡਰ ਦੀ, ਜਿਹੜੀ ਉਹਨੂੰ ਯੂਰਿਨ ਨੂੰ ਰੋਕਦੀ ਹੈ, ਉਹ ਘਟ ਜਾਂਦੀ ਹੈ। ਤਾਂ ਸਾਨੂੰ ਤਾਕਤ ਦੀ ਦਵਾਈਆਂ ਖਾਣ ਦੀ ਲੋੜ ਹੈ। ਇਹਦੇ ਵਾਸਤੇ ਸਭ ਤੋਂ ਅੱਛਾ ਜੋ ਘਰੇਲੂ ਇਲਾਜ ਹੈ ਇਹ ਹੈ ਕਿ ਤਿਲਾਂ ਦੇ, ਕਾਲੇ ਤੇ ਸਫੇਦ ਤਿਲਾਂ ਦੀ ਪਿੰਨੀਆਂ ਬਣਾ ਲੈਣ ਗੁੜ ਦੇ ਵਿੱਚ, ਜੋ ਕਿ ਉਹ ਰੋਜ਼ ਸਵੇਰੇ ਸ਼ਾਮ ਖਾਣ ਨਾਲ ਉਹਨਾਂ ਨੂੰ ਇਸ ਚੀਜ਼ ਦੀ ਵਿੱਚ ਆਰਾਮ ਮਿਲੇਗਾ। ਪਲੱਸ ਉਹਦੇ ਵਿੱਚ ਸਿੱਧਮਕਰ ਰਸਾਇਣ ਜਾਂ ਤੁਹਾਨੂੰ ਈਜ਼ੀਲੀ ਉੱਥੇ ਜਿਵੇਂ ਹੋਏਗਾ ਤਾਂ ਸਿੱਧਮਕਰ ਰਸਾਇਣ ਥੋੜ੍ਹੇ ਸ਼ਾਇਦ ਉੱਥੇ ਮਿਲ ਜਾਏਗਾ, ਨਹੀਂ ਤਾਂ ਅਸ਼ਵਗੰਧਾ ਔਰ ਸ਼ਤਾਵਰੀ ਨੂੰ ਹੀ ਤਾਕਤ ਦੇ ਰੂਪ ਦੇ ਵਿੱਚ ਇੱਕ ਸਪਲੀਮੈਂਟ ਦੇ ਵਾਂਗੂ ਜੇ ਲੈਣਗੇ ਤਾਂ ਇਹਦੇ ਵਿੱਚ ਉਹਨੂੰ 10 ਤੋਂ 15 ਦਿਨ ਦੇ ਵਿੱਚ ਅੱਗੇ ਆਰਾਮ ਮਿਲੇਗਾ। ਜੀ ਬਿਲਕੁਲ, ਤੇ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਜ਼ਿਆਦਾ ਨੁਸਖੇ ਜਿਹੜੇ ਡਿਸਕਸ ਕਰੀਏ, ਪਰ ਜਾਂਦੇ ਮੇਰੇ ਹਮੇਸ਼ਾ ਹੀ ਤਰ੍ਹਾਂ ਦਰਸ਼ਕਾਂ ਲਈ ਕੋਈ ਹੈਲਥ ਟਿਪ। ਮੈਂ ਜੀ ਹੈਲਥ ਟਿਪ ਦੇ ਨਾਲ ਅੱਜ ਸੁਝਾਅ ਦੇਣਾ ਚਾਹਾਂ ਕਿ ਜਦ ਤੱਕ ਤੁਸੀਂ ਕਿਸੇ ਚੀਜ਼ ਨੂੰ ਪ੍ਰੋਪਰਲੀ ਨਹੀਂ ਸਮਝਦੇ ਜਾਂ ਪ੍ਰੋਪਰਲੀ ਉਸ ਨੂੰ ਨਹੀਂ ਅਪਣਾਉਂਦੇ ਤਾਂ ਉਹਦੇ ਬਾਰੇ ਟਿੱਪਣੀ ਨਾ ਕੀਤੀ ਜਾਵੇ। ਔਰ ਜਦ ਤੱਕ ਤੁਸੀਂ ਆਯੁਰਵੇਦ ਨੂੰ ਆਪਾਂ ਸੁਣੀ ਸੁਣਾਈ ਗੱਲਾਂ ਤੇ ਬਿਲੀਵ ਕਰਾਂਗੇ ਤਾਂ ਸ਼ਾਇਦ ਇਹ ਕਿਸੇ ਦਾ ਨੁਕਸਾਨ ਨਹੀਂ, ਇਹ ਆਯੁਰਵੇਦ ਪ੍ਰੈਕਟਿਸ ਕਰਨ ਦਾ ਨੁਕਸਾਨ ਨਹੀਂ, ਤੁਹਾਡਾ ਆਪਣਾ ਨੁਕਸਾਨ ਹੈ। ਕਿਉਂਕਿ ਤੁਸੀਂ ਮਿਥ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹੋ, ਆਪਣਾ ਪ੍ਰੋਪਰ ਇਲਾਜ ਨਹੀਂ ਕਰਾ ਪਾ ਰਹੇ ਕਿਉਂਕਿ ਉਹ ਮਿਥ ਤੁਹਾਡੇ ਦਿਮਾਗ 'ਚ ਹੈ। ਤਾਂ ਇਸ ਚੀਜ਼ਾਂ ਨੂੰ ਥੋੜ੍ਹਾ ਜਿਹਾ ਕੱਢ ਕੇ ਤੁਸੀਂ ਜਿੰਨਾ ਆਯੁਰਵੇਦ ਨੂੰ ਨਜ਼ਦੀਕ ਤੋਂ ਅਪਣਾਓਗੇ ਤੁਹਾਨੂੰ ਓਨਾ ਹੀ ਵਧੀਆ ਇਫੈਕਟ ਮਿਲੇਗਾ। ਤੇ ਮੇਰਾ ਆਪਣਾ ਇਹ ਸੁਝਾਅ ਹੈ ਕਿ ਤੁਸੀਂ ਇਹ ਕਾਇਆ ਨੂੰ ਜਿੰਨਾ ਨੈਚੁਰਲ ਰੱਖੋਗੇ ਓਨਾ ਹੀ ਤੁਹਾਨੂੰ ਵਧੀਆ ਮਿਲੇਗਾ। ਜੀ ਬਿਲਕੁਲ, ਤੇ ਮੇਰੇ ਦਰਸ਼ਕਾਂ ਨੂੰ ਇੰਨੇ ਈਜ਼ੀ ਹੈਲਥ ਟਿਪਸ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਹਰ ਵਾਰੀ ਸਟੂਡੀਓ 'ਚ ਆਉਂਦੇ ਹੋ ਤੇ ਦਰਸ਼ਕਾਂ ਨੂੰ ਇੰਨੇ ਵਧੀਆ ਹੈਲਥ ਟਿਪਸ ਦਿੰਦੇ ਹੋ, ਬਹੁਤ-ਬਹੁਤ ਧੰਨਵਾਦ। ਤੇ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਕਾਲ ਕੀਤੀ ਤੇ ਜਿਨ੍ਹਾਂ ਨੇ ਫੇਸਬੁੱਕ ਤੇ ਪ੍ਰੋਗਰਾਮ ਦੇ ਵਿੱਚ ਕਮੈਂਟ ਕੀਤੇ, ਉਹਨਾਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਫਿਰ ਹਾਜ਼ਰ ਹੋਵਾਂਗੇ, ਫਿਲਹਾਲ ਦਿਓ ਇਜਾਜ਼ਤ ਤੇ ਦੇਖਦੇ ਰਹੋ ਹਮਦਰਦ ਟੀਵੀ। Hello? Hello?